ਅਗਲਾ ਲੇਖ ਹੈ ਘਰ ਤੇ ਮਕਾਨ। ਘਰ ਉਸ ਥਾਂ ਨੂੰ ਕਹਿੰਦੇ ਹਨ ਜਿੱਥੇ ਸਾਡਾ ਦਿਲ ਲੱਗ ਜਾਏ, ਜਿੱਥੇ ਜਾਣ ਲਈ ਸਾਡਾ ਦਿਲ ਤੰਗ ਏ ਅਤੇ ਜਿੱਥੇ ਸਾਨੂੰ ਸਾਹ ਸੌਖਾ ਆਵੇ। ਲੋਕਾਂ ਦੀ ਬਹੁ ਗਿਣਤੀ ਮਕਾਨਾਂ 'ਚ ਰਹਿੰਦੀ ਹੈ, ਘਰਾਂ 'ਚ ਰਹਿਣ ਵਾਲੇ ਲੋਕਾਂ ਦੀ ਗਿਣਤੀ ਬਹੁਤ ਥੋੜ੍ਹੀ ਹੈ। ਸਾਰੇ ਮਨੁੱਖੀ ਯਤਨ ਸੁਖਦਾਇਕ ਘਰ ਉਸਾਰਨ ਦਾ ਉਪਰਾਲਾ ਹੀ ਹੁੰਦੇ ਹਨ। ਜਿੱਥੇ ਕਿਰਾਇਆ ਦੇਣਾ ਪਏ ਉਹ ਮਕਾਨ ਹੁੰਦਾ ਹੈ, ਜਿੱਥੇ ਸੁੱਚਾ ਪਿਆਰ ਮਿਲੇ ਉਹ ਘਰ ਹੁੰਦਾ ਹੈ। ਘਰ ਸਭ ਪ੍ਰਕਾਰ ਦੇ ਪਿਆਰ ਦਾ ਸਰੋਤ ਹੁੰਦਾ ਹੈ। ਜਦੋਂ ਕੋਈ ਸਾਨੂੰ ਚੰਗਾ ਲੱਗਦਾ ਹੈ ਤਾਂ ਅਸੀਂ ਉਹਨੂੰ ਆਪਣੇ ਘਰ ਬੁਲਾਉਂਦੇ ਹਾਂ, ਜਾਂ ਉਹਦੇ ਘਰ ਜਾਂਦੇ ਹਾਂ, ਜਾਂ ਉਸ ਨਾਲ ਘਰ ਵਸਾਉਣਾ ਚਾਹੁੰਦੇ ਹਾਂ। ਸਾਡਾ ਬਹੁਤਾ ਵਿਹਾਰ ਅਤੇ ਸਾਡੀ ਬੋਲਚਾਲ ਦੇ ਅਨੇਕਾਂ ਹੀ ਸ਼ਬਦ ਘਰ ਦੇ ਸੰਦਰਭ ਵਿੱਚ ਹੀ ਅਰਥਪੂਰਨ ਹੁੰਦੇ ਹਨ। ਘਰ ਮਨੁੱਖ ਦਾ ਜਨਮ ਸਥਾਨ ਹੀ ਨਹੀਂ ਹੁੰਦਾ, ਉਹਦੀ ਹਰ ਪ੍ਰਕਾਰ ਦੀ ਮੁੱਢਲੀ ਤਸੱਲੀ, ਖੁਸ਼ੀ ਅਤੇ ਸਿਖਲਾਈ ਦਾ ਕੇਂਦਰ ਵੀ ਹੁੰਦਾ ਹੈ। ਕਿਸੇ ਦੇਸ਼ ਦੇ ਘਰਾਂ ਤੋਂ ਅਨੁਮਾਨ ਲਾਇਆ ਜਾ ਸਕਦਾ ਹੈ ਕਿ ਉਸ ਦੇਸ਼ ਦੀ ਸੋਚ ਕਿਹੋ ਜਿਹੀ ਹੈ, ਉਸ ਦੇਸ਼ ਦੇ ਉਦੇਸ਼ ਕੀ ਹੋ ਸਕਦੇ ਹਨ। ਨਿੱਕੇ ਨਿੱਕੇ ਘਰ ਕਿਸੇ ਕੌਮ ਦੇ ਛੋਟੇ ਛੋਟੇ ਕਿਲੇ ਹੁੰਦੇ ਹਨ। ਜਦੋਂ ਅਸੀਂ ਘਰੋਂ ਬਾਹਰ ਜਾਂਦੇ ਹਾਂ ਤਾਂ ਸਾਡਾ ਸਰੀਰ ਹੀ ਬਾਹਰ ਜਾਂਦਾ ਹੈ। ਸਾਡੀ ਰੂਹ ਅਤੇ ਦਿਲ, ਸਾਡੇ ਅਰਮਾਨ ਅਤੇ ਸੁਪਨੇ ਸਾਡੇ ਘਰ ਦੇ ਨਿੱਘ 'ਚ ਪਿੱਛੇ ਰਹਿ ਜਾਂਦੇ ਹਨ। ਅਸੀਂ ਭਾਵੇਂ ਸਾਰੀ ਉਮਰ ਵਿਦੇਸ਼ਾਂ 'ਚ ਨਾ ਜਾਈਏ ਤਾਂ ਵੀ ਸਾਡਾ ਗੁਜ਼ਾਰਾ ਹੋ ਜਾਏਗਾ, ਪਰ ਵਿਦੇਸ਼ਾਂ ਵਿੱਚ ਗਏ ਲੋਕ ਘਰ ਮੁੜਨ ਲਈ ਤਾਂਘਦੇ ਰਹਿੰਦੇ ਹਨ। ਉੱਥੇ ਭਾਵੇਂ ਉਹ ਕਿੰਨੀ ਵੀ ਤਰੱਕੀ ਕਿਉਂ ਨਾ ਕਰ ਲੈਣ, ਉਹਨਾਂ ਦੇ ਦਿਲਾਂ ਦੀਆਂ ਅੱਖਾਂ ਆਪਣੇ ਵਤਨ ਵਿੱਚ ਆਪਣੇ ਘਰ ਦੀ ਤਲਾਸ਼ 'ਚ ਲੁੱਛਦੀਆਂ ਰਹਿੰਦੀਆਂ ਹਨ। ਇਹੀ ਕਾਰਨ ਹੈ ਕਿ ਸੰਸਾਰ ਦੇ ਲੋਕਾਂ ਦੀ ਬਹੁ ਗਿਣਤੀ ਆਪਣੀ ਜਨਮ ਭੂਮੀ ਦੇ ਨੇੜੇ ਤੇੜੇ ਹੀ ਰਹਿੰਦੀ ਹੈ। ਤੁਸੀਂ ਵੇਖਿਆ ਹੋਵੇਗਾ ਕਿ ਕੁਝ ਲੋਕ ਲਾਹੌਰ ਦੀਆਂ ਜਾਂ ਆਪਣੇ ਸ਼ਹਿਰ ਦੀਆਂ ਜਾਂ ਆਪਣੇ ਪਿੰਡ ਦੀਆਂ ਗੱਲਾਂ ਕਰਦੇ ਕਰਦੇ ਬੜੇ ਭਾਵੁਕ ਹੋ ਜਾਂਦੇ ਹਨ। ਇਸ ਭਾਵੁਕਤਾ ਦਾ ਡੂੰਘਾ ਮਨੋਵਿਗਿਆਨਕ ਕਾਰਨ ਹੁੰਦਾ ਹੈ। ਜਿਸ ਥਾਂ ਸਾਡੇ ਦਿਲ ਨੇ ਪਹਿਲੀ ਵਾਰ ਉਡਾਰੀ ਮਾਰੀ ਹੋਵੇ, ਜਿੱਥੇ ਸਾਡੀ ਸੂਝ ਦੀਆਂ ਅੱਖਾਂ ਖੁੱਲ੍ਹੀਆਂ ਹੋਣ, ਜਿੱਥੇ ਖੂਬਸੂਰਤੀ ਦੇ ਲਿਸ਼ਕਾਰੇ ਨਾਲ ਸਾਡੀ ਰੂਹ ਮਚਲ ਪਈ ਹੋਵੇ, ਉਹ ਥਾਂ ਸਾਡੀ ਕਲਪਨਾ ਅਤੇ ਸੋਚ ਦਾ ਆਧਾਰ ਬਣ ਜਾਂਦੀ ਹੈ ਅਤੇ ਅਸੀਂ ਮੁੜ ਘਿਰ ਕੇ ਉਸ ਥਾਂ ਵਾਪਸ ਮੁੜ ਆਉਂਦੇ ਹਾਂ। ਇਹਨਾਂ ਘੜੀਆਂ ਵਿੱਚ ਹੀ ਅਸੀਂ ਆਪਣੇ ਮਨ ਵਿੱਚ ਘਰ ਦੇ ਨਿੱਘ ਅਤੇ ਸੁੱਖ ਦਾ ਪਹਿਲਾ ਤਸੱਵਰ ਉਸਾਰਦੇ ਹਾਂ। ਘਰ ਦੇ ਅਰਥ ਪੁਰਸ਼ ਲਈ ਹੋਰ ਅਤੇ ਔਰਤ ਲਈ ਹੋਰ ਹੁੰਦੇ ਹਨ। ਹਰ ਮਨੁੱਖ ਆਪਣੇ ਸੁਪਨਿਆਂ ਵਿੱਚ ਅਨੇਕਾਂ ਵਾਰ ਆਪਣਾ ਘਰ ਉਸਾਰਦਾ ਹੈ। ਜਿੱਥੇ ਕਿਧਰੇ ਉਹਦਾ ਦਿਲ ਸੌਖ ਨਾਲ ਧੜਕਦਾ ਹੈ, ਜਿੱਥੇ ਉਹਦੇ ਕਦਮਾਂ ਵਿੱਚ ਕਾਹਲ ਨਹੀਂ ਹੁੰਦੀ, ਜਿੱਥੇ ਚਿਰ ਮਗਰੋਂ ਮੁੜਨ ਨਾਲ ਉਹਨੂੰ ਇਵੇਂ ਖੁਸ਼ੀ ਚੜ੍ਹਦੀ ਹੈ ਜਿਵੇਂ ਲਲਾਰੀ ਦੇ ਤਸਲੇ 'ਚ ਕੱਪੜੇ ਨੂੰ ਰੰਗ ਚੜ੍ਹਦਾ ਹੈ, ਉਹ ਥਾਂ ਭਾਵੇਂ ਕਿੰਨੀ ਵੀ ਉਜਾੜ ਕਿਉਂ ਨਾ ਹੋਵੇ, ਘਰ ਅਖਵਾਉਂਦੀ ਹੈ। ਜਦੋਂ ਘਰ ਦੇ ਸਾਰੇ ਜੀਅ ਘਰ ਵਿੱਚ ਹੋਣ ਤਾਂ ਮਨ ਨੂੰ ਇੱਕ ਅਕਹਿ ਜਿਹੀ ਤਸੱਲੀ ਹੁੰਦੀ ਹੈ। ਆਪਣੇ ਘਰ 'ਚ ਪਹੁੰਚ ਕੇ ਹੀ ਇਹ ਤਸੱਲੀ ਹੁੰਦੀ ਹੈ ਕਿ ਦੁਨੀਆ ਵਿੱਚ ਕੁਝ ਲੋਕ ਅਜਿਹੇ ਵੀ ਹਨ ਜੋ ਸਾਨੂੰ ਵੇਖ ਕੇ ਖੁਸ਼ ਹੁੰਦੇ ਹਨ। ਘਰ ਸਾਡੇ ਅਨੇਕਾਂ ਦੋਸ਼ਾਂ ਨੂੰ ਢੱਕਦਾ ਹੈ। ਘਰ ਇੱਕ ਬੰਦ ਮੁੱਠੀ ਵਾਂਗ ਹੁੰਦਾ ਹੈ। ਜਿਹੜੀ ਗੱਲ ਸੰਸਾਰ 'ਚ ਕਿਧਰੇ ਵੀ ਕਿਸੇ ਨਾਲ ਨਹੀਂ ਕੀਤੀ ਜਾ ਸਕਦੀ, ਉਹ ਆਪਣੇ ਘਰ 'ਚ ਬਿਨਾਂ ਕਿਸੇ ਠੱਠੇ ਮਖੌਲ ਜਾਂ ਆਲੋਚਨਾ ਦੇ ਡਰ ਤੋਂ ਸਹਿਜੇ ਕੀਤੀ ਜਾ ਸਕਦੀ ਹੈ। ਕਹਿੰਦੇ ਹਨ ਕਿ ਮਨੁੱਖ ਪੂਰਨ ਭਾਂਤ ਦੋ ਥਾਵਾਂ 'ਤੇ ਆਜ਼ਾਦ ਹੁੰਦਾ ਹੈ, ਗੁਸਲਖਾਨੇ ਵਿੱਚ ਅਤੇ ਆਪਣੇ ਬੱਚਿਆਂ ਕੋਲ, ਅਤੇ ਇਹ ਦੋਵੇਂ ਅਵਸਥਾਵਾਂ ਘਰ ਵਿੱਚ ਹੀ ਸੰਭਵ ਹੁੰਦੀਆਂ ਹਨ। ਕਿਸੇ ਹੋਰ ਦੇ ਘਰ ਸਾਡੇ ਰਹਿਣ ਟਿਕਣ ਦੀਆਂ ਕਿੰਨੀਆਂ ਵੀ ਸਹੂਲਤਾਂ ਕਿਉਂ ਨਾ ਹੋਣ, ਅਸੀਂ ਉਖੜੇ ਉਖੜੇ ਅਨੁਭਵ ਕਰਦੇ ਹਾਂ। ਆਪਣੇ ਘਰ 'ਚ ਆਉਣ ਵਾਲੀ ਨੀਂਦਰ ਦਾ ਸੁਆਦ ਹੀ ਕੁਝ ਹੋਰ ਹੁੰਦਾ ਹੈ। ਪੂਰਨ ਆਰਾਮ ਆਪਣੇ ਘਰ ਵਿੱਚ ਹੀ ਸੰਭਵ ਹੁੰਦਾ ਹੈ। ਬਿਮਾਰ ਨੂੰ ਅਰੋਗ ਹੋਣ ਲਈ ਜਿਸ ਆਰਾਮ ਦੀ ਲੋੜ ਹੁੰਦੀ ਹੈ, ਉਹਨੂੰ ਆਪਣੇ ਘਰ ਵਿੱਚ ਹੀ ਮਿਲ ਸਕਦਾ ਹੈ। ਕਦੀ ਵੀ ਕਿਸੇ ਨੂੰ ਆਪਣੇ ਘਰ ਜਲਦੀ ਮੁੜਨ ਦਾ ਪਛਤਾਵਾ ਨਹੀਂ ਹੁੰਦਾ। ਜਿਸ ਸੌਖ ਨਾਲ ਅਸੀਂ ਆਪਣੇ ਘਰ 'ਚ ਘੁੰਮਦੇ ਫਿਰਦੇ ਹਾਂ, ਉਹ ਸੌਖ ਹੋਰ ਕਿਧਰੇ ਨਹੀਂ ਮਿਲਦੀ। ਸਾਡਾ ਢਿੱਡ ਅਤੇ ਸਾਡੀ ਅੱਖ ਘਰ ਵਿੱਚ ਹੀ ਰੱਜਦੀ ਹੈ। ਘਰ 'ਚ ਜਦੋਂ ਬੱਚੇ ਆਪਣੇ ਪਿਤਾ ਦਾ ਮਨ ਨਸ਼ਿਆ ਰਹੇ ਹੋਣ ਤਾਂ ਮਾਂ ਆਪਣੇ ਪਤੀ ਦੇ ਮਨ ਦੀ ਹਾਲਤ ਜਾਣ ਜਾਂਦੀ ਹੈ। ਘਰ ਉਸ ਥਾਂ ਨੂੰ ਕਹਿੰਦੇ ਹਨ ਜਿੱਥੇ ਮਾਂ ਬੱਚਿਆਂ ਲਈ ਕੁਝ ਬਣਾਉਂਦੀ ਪਕਾਉਂਦੀ ਹੀ ਰਹਿੰਦੀ ਹੈ, ਜਿੱਥੇ ਪਿਓ ਬੱਚਿਆਂ ਦੀ ਸਵਾਰੀ ਲਈ ਘੋੜਾ ਬਣਦਾ ਹੈ ਅਤੇ ਜਿੱਥੇ ਬੱਚੇ ਆਪਣੇ ਮਾਪਿਆਂ 'ਤੇ ਖਿੜਖਿੜਾ ਕੇ ਹੱਸ ਸਕਦੇ ਹਨ। ਮਜ਼ਦੂਰ ਮਿਸਤਰੀ ਮਾਲਕ ਲਈ ਮਕਾਨ ਉਸਾਰਦੇ ਹਨ,
ਪਰ ਉਹਨੂੰ ਘਰ ਵਿੱਚ ਬਦਲਣ ਦਾ ਕ੍ਰਿਸ਼ਮਾ ਔਰਤ ਕਰ ਵਿਖਾਉਂਦੀ ਹੈ। ਕਹਿੰਦੇ ਹਨ, ਜਦੋਂ ਤੁਸੀਂ ਬਹੁਤ ਖੁਸ਼ ਹੋਵੋ ਜਾਂ ਬਹੁਤ ਉਦਾਸ ਹੋਵੋ ਤਾਂ ਘਰ ਵਿੱਚ ਹੀ ਰਹੋ, ਅਤੇ ਕੋਈ ਵੱਡਾ ਜਾਂ ਮਹਿੰਗਾ ਫੈਸਲਾ ਕਰਨਾ ਹੋਵੇ ਤਾਂ ਉਸ ਬਾਰੇ ਸੋਚਣ ਦਾ ਕਾਰਜ ਆਪਣੇ ਘਰ ਵਿੱਚ ਹੀ ਕਰੋ। ਦੇਸ਼ ਪਿਆਰ ਵੀ ਘਰ ਦੇ ਪਿਆਰ ਤੋਂ ਹੀ ਸ਼ੁਰੂ ਹੁੰਦਾ ਹੈ। ਜਿਹਦਾ ਆਪਣੇ ਘਰ ਵਿੱਚ ਦਿਲ ਨਹੀਂ ਲੱਗਦਾ, ਉਹ ਸਭ ਥਾਂ ਸ਼ਰਨਾਰਥੀਆਂ ਵਾਂਗ ਹੀ ਵਿਚਰੇਗਾ। ਜੇ ਕਿਸੇ ਨੂੰ ਪੜ੍ਹਨ ਲਿਖਣ ਦਾ ਸ਼ੌਕ ਹੋਵੇ ਤਾਂ ਛੁੱਟੀਆਂ ਗੁਜ਼ਾਰਨ ਲਈ ਘਰ ਤੋਂ ਵਧੀਆ ਹੋਰ ਕੋਈ ਥਾਂ ਹੋ ਹੀ ਨਹੀਂ ਸਕਦੀ। ਜਿਨ੍ਹਾਂ ਲੋਕਾਂ ਨੇ ਸੰਸਾਰ ਵਾਸਤੇ ਕੁਝ ਕੀਤਾ ਹੈ, ਉਹ ਬਹੁਤਾ ਚਿਰ ਆਪਣੇ ਘਰਾਂ ਵਿੱਚ ਹੀ ਕਾਰਜਸ਼ੀਲ ਰਹੇ ਹਨ। ਜਿਨ੍ਹਾਂ ਨੇ ਦੁਨੀਆ ਗਾਈ ਹੈ, ਉਹਨਾਂ ਨੇ ਵੀ ਸਿਫਤ ਘਰ ਦੀ ਹੀ ਕੀਤੀ ਹੈ। ਅਖਾਣ ਹੈ, ਜੋ ਸੁਖ ਛੱਜੂ ਦੇ ਚੁਬਾਰੇ, ਉਹਨਾਂ ਬਲਖ ਨਾ ਬੁਖਾਰੇ। ਘਰ ਇੱਕ ਥਾਂ ਮਾਤਰ ਹੀ ਹੁੰਦਾ, ਪਰ ਇਸ ਜਿਹੀ ਹੋਰ ਕੋਈ ਥਾਂ ਨਹੀਂ ਹੁੰਦੀ। ਲੇਖਕ, ਕਵੀ, ਸੰਗੀਤਕਾਰ ਅਤੇ ਚਿੱਤਰਕਾਰ ਆਦਿ ਬਹੁਤਾ ਸਮਾਂ ਆਪਣੇ ਘਰ ਵਿੱਚ ਹੀ ਗੁਜ਼ਾਰਦੇ ਹਨ। ਉਹ ਲੋਕ ਖੁਸ਼ਕਿਸਮਤ ਹਨ ਜਿਨ੍ਹਾਂ ਨੂੰ ਆਪਣੇ ਘਰ ਨਾਲ ਪਿਆਰ ਹੈ ਅਤੇ ਉਹਨੂੰ ਹੋਰ ਸੋਹਣਾ ਬਣਾਉਣ ਲਈ ਉਹ ਤਤਪਰ ਰਹਿੰਦੇ ਹਨ। ਹੋਟਲਾਂ ਜਾਂ ਹੋਸਟਲਾਂ ਵਿੱਚ ਭਾਵੇਂ ਸੰਸਾਰ ਭਰ ਦੇ ਸੁੱਖ ਕਿਉਂ ਨਾ ਇਕੱਠੇ ਕਰ ਦਿੱਤੇ ਜਾਣ, ਉਹ ਘਰ ਦਾ ਬਦਲ ਨਹੀਂ ਹੋ ਸਕਦੇ। ਅਸੀਂ ਬਾਹਰ ਸਮੱਸਿਆਵਾਂ, ਪਰੇਸ਼ਾਨੀਆਂ ਅਤੇ ਬਿਮਾਰੀਆਂ ਸਹੇੜਦੇ ਹਾਂ ਅਤੇ ਘਰ ਵਿੱਚ ਇਹਨਾਂ ਤੋਂ ਛੁਟਕਾਰਾ ਪਾਉਂਦੇ ਹਾਂ। ਕਿਸੇ ਵਿਅਕਤੀ ਨੇ ਅਜੇ ਤੱਕ ਇਹ ਨਹੀਂ ਕਿਹਾ ਕਿ ਉਹ ਆਪਣੇ ਘਰ ਵਿੱਚ ਰਹਿਣ ਤੋਂ ਅੱਕ ਗਿਆ ਹੈ। ਅੱਕਦੇ ਅਸੀਂ ਕਿਸੇ ਵਿਅਕਤੀ ਤੋਂ ਹਾਂ, ਆਪਣੇ ਘਰ ਤੋਂ ਨਹੀਂ। ਕਦੇ ਕਿਸੇ ਨੇ ਨਵੀਂ ਥਾਂ ਦੀ ਖਿੱਚ ਕਾਰਨ ਖਿੜੇ ਮੱਥੇ ਆਪਣਾ ਵਰਤਮਾਨ ਘਰ ਨਹੀਂ ਤਿਆਗਿਆ। ਰੋਜ਼ਗਾਰ ਦੀਆਂ ਮਜਬੂਰੀਆਂ ਭਾਵੇਂ ਸਾਨੂੰ ਘਰ ਛੱਡਣ ਲਈ ਬੇਵੱਸ ਕਰ ਦੇਣ, ਪਰ ਘਰ ਮੁੜਨ ਦਾ ਕੋਈ ਅਵਸਰ ਅਸੀਂ ਖੁੰਝਾਉਂਦੇ ਨਹੀਂ। ਤਰਕ ਦੇ ਆਧਾਰ 'ਤੇ ਘਰ ਸੰਬੰਧੀ ਚਰਚਾ ਨਹੀਂ ਕੀਤੀ ਜਾ ਸਕਦੀ। ਘਰ ਸੰਬੰਧੀ ਗੱਲ ਕਰਦਿਆਂ ਸਾਡਾ ਭਾਵੁਕ ਹੋ ਜਾਣਾ ਸੁਭਾਵਿਕ ਹੁੰਦਾ ਹੈ। ਘਰ ਦੀ ਨਾ ਤਾਂ ਪਰਿਭਾਸ਼ਾ ਸੰਭਵ ਹੈ ਅਤੇ ਨਾ ਹੀ ਇਹਦੀ ਵਿਆਖਿਆ ਕੀਤੀ ਜਾ ਸਕਦੀ ਹੈ, ਕਿਉਂਕਿ ਮਹਿਸੂਸ ਕਰਨ ਵਾਲਾ ਸੰਕਲਪ ਹੈ। ਘਰ ਦਾ ਮਹੱਤਵ ਘਰੋਂ ਦੂਰ ਜਾਣ ਉੱਤੇ ਹੀ ਪਤਾ ਲੱਗਦਾ ਹੈ। ਮਨੁੱਖ ਦੀ ਕਿਸਮਤ ਦਾ ਸੰਕਲਪ ਵੀ ਜਨਮ ਲੈਣ ਵਾਲੇ ਉਹਦੇ ਆਪਣੇ ਘਰ ਦੇ ਸੰਦਰਭ ਵਿੱਚ ਹੀ ਹੁੰਦਾ ਹੈ। ਸਾਡੀਆਂ ਆਦਤਾਂ ਅਤੇ ਪਿਆਰ ਸਾਡੇ ਘਰਾਂ ਵਿੱਚ ਹੀ ਪਲਦੇ ਹਨ ਅਤੇ ਇਹਨਾਂ ਰਾਹੀਂ ਹੀ ਸਾਡੀ ਸ਼ਖਸੀਅਤ ਨੂੰ ਗੋਲਾਈ ਮਿਲਦੀ ਹੈ। ਅਸੀਂ ਕਿਧਰੇ ਵੀ ਹੋਈਏ, ਸੁੱਤੇ ਸਿੱਧ ਆਪਣੇ ਘਰ ਵੱਲ ਵਹਿ ਤੁਰਦੇ ਹਾਂ, ਜਿਵੇਂ ਪਾਣੀ ਨਿਵਾਨ ਵੱਲ ਵਹਿ ਪੈਂਦਾ ਹੈ। ਕਿਸੇ ਘਰ ਨੂੰ ਘਰ ਬਣਾਉਣ ਵਿੱਚ ਬੱਚਿਆਂ ਅਤੇ ਬੁੱਢਿਆਂ ਦਾ ਵਡਮੁੱਲਾ ਹੱਥ ਹੁੰਦਾ ਹੈ। ਬੱਚਿਆਂ ਬਿਨਾਂ ਘਰ ਫੌਜੀਆਂ ਦੀ ਛਾਉਣੀ ਪ੍ਰਤੀਤ ਹੁੰਦਾ ਹੈ, ਸਾਫ਼-ਸਾਫ਼ ਪਰ ਓਪਰਾ-ਓਪਰਾ ਅਤੇ ਰੁੱਖਾ-ਰੁੱਖਾ। ਦੇਸ਼ ਨਿਕਾਲੇ ਦੇ ਅਰਥ ਅਸਲ 'ਚ ਕਿਸੇ ਵਿਅਕਤੀ ਨੂੰ ਆਪਣੇ ਘਰ ਨਾਲੋਂ ਤੋੜਨਾ ਵਿਛੋੜਨਾ ਹੁੰਦੇ ਹਨ। ਘਰ ਦੀ ਖਿੱਚ ਸਾਨੂੰ ਅਨੇਕਾਂ ਤੰਗੀਆਂ, ਮਜਬੂਰੀਆਂ, ਮਾਯੂਸੀਆਂ ਅਤੇ ਗਰੀਬੀਆਂ ਨੂੰ ਬਰਦਾਸ਼ਤ ਕਰਨ ਦਾ ਸਿਦਕ ਅਤੇ ਸਿਰੜ ਪ੍ਰਦਾਨ ਕਰਦੀ ਹੈ। ਮਾਰੂਥਲਾਂ ਵਿੱਚ, ਪਹਾੜੀ ਖੁੰਦਰਾਂ ਵਿੱਚ, ਉਜਾੜ ਬੀਆਬਾਨਾਂ ਵਿੱਚ ਵੀ ਘਰ ਦੀ ਖਿੱਚ ਲੋਕਾਂ ਨੂੰ ਅਕਹਿ ਅਤੇ ਅਸਹਿ ਮੁਸ਼ਕਿਲਾਂ ਦੇ ਬਾਵਜੂਦ ਘਰ ਨਾਲ ਜੋੜੀ ਰੱਖਦੀ ਹੈ। ਜਵਾਲਾਮੁਖੀਆਂ ਕੋਲ, ਹੜ੍ਹਾਂ ਨਾਲ ਉਛਲ ਪੈਂਦੇ ਦਰਿਆਵਾਂ ਕੋਲ ਵੀ ਲੋਕ ਕਿਉਂ ਵਸਦੇ ਹਨ? ਸਪਸ਼ਟ ਹੈ ਕਿ ਅਜਿਹੇ ਲੋਕਾਂ ਨੂੰ ਆਪਣੇ ਘਰ ਨਾਲ ਮੁਹੱਬਤ ਹੁੰਦੀ ਹੈ ਅਤੇ ਮੁਹੱਬਤ ਖਤਰਿਆਂ ਨੂੰ ਖਤਰਾ ਨਹੀਂ ਸਮਝਦੀ। ਜਿਨ੍ਹਾਂ ਨੂੰ ਘਰ ਦੀ ਯਾਦ ਸਤਾਉਂਦੀ ਹੈ, ਉਹਨਾਂ ਨੂੰ ਹੋਰ ਕਿਸੇ ਵੀ ਚੀਜ਼ ਨਾਲ ਭਰਮਾਇਆ ਨਹੀਂ ਜਾ ਸਕਦਾ। ਆਪਣੇ ਘਰ ਤੋਂ ਦੂਰ ਰਹਿਣ ਦੀ ਮਜਬੂਰੀ ਸਾਡੀ ਜ਼ਿੰਦਗੀ ਦੀਆਂ ਅਨੇਕਾਂ ਖੁਸ਼ੀਆਂ ਨੂੰ ਚੱਟ ਜਾਂਦੀ ਹੈ। ਜਦੋਂ ਸਾਰੀ ਦੁਨੀਆ ਸਾਡੇ ਨਾਲ ਦੁਸ਼ਮਣੀ ਕਰਦੀ ਹੈ, ਉਦੋਂ ਵੀ ਘਰ ਦੀ ਦਹਿਲੀਜ਼ ਖਿੜੇ ਮੱਥੇ ਸਾਡਾ ਸਵਾਗਤ ਕਰਦੀ ਹੈ। ਘਰ ਦੇ ਅਰਥ ਇੱਕ ਕਮਰੇ ਤੋਂ ਸਾਰੀ ਦੁਨੀਆ ਤੱਕ ਹੋ ਸਕਦੇ ਹਨ, ਜਿਸ ਵਿਚਕਾਰ ਮੁਹੱਲਾ, ਗਲੀ, ਪਿੰਡ, ਸ਼ਹਿਰ, ਪ੍ਰਾਂਤ ਸਭ ਆ ਜਾਂਦੇ ਹਨ। ਜਿਉਂ-ਜਿਉਂ ਸਾਡੀ ਸੋਚਣੀ, ਕਲਪਨਾ ਅਤੇ ਸ਼ਖਸੀਅਤ 'ਚ ਵਿਕਾਸ ਹੁੰਦਾ ਹੈ, ਘਰ ਦੇ ਅਰਥਾਂ 'ਚ ਵਿਸਥਾਰ ਹੁੰਦਾ ਰਹਿੰਦਾ ਹੈ। ਕਮੀਨੇ ਵਿਅਕਤੀ ਦੀ ਇਹ ਪਹਿਚਾਣ ਹੁੰਦੀ ਹੈ ਕਿ ਉਹਦਾ ਆਪਣੇ ਘਰ ਨੂੰ ਦਿਲ ਨਹੀਂ ਕਰਦਾ, ਉਹਦਾ ਆਪਣੇ ਘਰ ਜਾਣ ਨੂੰ ਦਿਲ ਨਹੀਂ ਕਰਦਾ, ਅਤੇ ਉਹ ਜਦੋਂ ਜਾਂਦਾ ਵੀ ਹੈ ਤਾਂ ਘਰ ਵਿੱਚ ਹੀ ਮੋਰਚਾ ਲਾ ਲੈਂਦਾ ਹੈ। ਘਰ ਸੀਮਿੰਟ, ਬਜਰੀ ਅਤੇ ਸਰੀਏ ਨਾਲ ਨਹੀਂ, ਸਗੋਂ ਸਾਡੀਆਂ ਭਾਵਨਾਵਾਂ, ਰੀਝਾਂ, ਸੁਪਨਿਆਂ ਅਤੇ ਮਿਹਨਤੀ ਯਤਨਾਂ ਨਾਲ ਉਸਰਦੇ ਹਨ। ਜਿਨ੍ਹਾਂ ਲੋਕਾਂ ਨੂੰ ਕੁਝ ਸਮੇਂ ਮਗਰੋਂ ਮਕਾਨ ਬਦਲਣ ਦੀ ਆਦਤ ਹੁੰਦੀ ਹੈ, ਉਹ ਘਰ ਦੇ ਅਨੁਭਵ ਤੋਂ ਕੋਰੇ ਰਹਿੰਦੇ ਹਨ ਅਤੇ ਉਹਨਾਂ ਦੀ ਸ਼ਖਸੀਅਤ ਵਿੱਚ ਬੇਚੈਨੀ ਪਸਰੀ ਹੁੰਦੀ ਹੈ। ਘਰ ਉਸ ਆਲੇ ਦੁਆਲੇ ਵਾਲੀ ਚਾਰ ਦੀਵਾਰੀ ਅਤੇ ਉਸ ਸਥਾਨ ਨੂੰ ਕਹਿੰਦੇ ਹਨ ਜਿਸ ਨਾਲ ਅਸੀਂ ਇੱਕ ਸੁਰ ਹੋ ਸਕੀਏ। ਟੱਪਰੀ ਵਾਸਾਂ ਲਈ ਉਹਨਾਂ ਦਾ ਰਾਹ ਹੀ ਉਹਨਾਂ ਦਾ ਘਰ ਹੁੰਦਾ ਹੈ।
ਉਮਰ ਕੈਦ ਭੁਗਤਣ ਵਾਲੇ ਕੈਦੀ ਨੂੰ ਜੇਲ੍ਹ ਹੀ ਆਪਣਾ ਘਰ ਪ੍ਰਤੀਤ ਹੁੰਦੀ ਹੈ। ਜਲਾਵਤਨ ਹੋਏ ਵਿਅਕਤੀ ਜਾਂ ਸ਼ਰਨਾਰਥੀ ਆਨੇ ਬਹਾਨੇ ਆਪਣੇ ਘਰ ਮੁੜਨ ਦਾ ਉਪਰਾਲਾ ਕਰ ਹੀ ਲੈਂਦੇ ਹਨ। ਜਦੋਂ ਅਸੀਂ ਮੈਂ, ਮੇਰਾ, ਸਾਡਾ ਆਦਿ ਦਾ ਉਚਾਰਨ ਕਰਦੇ ਹਾਂ ਤਾਂ ਇੱਕ ਪ੍ਰਕਾਰ ਨਾਲ ਅਸੀਂ ਆਪਣੇ ਘਰ ਦੀ ਵਿਆਖਿਆ ਹੀ ਕਰ ਰਹੇ ਹੁੰਦੇ ਹਾਂ। ਕਈ ਲੋਕ ਘਰ ਮੁੜਨ ਦੀ ਗੱਲ ਕਰਦੇ ਹਨ, ਜਦੋਂ ਕਿ ਅਸਲੀਅਤ ਇਹ ਹੁੰਦੀ ਹੈ ਕਿ ਉਹ ਘਰੋਂ ਟੁਰੇ ਹੀ ਨਹੀਂ ਹੁੰਦੇ। ਘਰ ਉਸ ਥਾਂ ਨੂੰ ਕਹਿੰਦੇ ਹਨ ਜਿੱਥੇ ਜੋ ਵੀ ਕੋਈ ਆਉਂਦਾ ਹੈ ਉਹਨੂੰ ਸਨਮਾਨ ਅਤੇ ਕੁਝ ਨਾ ਕੁਝ ਖਾਣ ਪੀਣ ਲਈ ਪ੍ਰਾਪਤ ਹੁੰਦਾ ਹੈ। ਮਕਾਨ ਉਸ ਥਾਂ ਨੂੰ ਕਹਿੰਦੇ ਹਨ ਜਿੱਥੇ ਹਰ ਕਿਸੇ ਦਾ ਕੁਝ ਨਾ ਕੁਝ ਗੁਆਚ ਜਾਂਦਾ ਹੈ। ਤੁਸੀਂ ਆਪ ਸੋਚੋ, ਤੁਸੀਂ ਮਕਾਨ 'ਚ ਰਹਿੰਦੇ ਹੋ ਕਿ ਘਰ ਵਿੱਚ? ਧੰਨਵਾਦ। ਡਾਕਟਰ ਨਰਿੰਦਰ ਕਪੂਰ ਦੀ ਪੁਸਤਕ ਆਮੋ ਸਾਹਮਣੇ ਦਾ ਅਗਲਾ ਲੇਖ, ਸਾਡੀ ਸਲਾਮ ਕਬੂਲ ਕਰਨਾ। ਉਹ ਮੇਰੇ ਨਾਲ ਇੰਨਾ ਰੁੱਸਿਆ ਹੋਇਆ, ਗੁੱਸੇ ਤੇ ਨਾਰਾਜ਼ ਹੈ ਕਿ ਉਹ ਮੇਰੀ ਸਲਾਮ ਦਾ ਵੀ ਜਵਾਬ ਨਹੀਂ ਦਿੰਦਾ। ਉਹ ਮੈਨੂੰ ਬਾਜ਼ਾਰ 'ਚ ਅਚਾਨਕ ਮਿਲ ਪਿਆ, ਪਰ ਜਾਣ ਕੇ ਮੂੰਹ ਭਵਾ ਕੇ ਲੰਘ ਗਿਆ ਸੀ। ਪਰਸੋਂ ਅਸੀਂ ਉਹਦੇ ਘਰ ਵੀ ਗਏ ਸਾਂ, ਪਰ ਉਹਨੇ ਤਾਂ ਸਾਨੂੰ ਬੂਹੇ ਤੋਂ ਹੀ ਮੋੜ ਦਿੱਤਾ। ਮੈਂ ਉਹਨੂੰ ਮਿਲਿਆ ਸਾਂ, ਪਰ ਉਹਨੇ ਸਿੱਧੇ ਮੂੰਹ ਮੇਰੇ ਨਾਲ ਗੱਲ ਵੀ ਨਹੀਂ ਕੀਤੀ। ਉਹ ਸ਼ਹਿਰ ਆਇਆ ਸੀ, ਪਰ ਮੈਨੂੰ ਮਿਲੇ ਬਿਨਾਂ ਹੀ ਵਾਪਸ ਚਲਾ ਗਿਆ। ਹੁਣ ਤਾਂ ਮੇਰੀ ਚਿੱਠੀ ਦਾ ਜਵਾਬ ਵੀ ਨਹੀਂ ਦਿੰਦੀ। ਅਸੀਂ ਉਚੇਚਾ ਉਹਦੇ ਪਿੰਡ ਗਏ ਸਾਂ, ਪਰ ਉਹਨੇ ਸਾਨੂੰ ਪਾਣੀ ਵੀ ਨਾ ਪੁੱਛਿਆ। ਉਪਰੋਕਤ ਵਾਕ ਉਦੋਂ ਜਨਮ ਲੈਂਦੇ ਹਨ ਜਦੋਂ ਸਾਡੀ ਕਿਸੇ ਨਾਲ ਦੁਆ ਸਲਾਮ ਟੁੱਟ ਜਾਏ। ਜਿੰਨੇ ਵਧੇਰੇ ਲੋਕਾਂ ਨਾਲ ਸਾਡੀ ਦੁਆ ਸਲਾਮ ਹੁੰਦੀ ਹੈ, ਓਨਾ ਹੀ ਸਾਨੂੰ ਜੀਵਨ ਦਾ ਵਧੇਰੇ ਰੱਜ ਹੁੰਦਾ ਹੈ। ਕਿਸੇ ਨੂੰ ਅੱਗੋਂ ਮਿਲਣਾ, ਚਰਨ ਬੰਦਨਾ ਕਰਨੀ, ਜੀ ਆਇਆਂ ਨੂੰ ਕਹਿਣਾ, ਨਮਸਕਾਰ ਕਰਨੀ, ਆਦਾਬ ਜਾਂ ਪ੍ਰਣਾਮ ਕਰਨਾ, ਸਤਿ ਸ਼੍ਰੀ ਅਕਾਲ ਕਹਿਣੀ, ਮੱਥਾ ਟੇਕਣਾ, ਹੱਥ ਮਿਲਾਉਣਾ, ਸਲੂਟ ਮਾਰਨਾ, ਸਲਾਮੀ ਦੇਣੀ, ਉੱਠ ਕੇ ਖਲੋ ਜਾਣਾ ਆਦਿ ਸੁਆਗਤੀ ਵਰਤਾਰੇ ਹਨ। ਜਿਵੇਂ ਹਰ ਸਮਾਜ ਵਿੱਚ ਚੀਕ ਚਿਹਾੜੇ ਦਾ ਢੰਗ ਤੇ ਅਰਥ ਵੱਖਰੇ ਵੱਖਰੇ ਹਨ, ਉਵੇਂ ਹਰ ਸਮਾਜ ਵਿੱਚ ਖੁਸ਼ੀ ਤੇ ਸਵਾਗਤ ਦੇ ਪ੍ਰਗਟਾਵੇ ਤੇ ਮਹੱਤਵ ਵੱਖਰੇ ਵੱਖਰੇ ਹੁੰਦੇ ਹਨ ਤੇ ਇਹਨਾਂ ਦਾ ਸਵਾਦ ਤੇ ਤਸੀਰ ਵੀ ਵੱਖਰੀ ਵੱਖਰੀ ਹੁੰਦੀ ਹੈ। ਮਨੁੱਖੀ ਵਿਹਾਰ ਨੂੰ ਜੇ ਦੋ ਵੰਨਗੀਆਂ 'ਚ ਵੰਡਿਆ ਜਾਵੇ ਤਾਂ ਇੱਕ ਵਿਹਾਰ ਉਹ ਹੈ ਜਿਹੜਾ ਸਾਨੂੰ ਸੁਤੇ ਸਿੱਧ ਪ੍ਰਾਪਤ ਹੁੰਦਾ ਹੈ। ਮੁਸਕਰਾਉਣਾ ਤੇ ਤਿਉੜੀ ਪਾਉਣਾ, ਰੋਣਾ ਤੇ ਹਾਲ ਦੁਹਾਈ ਮਚਾਉਣੀ, ਗੁੱਸੇ 'ਚ ਜ਼ਮੀਨ 'ਤੇ ਪੈਰ ਪਟਕਾਉਣੇ, ਕ੍ਰੋਧ 'ਚ ਦੰਦਾਂ ਨੂੰ ਨੰਗਿਆ ਕਰਨਾ ਆਦਿ ਜਿਹੇ ਵਿਹਾਰ ਹਨ ਜਿਹੜੇ ਸਾਰੀ ਮਾਨਵ ਜਾਤੀ ਦੇ ਸਾਂਝੇ ਵਰਤਾਰੇ ਹਨ। ਪਰ ਵਰਤਾਰਿਆਂ ਦੀ ਦੂਜੀ ਤੇ ਵਿਸ਼ਾਲ ਵੰਨਗੀ 'ਚ ਉਹ ਸਾਰੇ ਵਿਹਾਰ ਆ ਜਾਂਦੇ ਹਨ ਜਿਹੜੇ ਸਾਨੂੰ ਸਮਾਜ ਤੋਂ ਪ੍ਰਾਪਤ ਹੁੰਦੇ ਹਨ ਜਾਂ ਅਸੀਂ ਸਮਾਜ ਤੋਂ ਸਿੱਖੇ ਹੋਏ ਹੁੰਦੇ ਹਨ। ਲੜ ਪੈਣਾ ਇੱਕ ਸੁੱਤੇ ਸਿੱਧ ਪ੍ਰਾਪਤ ਹੋਇਆ ਵਰਤਾਰਾ ਹੈ, ਪਰ ਮਿਲਵਰਤਨ ਤੇ ਮਦਦ ਕਰਨੀ ਸਾਨੂੰ ਸਮਾਜ ਨੇ ਸਿਖਾਈ ਹੈ। ਜੇ ਸ਼ਿਕਾਰ ਯੁੱਗ 'ਚ ਮਨੁੱਖ ਮਿਲਵਰਤਨ ਨਾ ਕਰਦਾ ਤਾਂ ਉਸ ਨਾਲੋਂ ਕਈ ਗੁਣਾ ਵੱਧ ਸ਼ਕਤੀਸ਼ਾਲੀ ਜਾਨਵਰਾਂ ਨੇ ਉਹਦਾ ਨਾਮ ਨਿਸ਼ਾਨ ਹੀ ਮਿਟਾ ਦੇਣਾ ਸੀ। ਲੜ ਪੈਣ ਦੀ ਪ੍ਰਵਿਰਤੀ ਨੂੰ ਹੀ ਨੇਮਬੱਧ ਕਰਕੇ ਫੌਜ ਦਾ ਨਿਰਮਾਣ ਕੀਤਾ ਜਾਂਦਾ ਹੈ। ਹੱਥ ਮਿਲਾਉਣਾ, ਮੱਥਾ ਟੇਕਣਾ ਜਾਂ ਹੱਥ ਜੋੜ ਕੇ ਨਮਸਕਾਰ ਕਰਨਾ ਸਮਾਜ ਦੇ ਸਿਖਾਏ ਹੋਏ ਵਰਤਾਰੇ ਹਨ। ਇਹਨਾਂ ਵਰਤਾਰਿਆਂ ਨੇ ਮਾਨਵੀ ਰਿਸ਼ਤਿਆਂ ਨੂੰ ਕੂਲਾ ਬਣਾਉਣ ਵਿੱਚ ਮਹੱਤਵਪੂਰਨ ਰੋਲ ਨਿਭਾਇਆ ਹੈ। ਸਵਾਗਤੀ ਜਾਂ ਸੰਬੋਧਨੀ ਸ਼ਬਦਾਂ, ਸੰਕੇਤਾਂ ਅਤੇ ਵਿਹਾਰਾਂ ਨਾਲ ਮਿਲਣ ਵਾਲੀ ਧਿਰ ਨੂੰ ਸਲਾਹਿਆ ਜਾਂਦਾ ਹੈ। ਅਰਥਾਤ ਜਦੋਂ ਦੋ ਵਿਅਕਤੀ ਮਿਲਦੇ ਹਨ ਤਾਂ ਮਿਲਣੀ ਦੀ ਰਸਮ ਨਿਭਾਉਂਦੇ ਹਨ ਅਤੇ ਇਹ ਰਸਮ ਸਫਲਤਾਪੂਰਵਕ ਨਿਭਾਉਣ ਉਪਰੰਤ ਹੀ ਉਹਨਾਂ ਵਿਚਕਾਰ ਕਾਰ ਵਿਹਾਰ ਦੀ ਗੱਲ ਸੰਭਵ ਹੁੰਦੀ ਹੈ। ਸਵਾਗਤੀ ਸ਼ਬਦਾਂ ਜਾਂ ਸੰਕੇਤਾਂ ਨਾਲ ਅਸੀਂ ਦੂਜੀ ਧਿਰ ਨੂੰ ਵਿਸ਼ਵਾਸ ਦਿਵਾਉਂਦੇ ਹਾਂ ਕਿ ਅਸੀਂ ਤੁਹਾਡੀ ਭਲਾਈ ਦੀ ਕਾਮਨਾ ਕਰਦੇ ਹਾਂ, ਅਰਥਾਤ ਸਾਡੇ ਮਨ ਵਿੱਚ ਤੁਹਾਡੇ ਪ੍ਰਤੀ ਕੋਈ ਮੰਦ ਭਾਵਨਾ ਨਹੀਂ ਹੈ। ਦੂਜੀ ਧਿਰ ਵੀ ਸਾਨੂੰ ਅਜਿਹਾ ਹੀ ਵਿਸ਼ਵਾਸ ਦਿਵਾਉਂਦੀ ਹੈ ਤੇ ਗੱਲਬਾਤ ਅੱਗੇ ਚੱਲਦੀ ਹੈ। ਇਹ ਆਦਾਨ ਪ੍ਰਦਾਨ ਓਨਾ ਸਰਲ ਤੇ ਸਧਾਰਨ ਨਹੀਂ ਜਿੰਨਾ ਇਹ ਪ੍ਰਤੀਤ ਹੁੰਦਾ ਹੈ। ਜਦੋਂ ਅਸੀਂ ਹੱਥ ਜੋੜ ਕੇ ਕਿਸੇ ਨੂੰ ਪ੍ਰਣਾਮ ਜਾਂ ਨਮਸਕਾਰ ਜਾਂ ਸਤਿ ਸ਼੍ਰੀ ਅਕਾਲ ਕਹਿੰਦੇ ਹਾਂ ਤਾਂ ਅਸੀਂ ਖਾਲੀ ਹੱਥਾਂ ਰਾਹੀਂ ਵਿਖਾ ਦਿੰਦੇ ਹਾਂ ਕਿ ਸਾਡੇ ਕੋਲ ਕੋਈ ਹਥਿਆਰ ਨਹੀਂ, ਅਸੀਂ ਹਮਲਾ ਨਹੀਂ ਕਰਾਂਗੇ, ਅਸੀਂ ਖਾਲੀ ਹੱਥ ਆਏ ਹਾਂ। ਤੁਹਾਡੇ ਲਈ ਸ਼ੁਭ ਭਾਵਨਾ ਸਾਡੇ ਮਨ ਵਿੱਚ ਹੀ ਨਹੀਂ, ਸਗੋਂ ਸਾਡੇ ਹੱਥਾਂ ਦੀ ਗਵਾਹੀ ਵੀ ਹਾਜ਼ਰ ਹੈ। ਨਾਲ ਹੀ ਅਸੀਂ ਸੰਕੇਤ ਦਿੰਦੇ ਹਾਂ ਕਿ ਅਸੀਂ ਤੁਹਾਡੀ ਜੂਹ 'ਚ ਆਏ ਹਾਂ, ਤੁਹਾਡੇ ਰਾਜ ਵਿੱਚ ਅਸੀਂ ਨਿਰਥੇ ਹਾਂ। ਤੁਸੀਂ ਚਾਹੋ ਤਾਂ ਸਾਨੂੰ ਮੌਤ ਦੇ ਘਾਟ ਉਤਾਰ ਸਕਦੇ ਹੋ। ਅਸੀਂ ਹੁਣ ਆ ਹੀ ਗਏ ਹਾਂ, ਤੁਹਾਡੀ ਮਰਜ਼ੀ ਹੈ, ਸਾਨੂੰ ਮਾਰੋ, ਤੁਹਾਡੀ ਮਰਜ਼ੀ ਹੈ, ਸਾਨੂੰ ਰੱਖੋ। ਇਹ ਸਾਰਾ ਵਿਹਾਰ ਬੜੀ ਹਲੀਮੀ ਤੇ ਨਿਮਰਤਾ ਨਾਲ ਨਿਭਾਇਆ ਜਾਂਦਾ ਹੈ।
ਦੂਜੀ ਧਿਰ ਅੱਗੇ ਵੱਧ ਕੇ ਸਾਡੇ ਹੱਥਾਂ ਨੂੰ ਫੜ ਲੈਂਦੀ ਹੈ, ਘੁੱਟ ਲੈਂਦੀ ਹੈ, ਨਿੱਘ ਦਿੰਦੀ ਹੈ ਅਤੇ ਕਹਿੰਦੀ ਪ੍ਰਤੀਤ ਹੁੰਦੀ ਹੈ, ਅਸੀਂ ਆਪ ਕੁਰਬਾਨ ਹੋ ਜਾਵਾਂਗੇ। ਤੁਸੀਂ ਸਾਡੀ ਤਾਕਤ ਹੋ। ਅਸੀਂ ਹੁਣ 2-2 ਬਾਹਾਂ ਵਾਲੇ ਨਹੀਂ, 4-4 ਬਾਹਾਂ ਵਾਲੇ ਹਾਂ। ਤੁਹਾਡੇ ਮਿਲਣ ਜਾਂ ਆਉਣ ਨਾਲ ਅਸੀਂ ਤਕੜੇ ਹੋ ਗਏ ਹਾਂ। ਆਓ ਇਸ ਸੰਧੀ ਜਾਂ ਸਮਝੌਤੇ ਦਾ ਜਸ਼ਨ ਮਨਾਈਏ ਅਤੇ ਕੁਝ ਖਾ ਪੀ ਕੇ ਇਸ ਰਿਸ਼ਤੇ ਨੂੰ ਨਿੱਘਾ ਅਤੇ ਮਿੱਠਾ ਕਰੀਏ। ਜਦੋਂ ਅਸੀਂ ਮੱਥਾ ਟੇਕਦੇ ਹਾਂ ਤਾਂ ਜਿਸ ਸਾਹਮਣੇ ਮੱਥਾ ਟੇਕਿਆ ਜਾਂਦਾ ਹੈ ਉਸ ਨੂੰ ਬਾਦਸ਼ਾਹ ਮੰਨ ਕੇ ਅਸੀਂ ਗੁਲਾਮਾਂ ਵਾਲੀਆਂ ਰਸਮਾਂ ਨਿਭਾਉਂਦੇ ਹਾਂ। ਬਾਦਸ਼ਾਹ ਜਾਂ ਸੱਚਾ ਪਾਤਸ਼ਾਹ ਉੱਚੀ ਥਾਂ ਬੈਠਾ ਹੁੰਦਾ ਹੈ। ਅਸੀਂ ਉਸ ਤੋਂ ਨੀਵੀਂ ਥਾਂ ਸੰਪੂਰਨ ਭਾਂਤ ਝੁੱਕ ਕੇ ਉਸ ਪ੍ਰਤੀ ਆਪਣੀ ਵਫਾਦਾਰੀ ਪ੍ਰਗਟਾਉਂਦੇ ਹਾਂ। ਨੱਕ, ਬੁੱਲ੍ਹਾਂ ਜਾਂ ਮੱਥੇ ਨੂੰ ਧਰਤੀ ਨਾਲ ਛੁਹਾ ਕੇ ਅਤੇ ਹੱਥਾਂ ਪੈਰਾਂ ਨੂੰ ਪੂਰਨ ਭਾਂਤ ਧਰਤੀ ਉੱਤੇ ਵਿਛਾ ਕੇ ਅਸੀਂ ਆਪਣੀ ਅਧੀਨਗੀ ਦਾ ਪ੍ਰਮਾਣ ਦਿੰਦੇ ਹਾਂ। ਇਹ ਰਸਮ ਪੂਰੀ ਕਰਕੇ ਹੱਥ ਜੋੜ ਕੇ ਅਸੀਂ ਬਾਦਸ਼ਾਹ ਦੀ ਹਜ਼ੂਰੀ ਵਿੱਚ ਉਸ ਦੇ ਪੈਰਾਂ ਵਿੱਚ ਉਸ ਤੋਂ ਨੀਵੀਂ ਥਾਂ ਬੈਠ ਕੇ ਉਹਦੇ ਹੁਕਮ ਨੂੰ ਉਡੀਕਦੇ ਹਾਂ। ਇੰਨਾ ਹੀ ਨਹੀਂ ਕਿ ਅਸੀਂ ਅਧੀਨਗੀ ਕਬੂਲ ਕਰ ਲਈ ਹੈ, ਅਸੀਂ ਆਪਣੇ ਚਿਹਰੇ ਤੋਂ ਚਿੰਤਾ ਜਾਂ ਡਰ ਜਾਂ ਭੈ ਦੇ ਸਾਰੇ ਭਾਵ ਦੂਰ ਕਰਕੇ ਬਾਦਸ਼ਾਹ ਸਾਹਮਣੇ ਆਪਣੀਆਂ ਪਲਕਾਂ ਝੁਕਾ ਕੇ ਇਹ ਵੀ ਦਰਸਾਉਂਦੇ ਹਾਂ ਕਿ ਹਜ਼ੂਰ, ਤੁਹਾਡੀ ਪਰਉਪਕਾਰੀ ਹਜ਼ੂਰੀ 'ਚ ਆ ਕੇ ਮੈਂ ਸਭ ਪ੍ਰਕਾਰ ਦੀ ਚਿੰਤਾ ਤੋਂ ਮੁਕਤ ਹੋ ਗਿਆ। ਮੇਰੇ ਨਿਆਸਰੇ ਦਾ ਤੁਸੀਂ ਆਸਰਾ ਹੋ, ਮੇਰੇ ਨਿਰਧਨ ਦੀ ਤੁਸੀਂ ਪੂੰਜੀ ਹੋ, ਮੇਰੇ ਅਗਿਆਨੀ ਦਾ ਤੁਸੀਂ ਗਿਆਨ ਹੋ। ਮੇਰੀ ਰੱਖਿਆ ਦੀ ਜ਼ਿੰਮੇਵਾਰੀ ਹੁਣ ਤੁਹਾਡੀ ਹੈ। ਤੁਸੀਂ ਮੇਰੇ ਮਾਤਾ ਪਿਤਾ ਹੋ, ਮੈਂ ਤੁਹਾਡੀ ਸੰਤਾਨ ਹਾਂ, ਤੁਸੀਂ ਮੇਰੀ ਪਾਲਣਾ ਕਰਨੀ ਹੈ। ਜਦ ਅਸੀਂ ਕਿਸੇ ਦੇ ਪੈਰੀਂ ਹੱਥ ਲਾਉਂਦੇ ਹਾਂ ਤਾਂ ਸਤਿਕਾਰ ਦੇਣ ਅਤੇ ਆਪਣੇ ਆਪ ਨੂੰ ਛੋਟਾ ਸਥਾਪਿਤ ਕਰਨ ਤੋਂ ਇਲਾਵਾ ਅਸੀਂ ਇਹ ਵੀ ਕਹਿ ਰਹੇ ਹੁੰਦੇ ਹਾਂ ਕਿ ਮੇਰੀ ਗਰਦਨ ਹਾਜ਼ਰ ਹੈ, ਚਾਹੋ ਤਾਂ ਕਲਮ ਕਰ ਦਿਓ, ਚਾਹੋ ਤਾਂ ਬਖਸ਼ ਦਿਓ। ਫੈਸਲਾ ਤੁਹਾਡੇ ਹੱਥ ਹੈ ਅਤੇ ਤੁਹਾਡਾ ਹਰ ਫੈਸਲਾ ਮੈਨੂੰ ਪ੍ਰਵਾਨ ਹੋਏਗਾ। ਮੈਂ ਜਿਹੜੀ ਭੁੱਲ ਕੀਤੀ ਹੈ ਤੁਹਾਡੀ ਮਰਜ਼ੀ ਹੈ, ਉਹਦੀ ਮੈਨੂੰ ਸਜ਼ਾ ਦਿਓ ਜਾਂ ਮਾਫ਼ ਕਰ ਦਿਓ। ਦੂਜੀ ਧਿਰ ਆਪਣੀ ਉਦਾਰਤਾ ਦਾ ਪ੍ਰਗਟਾਵਾ ਕਰਦੀ ਹੋਈ ਦੋਵਾਂ ਹੱਥਾਂ ਨਾਲ ਸਾਨੂੰ ਡਿੱਗੇ ਹੋਏ ਨੂੰ ਉੱਪਰ ਚੁੱਕਦੀ ਹੈ, ਸਾਡੀ ਪਿੱਠ ਥਾਪੜਦੀ ਹੈ, ਸਾਨੂੰ ਸ਼ਾਬਾਸ਼ ਦਿੰਦੀ ਹੈ, ਲੰਮੀ ਉਮਰ ਦੀ ਅਸੀਸ ਦਿੰਦੀ ਹੈ, ਆਪਣੀ ਛਾਤੀ ਨਾਲ ਲਾ ਕੇ ਆਪਣਾ ਅੰਗ ਮੰਨਦੀ ਹੈ। ਇਸ ਉਪਰੰਤ ਅਸੀਂ ਆਪਣੇ ਹੱਥਾਂ ਨੂੰ ਅੱਗੇ ਕਰਕੇ ਉਸ ਤੋਂ ਨੀਵੀਂ ਥਾਂ ਬੈਠ ਜਾਂਦੇ ਹਾਂ। ਕਈ ਵਾਰੀ ਸਾਨੂੰ ਸਰੂਪਾ ਦੇ ਕੇ ਨਿਵਾਜਿਆ ਜਾਂਦਾ ਹੈ। ਸਰੂਪਾ ਕਿਸੇ ਮਹਾਂਪੁਰਸ਼ ਵੱਲੋਂ ਆਏ ਵਿਅਕਤੀ ਨੂੰ ਆਪਣੇ ਸ਼ਰਧਾਲੂਆਂ ਵਿੱਚ ਸਵੀਕਾਰ ਕੀਤੇ ਜਾਣ ਦਾ ਪਛਾਣ ਚਿੰਨ੍ਹ ਹੁੰਦਾ ਹੈ। ਕਈ ਵਾਰੀ ਖਾਲੀ ਹੱਥਾਂ ਵਿੱਚ ਕੁਝ ਫੜਾ ਕੇ ਸਾਨੂੰ ਨਿਹੱਥਿਆਂ ਨੂੰ ਮਾਲਾ ਮਾਲ ਕੀਤੇ ਜਾਣ ਦੀ ਰਸਮ ਨਿਭਾਈ ਜਾਂਦੀ ਹੈ। ਵਿਆਹ ਦੀ ਮਿਲਣੀ ਸਮੇਂ ਨਗਾਰੇ ਝੁੱਲਦੇ ਛੱਤਰ ਤੇ ਬਰਾਤੀਆਂ ਦੀ ਫੌਜ ਨੂੰ ਅੱਗੋਂ ਹੀ ਸੱਜਣ ਕਹਿ ਕੇ ਮਿਲਿਆ ਜਾਂਦਾ ਹੈ। ਆਪਣੀ ਹਾਰ ਮੰਨੀ ਜਾਂਦੀ ਹੈ, ਅਧੀਨਗੀ ਦੀ ਰਸਮ ਪੂਰੀ ਕੀਤੀ ਜਾਂਦੀ ਹੈ ਅਤੇ ਇਸ ਅਧੀਨਗੀ ਨੂੰ ਪੱਕਾ ਕਰਨ ਲਈ ਹਾਰਿਆ ਜਾਂ ਈਨ ਮੰਨਣ ਵਾਲਾ ਰਾਜਾ ਆਪਣੀ ਧੀ ਦਾ ਡੋਲਾ ਪੇਸ਼ ਕਰਦਾ ਹੈ। ਸ਼ਗਨ ਤੇ ਦਾਜ ਦੇ ਰੂਪ ਵਿੱਚ ਨਜ਼ਰਾਨੇ ਭੇਟ ਕੀਤੇ ਜਾਂਦੇ ਹਨ। ਜੇਤੂਆਂ ਨੂੰ ਪ੍ਰੀਤੀ ਭੋਜਨ ਦਿੱਤਾ ਜਾਂਦਾ ਹੈ ਅਤੇ ਉਹਨਾਂ ਦਾ ਜੂਠਾ ਜਾਂ ਬਚਿਆ ਭੋਜਨ ਆਪ ਖਾ ਕੇ ਆਪਣੇ ਨੀਵੇਂ ਹੋਣ ਦਾ ਪ੍ਰਮਾਣ ਦਿੱਤਾ ਜਾਂਦਾ ਹੈ। ਮਿਲਣੀ ਅਤੇ ਵਾਪਸੀ ਦੇ ਵਿਚਕਾਰਲੇ ਸਮੇਂ 'ਚ ਜਸ਼ਨ ਮਨਾਇਆ ਜਾਂਦਾ ਹੈ। ਵਿਆਹ ਸਮੇਂ ਜੇਤੂ ਦਾ ਸਿਹਰਾ ਪੜ੍ਹਿਆ ਜਾਂਦਾ ਹੈ। ਹਰ ਹਾਰੀ ਹੋਈ ਧਿਰ ਆਪਣਾ ਕੀਮਤੀ ਜੀ ਗੁਆਚਣ ਦਾ ਰੁਦਨ ਕਰਦੀ ਹੈ। ਮਿਲਣਾ ਅਤੇ ਵਿਛੜਨਾ ਦੋ ਅਜਿਹੇ ਬੁਨਿਆਦੀ ਅਨੁਭਵ ਹਨ ਜਿਨ੍ਹਾਂ ਵਿੱਚੋਂ ਹਰ ਕਿਸੇ ਨੂੰ ਲੰਘਣਾ ਪੈਂਦਾ ਹੈ। ਜਨਮ ਅਤੇ ਮੌਤ ਮਿਲਣ ਅਤੇ ਵਿਛੜਨ ਦੇ ਅਰਥਾਂ ਵਿੱਚ ਹੀ ਪ੍ਰਗਟਾਏ ਜਾਂਦੇ ਹਨ। ਸਭ ਪ੍ਰਕਾਰ ਦੇ ਸੁਆਗਤੀ ਅਤੇ ਨਮਸਕਾਰੀ ਸੰਕੇਤ ਸਮਝੌਤੇ ਦੇ ਸੰਕੇਤ ਹੁੰਦੇ ਹਨ। ਜਦੋਂ ਕਿਸੇ ਨਾਲ ਸਾਡਾ ਰਿਸ਼ਤਾ ਵਿਗੜ ਜਾਂਦਾ ਹੈ ਤਾਂ ਮੁਸਕਰਾਹਟ ਦੀ ਥਾਂ ਤਿਉੜੀ ਅਤੇ ਨਮਸਕਾਰ ਦੀ ਥਾਂ ਨਿੰਦਾ ਲੈ ਲੈਂਦੀ ਹੈ। ਮੁਸਕਰਾਹਟ ਸਵਾਗਤ ਦਾ ਇੱਕ ਬੜਾ ਮਹੱਤਵਪੂਰਨ ਢੰਗ ਹੈ ਜਿਸ ਦੀ ਹਰ ਸਮਾਜ ਦੇ ਹਰ ਵਿਅਕਤੀ ਵੱਲੋਂ ਵਰਤੋਂ ਕੀਤੀ ਜਾਂਦੀ ਹੈ। ਮੁਸਕਰਾਹਟ ਨਾਲ ਅਸੀਂ ਆਪਣੇ ਸਰੀਰ ਨੂੰ ਢਿੱਲਾ ਛੱਡਦੇ ਹਾਂ, ਅਰਥਾਤ ਦੂਜੇ ਦੀ ਹਾਜ਼ਰੀ ਵਿੱਚ ਜਦੋਂ ਅਸੀਂ ਸੁਰੱਖਿਅਤ ਅਨੁਭਵ ਕਰਦੇ ਹਾਂ ਤਾਂ ਇਹਦਾ ਪ੍ਰਗਟਾਵਾ ਅਸੀਂ ਮੁਸਕਰਾਹਟ ਨਾਲ ਕਰਦੇ ਹਾਂ। ਗੁੱਸੇ ਜਾਂ ਨਫ਼ਰਤ ਦੀ ਸਥਿਤੀ 'ਚ ਮੁਸਕਰਾਇਆ ਨਹੀਂ ਜਾ ਸਕਦਾ। ਹੁਣ ਵੀ ਜਦੋਂ ਅਸੀਂ ਕਿਸੇ ਨਾਲ ਹੱਥ ਮਿਲਾਉਂਦੇ ਹਾਂ ਤਾਂ ਨਾਲ ਮੁਸਕਰਾਉਂਦੇ ਵੀ ਹਾਂ। ਮਨੁੱਖ ਨੇ ਜਦੋਂ ਨਮਸਕਾਰੀ ਜਾਂ ਸਵਾਗਤੀ ਸ਼ਬਦਾਵਲੀ ਦਾ ਨਿਰਮਾਣ ਨਹੀਂ ਸੀ ਕੀਤਾ, ਉਦੋਂ ਮੁਸਕਰਾ ਕੇ ਸਵਾਗਤ ਕਰਦਾ ਸੀ ਅਤੇ ਬਾਹਾਂ ਖੋਲ੍ਹ ਕੇ ਅੰਦਰ ਲੰਘ ਆਉਣ ਦਾ ਸੰਕੇਤ ਕਰਦਾ ਸੀ। ਜਦੋਂ ਅਸੀਂ ਕਿਸੇ ਨੂੰ ਬਹੁਤ ਦੇਰ ਮਗਰੋਂ ਮਿਲਦੇ ਹਾਂ ਤਾਂ ਅਸੀਂ ਕੁਝ ਵਿਸ਼ੇਸ਼ ਰਸਮਾਂ ਨਿਭਾਉਂਦੇ ਹਾਂ। ਅਸੀਂ ਜ਼ੋਰ ਦੀ ਹੱਥ ਮਿਲਾਉਂਦੇ, ਮਿਲਣ ਵਾਲੇ ਨੂੰ ਹੋਰ ਨੇੜੇ ਆਉਣ ਲਈ ਕਹਿੰਦੇ ਹਾਂ ਅਤੇ ਇੱਕ ਦੂਜੇ ਨੂੰ ਜੱਫੀ ਜਾਂ ਗਲਵੱਕੜੀ ਪਾਉਂਦੇ ਹਾਂ। ਕਈ ਵਾਰੀ ਇੱਕ ਦੂਜੇ ਨੂੰ ਚੁੰਮਦੇ ਵੀ ਹਾਂ। ਇਵੇਂ ਅਸੀਂ ਵਧੇਰੇ ਨਿੱਘ ਦੇ ਕੇ
ਤੇ ਪ੍ਰਾਪਤ ਕਰਕੇ ਗੈਰ ਹਾਜ਼ਰੀ ਦੇ ਖੱਪੇ ਨੂੰ ਪੂਰਦੇ ਹਾਂ। ਇੱਕ ਦੂਜੇ ਨੂੰ ਕਲਾਵੇ 'ਚ ਲੈ ਕੇ ਅਸੀਂ ਅਨੇਕਾਂ ਚਾਹੀਆਂ ਪਰ ਦੂਰੀ ਕਾਰਨ ਅਸੰਭਵ ਹੋ ਗਈਆਂ ਮਿਲਣੀਆਂ ਦੇ ਬਕਾਏ ਦਾ ਭੁਗਤਾਨ ਕਰਦੇ ਹਾਂ। ਮਨ ਉੱਤੇ ਵਿਛੋੜੇ ਕਾਰਨ ਚੜੇ ਕਰਜ਼ੇ ਨੂੰ ਝਟਪਟ ਤੇ ਨਕਦ ਰੂਪ 'ਚ ਅਦਾ ਕਰਨ ਦੀ ਬਿਰਤੀ ਅਧੀਨ ਤੇ ਇਹ ਦੱਸਣ ਲਈ ਕਿ ਭਾਵੇਂ ਅਸੀਂ ਵਿਛੜੇ ਰਹੇ ਹਾਂ ਪਰ ਸਾਡਾ ਪਿਆਰ ਅਜੇ ਵੀ ਸਵੇਰ ਵਾਂਗ ਸੱਜਰਾ, ਸੰਗੀਤ ਵਾਂਗ ਕੂਲਾ, ਸ਼ਹਿਦ ਵਾਂਗ ਮਿੱਠਾ ਤੇ ਫੁੱਲ ਵਾਂਗ ਸੋਹਣਾ ਹੈ, ਅਸੀਂ ਮੁੜ ਮੁੜ ਇੱਕ ਦੂਜੇ ਨੂੰ ਵੇਖਦੇ ਤੇ ਛੂੰਹਦੇ ਹਾਂ। ਲੰਮਾ ਵਿਛੋੜਾ ਪੈਣ ਵੇਲੇ ਵੀ ਅਸੀਂ ਲੰਮੇ ਵਿਛੋੜੇ ਉਪਰੰਤ ਮਿਲਣ ਵਾਲੇ ਸ਼ਬਦਾਂ ਤੇ ਸੰਕੇਤਾਂ ਦਾ ਹੀ ਪ੍ਰਗਟਾਵਾ ਕਰਦੇ ਹਾਂ। ਲੰਮੇ ਵਿਛੋੜੇ ਸਮੇਂ ਅਸੀਂ ਹੋਰ ਸੰਕੇਤਾਂ ਦੇ ਨਾਲ ਅਥਰੂਆਂ ਨੂੰ ਵੀ ਜੋੜ ਲੈਂਦੇ ਹਾਂ। ਅਥਰੂਆਂ ਦੇ ਜੁੜਨ ਨਾਲ ਅਸੀਂ ਉਦਾਸੀ, ਮਾਯੂਸੀ ਤੇ ਦੁੱਖ ਦਾ ਪ੍ਰਗਟਾਵਾ ਕਰਦੇ ਹਾਂ। ਵਿਛੜਨ ਦੀਆਂ ਸਭ ਤੋਂ ਵੱਧ ਗੰਭੀਰ ਉਦਾਹਰਨਾਂ ਕਿਸੇ ਦਾ ਮਰ ਜਾਣ ਉੱਪਰ ਅਰਥਾਤ ਸ਼ਮਸ਼ਾਨ ਘਾਟ ਵੱਲ ਰਵਾਨਾ ਹੋ ਜਾਣ ਜਾਂ ਦੇਸ਼ ਛੱਡ ਜਾਣ ਜਾਂ ਬਹੁਤ ਦੂਰ ਚਲੇ ਜਾਣ ਦੀਆਂ ਹੁੰਦੀਆਂ ਹਨ। ਧੀ ਦੀ ਡੋਲੀ ਟੋਰਨਾ ਵੀ ਇੱਕ ਅਜਿਹੀ ਉਦਾਹਰਨ ਹੈ। ਅਜਿਹੇ ਸਮੇਂ ਅਸੀਂ ਸਤਿਕਾਰ, ਸ਼ਰਧਾ ਤੇ ਪਿਆਰ ਦੇ ਅੰਬਾਰ ਲਾ ਦਿੰਦੇ ਹਾਂ ਤਾਂ ਕਿ ਵਿਛੜਨ ਵਾਲੇ ਨੂੰ ਇਹਨਾਂ ਦੀ ਘਾਟ ਮਹਿਸੂਸ ਨਾ ਹੋਵੇ। ਉਹਦੇ ਅੰਗ ਸੰਗ ਰਹਿਣ ਦੇ ਸੰਕੇਤ ਵਜੋਂ ਵਿਛੜਨ ਵਾਲੇ ਨੂੰ ਅਸੀਂ ਕੁਝ ਮੁੱਲਵਾਨ ਤੇ ਸਾਥ ਨਿਭਾਉਣ ਵਾਲੇ ਤੋਹਫੇ ਦਿੰਦੇ ਹਾਂ। ਇਵੇਂ ਅਸੀਂ ਸੰਕੇਤ ਰੂਪ 'ਚ ਸਦਾ ਉਹਦੇ ਨਾਲ ਰਹਿੰਦੇ ਹਾਂ। ਕਿਸੇ ਵੱਲੋਂ ਕੋਈ ਸਫਲਤਾ ਪ੍ਰਾਪਤ ਕਰਨ ਜਾਂ ਉਸ ਨੂੰ ਕੋਈ ਉੱਚਾ ਅਹੁਦਾ ਜਾਂ ਸਨਮਾਨ ਮਿਲਣ ਤੇ ਵਿਆਹ ਜਾਂ ਸੰਤਾਨ ਜਿਹੀ ਕਿਸੇ ਵੱਡੀ ਤਬਦੀਲੀ ਦੇ ਵਾਪਰਨ ਉੱਤੇ ਵੀ ਅਸੀਂ ਉਹਦਾ ਸਵਾਗਤ ਕਰਦੇ ਹਾਂ। ਅਜਿਹਾ ਕਰਨ ਪਿੱਛੇ ਭਾਵਨਾ ਉਸ ਵਿਅਕਤੀ ਦੇ ਅਤੀਤ ਨੂੰ ਅਲਵਿਦਾ ਕਹਿਣ ਤੇ ਉਹਦੇ ਭਵਿੱਖ ਨੂੰ ਜੀ ਆਇਆਂ ਨੂੰ ਕਹਿਣ ਦੀ ਹੁੰਦੀ ਹੈ। ਵਿਆਹ ਸਮੇਂ ਨੂੰਹ ਦੇ ਭਵਿੱਖ ਦੀ ਮੰਗਲ ਕਾਮਨਾ ਕੀਤੀ ਜਾਂਦੀ ਹੈ। ਸੰਤਾਨ ਹੋਣ ਉੱਤੇ ਪਤਨੀ, ਮਾਂ ਤੇ ਪਤੀ, ਪਿਤਾ ਤੇ ਦੋਹਾਂ ਧਿਰਾਂ ਦੇ ਮਾਤਾ ਪਿਤਾ, ਨਾਨਾ ਨਾਨੀ, ਦਾਦਾ ਦਾਦੀ ਬਣ ਜਾਂਦੇ ਹਨ। ਇਵੇਂ ਹੀ ਜਦੋਂ ਰਾਜਕੁਮਾਰ ਜਨਮ ਲੈਂਦਾ ਹੈ ਜਾਂ ਰਾਜਗੱਦੀ ਤੇ ਬੈਠਦਾ ਤਾਂ ਜਸ਼ਨ ਮਨਾਏ ਜਾਂਦੇ ਹਨ। ਕਿਸੇ ਉਮੀਦਵਾਰ ਦਾ ਚੁਣੇ ਜਾਣਾ, ਕਿਸੇ ਵੱਲੋਂ ਨਵੀਂ ਪਦਵੀ ਪ੍ਰਾਪਤ ਕਰਨਾ, ਕਿਸੇ ਦੀ ਮੰਗਣੀ ਹੋਣਾ, ਕਿਸੇ ਕਾਰਜ ਦਾ ਮਹੀਨਾ ਜਾਂ ਵਰ੍ਹਾ ਪੂਰਾ ਕਰਨਾ, ਕਿਸੇ ਦਾ ਸੇਵਾ ਮੁਕਤ ਹੋਣਾ ਆਦਿ ਅਜਿਹੇ ਅਵਸਰ ਹੁੰਦੇ ਹਨ ਜਦੋਂ ਵਿਸ਼ੇਸ਼ ਪ੍ਰਕਾਰ ਦੇ ਸੰਕੇਤਾਂ, ਸ਼ਬਦਾਂ ਤੇ ਹਰਕਤਾਂ ਦਾ ਪ੍ਰਗਟਾਵਾ ਕੀਤਾ ਜਾਂਦਾ ਹੈ। ਸੰਭੋਗ ਵੀ ਇੱਕ ਪ੍ਰਕਾਰ ਨਾਲ ਦੋ ਸਰੀਰਾਂ ਦੀ ਇੱਕ ਦੂਜੇ ਨੂੰ ਸਲਾਮੀ ਹੁੰਦੀ ਹੈ, ਜਿਸ ਵਿੱਚ ਦੋ ਸਰੀਰ ਆਪਣੀ ਆਪਣੀ ਹਉਮੈ ਤਿਆਗ ਕੇ ਨੇੜੇ ਹੋ ਕੇ ਇੱਕ ਦੂਜੇ ਦੀ ਸੇਵਾ ਕਰਨ ਦੇ ਸਮਾਗਮ 'ਚ ਰੁੱਝ ਜਾਂਦੇ ਹਨ। ਅਜਿਹੇ ਸਮੇਂ ਕੁਝ ਬੋਲਣ ਦੀ ਲੋੜ ਨਹੀਂ ਪੈਂਦੀ ਕਿਉਂਕਿ ਸਾਰਾ ਸਰੀਰ ਸਾਰੇ ਸਰੀਰ ਨਾਲ ਮੁਲਾਕਾਤ ਕਰ ਰਿਹਾ ਹੁੰਦਾ ਹੈ। ਮਿਲਣੀ ਦਾ ਅਵਸਰ ਜਿੰਨਾ ਵਧੇਰੇ ਮਹੱਤਵਪੂਰਨ ਹੁੰਦਾ ਹੈ ਓਨਾ ਹੀ ਉਹਨੂੰ ਠੀਕ ਢੰਗ ਨਾਲ ਸੰਪੂਰਨ ਕਰਨ ਲਈ ਉਚੇਚਾ ਤੇ ਵਿਸ਼ੇਸ਼ ਯਤਨ ਕੀਤਾ ਜਾਂਦਾ ਹੈ। ਕਿਧਰੇ ਨੌਕਰੀ ਲਈ ਇੰਟਰਵਿਊ ਹੋਵੇ ਤਾਂ ਅਸੀਂ ਢੁਕਵੇਂ ਕੱਪੜੇ, ਸੁਸ਼ੀਲ ਹਰਕਤਾਂ ਤੇ ਸਾਊ ਸ਼ਬਦਾਵਲੀ ਵਰਤਦੇ ਹਾਂ। ਵਿਆਹ ਵਿੱਚ ਬਰਾਤੀ ਬਣਨਾ ਹੋਵੇ ਤਾਂ ਕੱਪੜੇ ਤਾਂ ਢੁਕਵੇਂ ਹੁੰਦੇ ਹਨ ਪਰ ਹਰਕਤਾਂ ਤੇ ਸ਼ਬਦਾਵਲੀ ਦਾ ਸੁਭਾਅ ਬਦਲ ਜਾਂਦਾ ਹੈ। ਖੁੱਲ੍ਹ ਕੇ ਗੱਪਾਂ ਮਾਰਨ ਵੇਲੇ ਜਾਂ ਮਖੌਲ ਕਰਨ ਵੇਲੇ ਸਭ ਪ੍ਰਕਾਰ ਦੇ ਕੱਪੜੇ ਆਪੇ ਜਚਣ ਲੱਗ ਪੈਂਦੇ ਹਨ। ਪਰਿਵਾਰ ਦੇ ਜੀਆਂ ਨੂੰ ਅਸੀਂ ਨਿਰਉਚੇਚ ਸੰਕੇਤਾਂ ਤੇ ਸ਼ਬਦਾਂ ਨਾਲ ਸੰਬੋਧਨ ਕਰਦੇ ਹਾਂ। ਅਜਿਹੇ ਅਵਸਰਾਂ 'ਤੇ ਅਸੀਂ ਵਿਆਕਰਨ ਤੇ ਵਾਕ ਬਣਤਰ ਪੱਖੋਂ ਲਾਪਰਵਾਹ ਹੋ ਜਾਂਦੇ ਹਾਂ। ਲਤੀਫੇ ਜਾਂ ਚੁਟਕਲੇ ਸੁਣਾਉਣ ਸਮੇਂ ਅਸੀਂ ਸਭ ਨੂੰ ਇੱਕੋ ਉਮਰ ਦਾ ਸਮਝਦੇ ਹਾਂ ਤੇ ਬਰਾਬਰੀ ਦੇ ਆਧਾਰ 'ਤੇ ਵਿਚਰਦੇ ਹਾਂ। ਦੇਵੀ ਦੇਵਤੇ ਜਾਂ ਪਰਮਾਤਮਾ ਨੂੰ ਮਿਲਣ ਦੀ ਹਰ ਧਰਮ ਨੇ ਇੱਕ ਵਿਸ਼ੇਸ਼ ਵਿਧੀ ਨਿਰਧਾਰਤ ਕੀਤੀ ਹੁੰਦੀ ਹੈ। ਦੇਵੀ ਦੇਵਤੇ ਨੂੰ ਨਮਸਕਾਰ ਕਰਨ ਦਾ ਨਿਸ਼ਚਿਤ ਢੰਗ ਅਪਣਾ ਕੇ ਸਾਨੂੰ ਰਸਮ ਪੂਰੀ ਕਰਨ ਦਾ ਆਨੰਦ ਮਿਲਦਾ ਹੈ। ਅਰਦਾਸ ਕਰਨੀ ਜਾਂ ਆਰਤੀ ਉਤਾਰਨੀ ਪਰਮਾਤਮਾ ਤੇ ਆਪਣੇ ਵਿਚਕਾਰ ਵਿੱਥ ਦੂਰ ਕਰਨ ਦਾ ਇੱਕ ਢੰਗ ਹੈ। ਅਸੀਂ ਮੰਨ ਕੇ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਉੱਪਰ ਵਸਦਾ ਹੈ ਤੇ ਉਹ ਸਾਨੂੰ ਵੇਖ ਰਿਹਾ ਹੈ ਤੇ ਸਾਡੀ ਆਵਾਜ਼ ਸੁਣ ਰਿਹਾ ਹੈ। ਇਸੇ ਆਧਾਰ ਉੱਤੇ ਬਰਸੀਆਂ ਮਨਾਈਆਂ ਜਾਂਦੀਆਂ ਹਨ, ਮੜੀਆਂ ਤੇ ਦੀਵੇ ਬਾਲੇ ਜਾਂਦੇ ਹਨ, ਸ਼ਰਾਧ ਕੀਤੇ ਜਾਂਦੇ ਹਨ, ਤਿਉਹਾਰ ਮਨਾਏ ਜਾਂਦੇ ਹਨ, ਮੇਲੇ ਲਾਏ ਜਾਂਦੇ ਹਨ। ਜਦੋਂ ਅਸੀਂ ਕਿਸੇ ਨੂੰ ਬਿਨੈ ਪੱਤਰ ਲਿਖਦੇ ਹਾਂ ਤਾਂ ਉਸ ਵਿੱਚ ਹੀ ਆਰੰਭ ਵਿੱਚ ਆਦਾਬ ਜਾਂ ਸਲਾਮ ਕਰਦੇ ਹਾਂ ਤੇ ਪੱਤਰ ਦੇ ਅੰਤ ਉੱਤੇ ਵਿਛੜਨ ਦੇ ਸਮੇਂ ਨਾਲ ਜੁੜੇ ਧੰਨਵਾਦ ਜਾਂ ਸ਼ੁਕਰਾਨੇ ਦੇ ਸ਼ਬਦ ਲਿਖਦੇ ਹਾਂ ਤੇ ਆਪਣੇ ਆਪ ਨੂੰ ਦਾਸ ਜਾਂ ਹਿਤੂ ਜਾਂ ਵਿਸ਼ਵਾਸ ਪਾਤਰ ਦਰਸਾਉਂਦੇ ਹਾਂ। ਭਾਵੇਂ ਅਸੀਂ ਆਪਣੇ ਦੁਸ਼ਮਣਾਂ ਦੇ ਸੇਵਾ ਮੁਕਤ ਜਾਂ ਰਵਾਨਾ ਹੋਣ ਉੱਤੇ ਪ੍ਰਸੰਨ ਹੀ ਹੋ ਰਹੇ ਹੋਈਏ ਪਰ ਉਹਨਾਂ ਲਈ ਵੀ ਅਸੀਂ ਸਨੇਹ ਤੇ ਮਿੱਤਰਤਾ ਦੇ ਸ਼ਬਦ ਉਚਾਰਦੇ ਹਾਂ। ਉਹਨਾਂ ਨੂੰ ਜਦੋਂ ਮਿਲਦੇ ਹਾਂ ਤਾਂ ਦੁਸ਼ਮਣਾਂ ਵਾਂਗ ਨਹੀਂ, ਦੋਸਤਾਂ ਵਾਂਗ ਮਿਲਣ ਦਾ ਪ੍ਰਭਾਵ ਉਸਾਰਦੇ ਹਾਂ। ਇਵੇਂ ਅਸੀਂ ਇੱਕ ਸੰਖੇਪ ਜਿਹਾ ਨਾਟਕ ਰਚਦੇ ਹਾਂ।
ਕਈ ਵਾਰੀ ਜਦੋਂ ਸਾਡਾ ਕੋਈ ਵਡੇਰਾ ਅਫਸਰ, ਜੱਜ ਜਾਂ ਅਧਿਆਪਕ ਆਦਿ ਸਾਡੇ ਬੈਠਿਆਂ ਆ ਜਾਏ ਤਾਂ ਅਸੀਂ ਉੱਠ ਕੇ ਉਹਦਾ ਸਵਾਗਤ ਕਰਦੇ ਹਾਂ। ਸਤਿਕਾਰ ਪ੍ਰਗਟਾਉਣ ਦਾ ਇੱਕ ਵਿਸ਼ੇਸ਼ ਢੰਗ ਹੈ ਜਿਸ ਰਾਹੀਂ ਅਸੀਂ ਸੰਕੇਤ ਦਿੰਦੇ ਹਾਂ ਕਿ ਤੁਹਾਡੇ ਲਈ ਅਸੀਂ ਖਿੜੇ ਮੱਥੇ, ਸਰੀਰਕ ਪੱਖੋਂ ਵੀ ਔਖੇ ਹੋਣ ਲਈ ਤਿਆਰ ਹਾਂ। ਅਸੀਂ ਹੋਰ ਵੀ ਅਨੇਕਾਂ ਢੰਗਾਂ ਨਾਲ ਔਖੇ ਹੋ ਕੇ, ਵਿਸ਼ੇਸ਼ ਯਤਨ ਕਰਕੇ, ਮੁਸ਼ਕਿਲ ਸਹਾਰ ਕੇ ਦੂਜਿਆਂ ਪ੍ਰਤੀ ਆਪਣਾ ਸਤਿਕਾਰ ਪ੍ਰਗਟਾਉਂਦੇ ਹਾਂ। ਆਪਣਾ ਆਸਣ ਤਿਆਗ ਕੇ ਅਸੀਂ ਮਹਿਮਾਨ ਨੂੰ ਬੈਠਣ ਲਈ ਕਹਿੰਦੇ ਹਾਂ। ਉਸ 'ਤੇ ਬੈਠਿਆਂ ਅਸੀਂ ਆਪ ਖਲੋਤੇ ਰਹਿਣਾ ਚਾਹੁੰਦੇ ਹਾਂ। ਸੇਵਾ ਵੀ ਇਸੇ ਪ੍ਰਕਾਰ ਦਾ ਵਰਤਾਰਾ ਹੈ। ਅਸੀਂ ਆਪ ਔਖੇ ਹੋ ਕੇ ਮਹਿਮਾਨ ਨੂੰ ਸੌਖ ਪ੍ਰਦਾਨ ਕਰਦੇ ਹਾਂ। ਉਸ ਤੋਂ ਪਹਿਲਾਂ ਜਾਗਦੇ ਹਾਂ, ਉਸ ਤੋਂ ਮਗਰੋਂ ਸੌਂਦੇ ਹਾਂ। ਸਾਡੇ ਰਿਸ਼ਤੇ ਉੱਤੇ ਨਿਰਭਰ ਕਰਦਾ ਹੈ ਕਿ ਅਸੀਂ ਕਿੰਨੀ ਔਖ ਬਰਦਾਸ਼ਤ ਕਰਨ ਲਈ ਤਿਆਰ ਹੁੰਦੇ ਹਾਂ। ਕਈ ਵਾਰੀ ਅਸੀਂ ਮਹਿਮਾਨ ਸਾਹਮਣੇ ਉਹ ਕੁਝ ਖਾਣ ਪੀਣ ਲਈ ਰੱਖਦੇ ਹਾਂ ਜਿਸ ਲਈ ਅਸੀਂ ਆਪਣੇ ਆਪ ਨੂੰ ਵੀ ਕਦੀ ਯੋਗ ਨਹੀਂ ਸਮਝਿਆ ਹੁੰਦਾ। ਅਸੀਂ ਆਪ ਸਭ ਬੰਧਨ ਖਿੜੇ ਮੱਥੇ ਸਵੀਕਾਰ ਕਰਦੇ ਹਾਂ, ਪਰ ਮਹਿਮਾਨ ਉੱਤੇ ਕੋਈ ਬੰਧਨ ਲਾਗੂ ਨਹੀਂ ਕੀਤਾ ਜਾਂਦਾ। ਬਰਾਤ ਜਦੋਂ ਮਰਜ਼ੀ ਆਵੇ, ਸਤਿਕਾਰ ਵਜੋਂ ਕਿਸੇ ਨੇ ਦੇਰ ਨਾਲ ਆਉਣ ਦੀ ਸ਼ਿਕਾਇਤ ਨਹੀਂ ਕੀਤੀ। ਆਉਣ ਵਾਲੇ ਮਹਿਮਾਨ ਨੂੰ ਸਟੇਸ਼ਨ ਜਾਂ ਹਵਾਈ ਅੱਡੇ ਉੱਤੇ ਲੈਣ ਲਈ ਪਹੁੰਚ ਜਾਣਾ ਵੀ ਆਪਣਾ ਸਤਿਕਾਰ ਜਤਲਾਉਣ ਦਾ ਢੰਗ ਹੁੰਦਾ ਹੈ। ਜਿੰਨਾ ਕੋਈ ਵਧੇਰੇ ਦੂਰੋਂ ਆਉਂਦਾ ਹੈ ਓਨਾ ਹੀ ਅਸੀਂ ਉਹਨੂੰ ਵਧੇਰੇ ਸੁੱਖ ਆਰਾਮ ਦੇਣਾ ਚਾਹੁੰਦੇ ਹਾਂ। ਇਹ ਵੀ ਮਹਿਮਾਨ ਉੱਤੇ ਨਿਰਭਰ ਕਰਦਾ ਹੈ ਕਿ ਸਾਡਾ ਨੌਕਰ ਬੂਹਾ ਖੋਲ੍ਹੇਗਾ, ਸਾਡਾ ਬੱਚਾ, ਜਾਂ ਅਸੀਂ ਆਪ ਖੋਲ੍ਹਾਂਗੇ। ਜਿਹੋ ਜਿਹਾ ਮਹਿਮਾਨ ਹੁੰਦਾ ਹੈ ਉਹੋ ਜਿਹਾ ਅਸੀਂ ਵਰਤਾਰਾ ਕਰਦੇ ਹਾਂ। ਕਈ ਰਿਸ਼ਤੇ ਬਾਹਰੋਂ ਟੁੱਟ ਜਾਂਦੇ ਹਨ ਪਰ ਮਨ 'ਚ ਵਸੇ ਰਹਿੰਦੇ ਹਨ। ਟੁੱਟੀਆਂ ਗੰਢਣ ਲਈ ਜਦੋਂ ਸ਼ਬਦ ਸਾਡਾ ਸਾਥ ਛੱਡ ਜਾਣ ਤਾਂ ਅਸੀਂ ਵਿਸ਼ੇਸ਼ ਸੰਕੇਤਾਂ, ਹਰਕਤਾਂ ਦੀ ਓਟ ਲੈਂਦੇ ਹਾਂ। ਜਦੋਂ ਕੋਈ ਸਾਨੂੰ ਸਲਾਬੀ ਜਿਹੀ ਵਧਾਈ ਦੇਵੇ ਤਾਂ ਸਾਡੀ ਖੁਸ਼ੀ ਵਿੱਚ ਨਹੀਂ, ਦਰਦ 'ਚ ਵਾਧਾ ਹੁੰਦਾ ਹੈ। ਕਈ ਵਾਰੀ ਅਸੀਂ ਆਪਣੇ ਆਪ ਨਾਲ ਗੁੱਸੇ ਹੁੰਦੇ ਹਾਂ, ਸੋ ਕਿਸੇ ਨੂੰ ਸਲਾਮ ਕਹਿਣ ਦੀ ਸਾਡੇ 'ਚ ਸਮਰੱਥਾ ਹੀ ਨਹੀਂ ਹੁੰਦੀ। ਇਸਤਰੀਆਂ ਨਾ ਕੇਵਲ ਪ੍ਰਣਾਮ ਸਲਾਮ ਵਧੇਰੇ ਕਰਦੀਆਂ ਹਨ, ਉਹ ਬੁਲਾਏ ਜਾਣਾ ਵੀ ਵਧੇਰੇ ਪਸੰਦ ਕਰਦੀਆਂ ਹਨ। ਕੋਈ ਵੀ ਇੰਨਾ ਰੁੱਝਿਆ ਹੋਇਆ ਨਹੀਂ ਹੁੰਦਾ ਕਿ ਉਸ ਕੋਲ ਸਲਾਮ ਦਾ ਜਵਾਬ ਦੇਣ ਦਾ ਵੀ ਸਮਾਂ ਨਾ ਹੋਵੇ। ਵਧੇਰੇ ਸਲਾਮਾਂ ਸਾਨੂੰ ਵਧੇਰੇ ਆਈਆਂ ਚਿੱਠੀਆਂ ਵਾਂਗ ਪ੍ਰਸੰਨ ਕਰਦੀਆਂ ਹਨ, ਜਿਨ੍ਹਾਂ ਨਾਲ ਸਾਨੂੰ ਆਪਣੇ ਮਹੱਤਵਪੂਰਨ ਹੋਣ ਦਾ ਅਹਿਸਾਸ ਹੁੰਦਾ ਹੈ। ਜਿੱਥੇ ਕਿਧਰੇ ਵੀ ਜੀਵਨ ਹੈ ਉੱਥੇ ਖਤਰੇ ਹਨ। ਜਿੱਥੇ ਕਿਧਰੇ ਵੀ ਖਤਰੇ ਹਨ ਉਹਨਾਂ ਤੋਂ ਬਚਣ ਦੀ ਇੱਛਾ ਵੀ ਸੁਭਾਵਕ ਹੈ। ਇਹ ਇੱਛਾ ਮਿਲਵਰਤਨ ਦੀ ਭਾਵਨਾ ਜਗਾਉਂਦੀ ਹੈ। ਮਿਲਵਰਤਨ ਦੀ ਭਾਵਨਾ ਸਲਾਮ ਨਾਲ ਜਨਮਦੀ ਹੈ। ਆਪਣੀ ਮਿਲਵਰਤਨ ਅਤੇ ਹਮਦਰਦੀ ਦਾ ਪ੍ਰਗਟਾਵਾ ਕਰਨ ਲਈ ਅਸੀਂ ਵੱਖਰੀ ਭਾਂਤੀ ਸਲਾਮ ਵਰਤਦੇ ਹਾਂ। ਕਿਸੇ ਨੂੰ ਉਹਦੇ ਕਿਸੇ ਨਜ਼ਦੀਕੀ ਰਿਸ਼ਤੇਦਾਰ ਜਾਂ ਮਿੱਤਰ ਪਿਆਰੇ ਦੀ ਮੌਤ ਉਪਰੰਤ ਜਦੋਂ ਅਸੀਂ ਮਿਲਦੇ ਹਾਂ ਤਾਂ ਉਸ ਨਾਲ ਹੱਥ ਵੀ ਮਿਲਾਉਂਦੇ ਹਾਂ, ਗਲਵੱਕੜੀ ਵੀ ਪਾਉਂਦੇ ਹਾਂ ਅਤੇ ਰੋਂਦੇ ਵੀ ਹਾਂ। ਇਹ ਦੂਰੀ ਜਾਂ ਤੀਰੀ ਸੰਘਣੀ ਸਲਾਮ ਹੁੰਦੀ ਹੈ। ਕਈ ਵਾਰ ਸਿਰ ਨਾਲ ਸਿਰ ਜੋੜ ਕੇ ਰੋਇਆ ਜਾਂਦਾ ਹੈ। ਇਵੇਂ ਅਸੀਂ ਸ਼ਬਦਾਂ ਨਾਲ ਹੀ ਨਹੀਂ, ਅਥਰੂਆਂ ਨਾਲ ਵੀ ਇੱਕ ਦੂਜੇ ਦਾ ਹਾਲ ਪੁੱਛਦੇ ਹਾਂ। ਹੱਥ ਫੜ ਕੇ ਜਾਂ ਪਿੱਠ ਥਾਪੜ ਕੇ ਜਾਂ ਸਿਰ ਪਲੋਸ ਕੇ ਜਾਂ ਮੋਢੇ ਉੱਤੇ ਹੱਥ ਰੱਖ ਕੇ ਅਸੀਂ ਨਿੱਕੀ ਗਲਵੱਕੜੀ ਦਾ ਪ੍ਰਭਾਵ ਦਿੰਦੇ ਹਾਂ। ਹਮਦਰਦੀ ਅਤੇ ਮਿਲਵਰਤਨ ਦੇ ਉਪਰੋਕਤ ਪ੍ਰਗਟਾਵਿਆਂ ਨਾਲ ਵੱਡੇ ਵੱਡੇ ਦੁੱਖ ਵੀ ਸਹਿਣਯੋਗ ਹੋ ਜਾਂਦੇ ਹਨ। ਜਾਨਵਰਾਂ ਵਿੱਚ ਵੀ ਇੱਕ ਦੂਜੇ ਨੂੰ ਮਿਲਣ ਸਮੇਂ ਸਲਾਮ ਵਰਗੇ ਕੁਝ ਸੰਕੇਤ ਵੇਖਣ ਨੂੰ ਮਿਲਦੇ ਹਨ, ਪਰ ਮਾਨਵ ਜਾਤੀ ਨੇ ਇਹਨਾਂ ਸੰਕੇਤਾਂ, ਵਰਤਾਰਿਆਂ ਅਤੇ ਅਜਿਹੇ ਸ਼ਬਦਾਂ ਦਾ ਪੂਰਾ ਤਾਣਾ ਪੇਟਾ ਉਸਾਰਿਆ ਹੋਇਆ ਹੈ। ਜਾਨਵਰਾਂ ਵਿੱਚ ਵਿਦਾਇਗੀ ਦੇ ਸੰਕੇਤ ਨਹੀਂ ਮਿਲਦੇ। ਸ਼ਾਇਦ ਨੇੜੇ ਤੇੜੇ ਰਹਿਣ ਕਾਰਨ ਉਹਨਾਂ ਨੂੰ ਵਿਦਾ ਹੋਣ ਦਾ ਅਹਿਸਾਸ ਹੀ ਨਹੀਂ ਹੁੰਦਾ। ਮਨੁੱਖਾਂ 'ਚ ਮਿਲਣੀ ਦੇ ਵਰਤਾਰੇ ਆਮ ਕਰਕੇ ਪ੍ਰਸੰਨਤਾ ਵਾਲੇ ਅਤੇ ਤਸੱਲੀ ਵਾਲੇ ਹੁੰਦੇ ਹਨ, ਜਦੋਂ ਕਿ ਵਿਦਾਇਗੀ ਅਤੇ ਵਿਛੋੜੇ ਦੇ ਵਰਤਾਰੇ ਅਕਸਰ ਗੰਭੀਰ ਅਤੇ ਉਦਾਸੀ ਵਾਲੇ ਹੁੰਦੇ ਹਨ। ਜਿਉਂ-ਜਿਉਂ ਕਬੀਲੇ ਵੱਡੇ ਹੁੰਦੇ ਗਏ ਅਤੇ ਖਿੰਡਦੇ ਗਏ ਹਨ, ਤਿਉਂ-ਤਿਉਂ ਮਿਲਣੀ ਅਤੇ ਵਿਦਾਇਗੀ ਦੇ ਅਵਸਰ ਵੀ ਵੱਧਦੇ ਗਏ ਹਨ। ਇਹਨਾਂ ਅਵਸਰਾਂ ਨੇ ਮਨੁੱਖੀ ਵਿਹਾਰ ਨੂੰ ਨੇਮਬੱਧ ਕੀਤਾ ਹੈ ਅਤੇ ਮਨੁੱਖ ਨੂੰ ਇਸ ਯੋਗ ਬਣਾਇਆ ਕਿ ਉਹ ਖਿੜੇ ਮੱਥੇ ਦੂਜਿਆਂ ਨੂੰ ਕਹਿ ਸਕੇ, ਸਾਡੀ ਸਲਾਮ ਕਬੂਲ ਕਰਨਾ। ਧੰਨਵਾਦ। ਡਾਕਟਰ ਨਰਿੰਦਰ ਸਿੰਘ ਕਪੂਰ ਦੀ ਪੁਸਤਕ ਆਮੋ ਸਾਹਮਣੇ ਦਾ ਅਗਲਾ ਲੇਖ ਹੈ, ਲਾਵਾਂ ਫੇਰਿਆਂ ਤੋਂ ਬਾਅਦ ਅਣਬਣ। ਮਨੁੱਖ ਸਫਲ ਹੋਣ ਦੇ ਮੁਕਾਬਲੇ ਅਸਫਲ ਹੋਣ ਵਿੱਚ ਵਧੇਰੇ ਮਾਹਿਰ ਹੈ।
ਮਨੁੱਖ ਜਾਤੀ ਨੇ ਭਾਵੇਂ ਬਹੁਤ ਮੱਲਾਂ ਮਾਰੀਆਂ ਹਨ, ਪਰ ਆਪਣੇ ਸਫ਼ਰ ਦੇ ਹਰ ਮਹੱਤਵਪੂਰਨ ਪੜਾਅ 'ਤੇ ਮਨੁੱਖ ਅਸਫਲ ਰਿਹਾ ਹੈ। ਇਸਤਰੀ ਲਈ ਕੋਈ ਨਰਕ ਨਹੀਂ ਹੁੰਦਾ, ਕਿਉਂਕਿ ਉਹ ਇੱਥੇ ਪੁਰਸ਼ ਹੱਥੋਂ ਬਹੁਤ ਕੁਝ ਬਰਦਾਸ਼ਤ ਕਰ ਲੈਂਦੀ ਹੈ। ਜ਼ਿੰਦਗੀ ਦੇ ਚਾਨਣੇ ਪੱਖ ਨੂੰ ਜਾਣਨਾ ਮਨੁੱਖ ਦਾ ਜਿੰਮਾ ਹੈ। ਮਿਹਨਤ ਰਾਹੀਂ, ਖੋਜ ਰਾਹੀਂ, ਕੁਰਬਾਨੀ ਰਾਹੀਂ, ਪਿਆਰ ਰਾਹੀਂ, ਲਾਵਾਂ ਫੇਰਿਆਂ ਰਾਹੀਂ, ਪਰ ਮਨੁੱਖ ਨੇ ਇਸਤਰੀ ਨੂੰ ਬਿਠਾਇਆ ਹੀ ਹਨੇਰੇ 'ਚ ਹੋਇਆ, ਜਿੱਥੇ ਸਾਹ ਨਿੱਕੇ ਤੇ ਹੌਕੇ ਲੰਮੇ ਹੁੰਦੇ ਜਾ ਰਹੇ ਹਨ। ਹੌਕਿਆਂ ਨਾਲ ਕਾਲੀਆਂ ਰਾਤਾਂ ਹੋਰ ਕਾਲੀਆਂ, ਹੋਰ ਉਦਾਸ ਤੇ ਹੋਰ ਲੰਮੀਆਂ ਹੁੰਦੀਆਂ ਜਾ ਰਹੀਆਂ ਹਨ। ਪਿਆਰ ਕਿਸੇ ਵੱਲੋਂ ਦੂਜੇ ਦੇ ਯੋਗ ਹੋਣ ਦੀ ਜੱਦੋ ਜਹਿਦ ਹੁੰਦਾ ਹੈ। ਪਤਨੀ ਨਾਲ ਇੱਕ ਸੁਰ ਹੋਏ ਬਿਨਾਂ ਪਤੀ ਪਰੇਸ਼ਾਨ ਰਹਿਣਗੇ। ਮੁਕਾਬਲੇ ਦਾ ਜੀਵਨ ਇਕੱਲਤਾ ਦਾ ਜੀਵਨ ਹੈ। ਘੱਟ ਜਾਂ ਵੱਧ ਸ਼ਬਦ ਪਿਆਰ ਦੇ ਸੰਦਰਭ ਵਿੱਚ ਕੋਈ ਅਰਥ ਨਹੀਂ ਰੱਖਦੇ। ਪਿਆਰ ਦੇ ਰਿਸ਼ਤੇ ਅੱਗੇ ਲੰਘ ਜਾਣ ਜਾਂ ਪਿੱਛੇ ਛੱਡ ਜਾਣ ਦੀ ਥਾਂ ਬਰਾਬਰੀ, ਹਮਦਰਦੀ ਤੇ ਸਹਿਣਸ਼ੀਲਤਾ 'ਤੇ ਟਿਕੇ ਹੁੰਦੇ ਹਨ। ਕੋਈ ਵੀ ਇਸਤਰੀ ਆਪਣੇ ਮਰਦ ਨੂੰ ਵੰਡਿਆ ਹੋਇਆ ਨਹੀਂ ਵੇਖ ਸਕਦੀ। ਉਹ ਚਾਹੁੰਦੀ ਹੈ ਕਿ ਉਹਦਾ ਪਤੀ ਉਹਦਾ ਪਹਿਲਾ ਪਿਆਰ ਬਣੇ ਤੇ ਉਹ ਆਪਣੇ ਪਤੀ ਦਾ ਅੰਤਿਮ ਪਿਆਰ ਹੋ ਨਿਬੜੇ। ਸੋ ਸੁਭਾਵਕ ਹੀ ਅਜੋਕੀ ਇਸਤਰੀ ਵਿੱਚ ਬਰਾਬਰੀ ਦੇ ਆਧਾਰ 'ਤੇ ਵਿਚਰਨ ਦੀ ਤਾਂਘ ਹੈ। ਇਸਤਰੀ ਦੀ ਸੂਝ ਪੁਰਸ਼ ਦੀ ਅਕਲ ਨਾਲੋਂ ਉੱਚੀ ਹੈ। ਅਨੁਭਵ ਦੇ ਕਈ ਬੰਦ ਬੂਹੇ ਉਹਨੇ ਖੋਲ੍ਹ ਲਏ ਹਨ। ਉਹ ਵੀ ਆਪਣੇ ਮਨ ਦੀ ਸਲੇਟ 'ਤੇ ਆਪਣੇ ਜੀਵਨ ਦੇ ਸਵਾਲ ਕੱਢਣ ਲੱਗ ਪਈ ਹੈ। ਸੋਚਣਾ ਉਹਨੂੰ ਹੁਣ ਮੁਸ਼ਕਿਲ ਨਹੀਂ ਲੱਗਦਾ। ਆਪਣੀ ਗੱਲ ਨੂੰ ਕਹਿਣ ਦਾ ਢੰਗ ਉਹਨੇ ਸਿੱਖ ਲਿਆ, ਪਰ ਪੁਰਸ਼ ਅਜੇ ਮੰਨਣ ਵਾਸਤੇ ਤਿਆਰ ਨਹੀਂ ਕਿ ਜੀਵਨ ਦੀ ਖੇਡ ਦੇ ਨਿਯਮ ਬਦਲ ਗਏ ਹਨ। ਹੁਣ ਸਵੇਰ ਅੱਗੇ ਨਾਲੋਂ ਜਲਦੀ ਹੋਣ ਲੱਗ ਪਈ ਹੈ। ਚੁੱਪ ਸਹਿਮਤੀ ਨਹੀਂ, ਰੋਸ ਦਾ ਪ੍ਰਗਟਾਵਾ ਵੀ ਹੋ ਸਕਦੀ ਹੈ। ਕਸੀ ਹੋਈ ਰੱਸੀ 'ਤੇ ਟੁਰਨਾ ਤਮਾਸ਼ਾ ਹੀ ਨਹੀਂ, ਜਿਉਂਦੇ ਰਹਿਣ ਦਾ ਇੱਕ ਉਪਰਾਲਾ ਜਾਂ ਤਰਲਾ ਵੀ ਹੋ ਸਕਦਾ ਹੈ। ਜ਼ਰੂਰੀ ਨਹੀਂ ਕਿ ਤਲਵਾਰਾਂ ਦੇ ਵਾਰ ਢਾਲਾਂ ਨਾਲ ਹੀ ਸਹੇ ਜਾਣ। ਬਨਾਰਸੀ ਸਾੜੀ ਵਿੱਚ ਸਤੀ ਸਵਿਤਰੀ ਦੀ ਥਾਂ ਚੰਡੀ ਵੀ ਹੋ ਸਕਦੀ ਹੈ। ਹੁਣ ਪਤਨੀਆਂ ਸੇਲ ਉੱਤੇ ਨਹੀਂ ਲੱਗਦੀਆਂ। ਸਮਾਜ ਵਿੱਚ ਪੁਰਸ਼ ਤੋਂ ਸਿਵਾਏ ਸਭ ਕੁਝ ਬਦਲ ਗਿਆ ਹੈ। ਇਹੀ ਕਾਰਨ ਹੈ ਕਿ ਪਤੀ ਤੇ ਪਤਨੀ ਵਿਚਕਾਰ ਵਿੱਥ ਵਾਪਰ ਰਹੀ ਹੈ। ਇਹਦਾ ਇੱਕ ਕਾਰਨ ਇਹ ਵੀ ਹੈ ਕਿ ਵਿਆਹ ਦੀ ਉਮਰ ਰੁਜ਼ਗਾਰ ਦੇ ਵਸੀਲਿਆਂ ਨਾਲ ਜੁੜ ਗਈ ਹੈ। ਰੁਜ਼ਗਾਰ ਦੇ ਵਸੀਲੇ ਸੌਖੇ ਤੇ ਸਿੱਧੇ ਨਹੀਂ ਰਹੇ। ਵਸੀਲਿਆਂ ਦੀ ਘਾਟ ਕਾਰਨ ਵੱਡੇ ਉਦੇਸ਼ ਮਿਥਣੇ ਅਸੰਭਵ ਪ੍ਰਤੀਤ ਹੋਣ ਲੱਗ ਪਏ ਹਨ। ਪਰ ਵੱਡੇ ਉਦੇਸ਼ਾਂ ਤੋਂ ਬਿਨਾਂ ਅਸੀਂ ਸਾਰੇ ਨਿੱਕੇ ਲੋਕ ਹਾਂ। ਲੋੜ ਵੱਡੀਆਂ ਪ੍ਰਾਪਤੀਆਂ ਦੀ ਨਹੀਂ, ਵੱਡੇ ਉਦੇਸ਼ਾਂ ਦੀ ਹੈ, ਜਿਹੜੇ ਧਰੂ ਤਾਰੇ ਵਾਂਗ ਸਾਨੂੰ ਰਾਹ ਵਿਖਾਉਣ। ਲਗਭਗ ਅਸੀਂ ਸਾਰੇ ਉਦੇਸ਼ਾਂ ਤੋਂ ਬਿਨਾਂ ਹੀ ਵੱਡੀਆਂ ਪ੍ਰਾਪਤੀਆਂ ਦੀ ਰੀਝ ਪਾਲ ਰਹੇ ਹਾਂ। ਪਰ ਕੋਈ ਨਹੀਂ ਜਾਣਦਾ ਕਿ ਖੁਸ਼ੀ ਤਾਂ ਨਿੱਕੀਆਂ ਗੱਲਾਂ ਵਿੱਚੋਂ ਮਿਲਦੀ ਹੈ, ਪਰ ਇਹ ਖੁਸ਼ੀ ਸਾਂਝੀ ਹੋਣ ਕਾਰਨ ਵੱਡੀ ਹੋ ਜਾਂਦੀ ਹੈ ਤੇ ਇਵੇਂ ਵੱਡੇ ਉਦੇਸ਼ ਵੀ ਸਾਡੀ ਪਹੁੰਚ 'ਚ ਆ ਜਾਂਦੇ ਹਨ। ਇਸਤਰੀ ਤੇ ਪੁਰਸ਼ ਦੋਵੇਂ ਵੱਖ-ਵੱਖ ਢੰਗਾਂ ਨਾਲ ਸੋਚਦੇ ਹਨ ਤੇ ਵਿਚਰਦੇ ਹਨ। ਜਦੋਂ ਇਸਤਰੀ ਪੁਰਸ਼ ਵਿੱਚ ਸਹਿਮਤੀ ਹੁੰਦੀ ਹੈ ਤਾਂ ਅੰਤਮ ਨਿਰਣਾ ਭਾਵੇਂ ਇੱਕ ਹੀ ਹੁੰਦਾ, ਪਰ ਦੋਹਾਂ ਦਾ ਤਰਕ ਵੱਖਰਾ ਵੱਖਰਾ ਹੁੰਦਾ ਹੈ। ਇਸਤਰੀ ਲਈ ਪਿਆਰ ਦੇ ਅਰਥ ਹੋਰ ਹਨ, ਪੁਰਸ਼ ਲਈ ਹੋਰ। ਇਸਤਰੀ ਮਾਫ਼ ਕਰਦੀ ਹੈ, ਭੁੱਲ ਜਾਂਦੀ ਹੈ ਤੇ ਅਣਡਿੱਠ ਕਰਦੀ ਹੈ, ਪਰ ਪੁਰਸ਼ ਬਦਲਾ ਲੈਂਦਾ ਹੈ, ਮੁੜ-ਮੁੜ ਯਾਦ ਕਰਾਉਂਦਾ ਤੇ ਯਾਦ ਰੱਖਦਾ ਹੈ। ਥੱਕੀਆਂ ਹੋਈਆਂ ਇਸਤਰੀਆਂ ਥੱਕੇ ਹੋਏ ਮਰਦਾਂ ਨਾਲੋਂ ਵਧੇਰੇ ਬੋਲਦੀਆਂ ਹਨ। ਇਸਤਰੀ ਆਪਣੇ ਮਨ ਦੀ ਭਾਨ ਨੂੰ ਵਧੇਰੇ ਚਿਰ ਸਾਂਭ ਕੇ ਰੱਖਦੀ ਹੈ। ਪੁਰਸ਼ ਲਈ ਵਿਆਹ ਕਦੇ ਵੀ ਕਰ ਲੈਣ ਵਾਲਾ ਕੰਮ ਹੁੰਦਾ ਹੈ। ਇਸਤਰੀ ਲਈ ਵਿਆਹ ਕੇਵਲ ਇੱਕ ਵਾਰੀ ਮਿਲਣ ਵਾਲਾ ਅਵਸਰ ਹੁੰਦਾ ਹੈ। ਕਈਆਂ ਦੇ ਜੀਵਨ 'ਚ ਵਿਆਹ ਉਪਰੰਤ ਕੁਝ ਅਜਿਹਾ ਵਾਪਰ ਜਾਂਦਾ ਹੈ ਕਿ ਖੁਸ਼ਬੂ ਦੇ ਮੇਲੇ ਖਿੰਡਰ ਜਾਂਦੇ ਹਨ, ਰਾਹ ਕਦਮਾਂ ਵਿੱਚ ਸੱਪ ਬਣ ਜਾਂਦੇ ਹਨ, ਕੋਈ ਸੀਣ ਉੱਧੜ ਜਾਂਦੀ ਹੈ, ਮਨ ਦੇ ਆਲਿਆਂ 'ਚ ਜਗਦੀ ਜੋਤ ਬੁੱਝ ਜਾਂਦੀ ਹੈ। ਜ਼ਿੰਦਗੀ ਦੀ ਪੀਂਘ ਝੂਲਦਿਆਂ ਅਚਾਨਕ ਡਿੱਗ ਪੈਣ ਦਾ ਅਹਿਸਾਸ ਹੁੰਦਾ ਹੈ। ਸਾਰੇ ਖੱਤ ਬੇਰੰਗ ਵਾਪਸ ਮੁੜ ਆਉਂਦੇ ਹਨ। ਆਰਤੀ ਲਈ ਦੀਵਿਆਂ ਵਾਲਾ ਥਾਲ ਅਥਰੂਆਂ ਨਾਲ ਭਰ ਜਾਂਦਾ ਹੈ ਅਤੇ ਸਾਡੇ ਕੋਲ ਆਪਣੇ ਹੀ ਘਰ ਦਾ ਰਾਹ ਗੁਆਚ ਜਾਂਦਾ ਅਤੇ ਰਾਗ ਉਦਾਸੀ ਦੀ ਧੁਨ ਉੱਚੀ ਹੋਣ ਲੱਗ ਪੈਂਦੀ ਹੈ। ਇਸਤਰੀ ਚਾਹੁੰਦੀ ਹੈ ਕਿ ਉਹਦਾ ਪਤੀ ਉਹਨੂੰ ਜਦੋਂ ਮਿਲੇ ਤਾਂ ਕੁਝ ਚਿਰ ਲਈ ਉਹ ਘੜੀਆਂ, ਘੰਟੇ, ਵਕਤ ਸਭ ਕੁਝ ਪਿੱਛੇ ਛੱਡ ਆਏ ਤੇ ਉਸ ਨਾਲ ਇਵੇਂ ਚੱਲੇ ਜਿਵੇਂ ਭਰਿਆ ਦਰਿਆ ਚੱਲਦਾ ਹੈ,
ਤਾਂ ਕਿ ਉਹ ਆਪ ਹਵਾ ਵਾਂਗ ਵਗ ਸਕੇ। ਪਰ ਕੁਝ ਅਜਿਹਾ ਵਾਪਰ ਜਾਂਦਾ ਕਿ ਉਹਦੇ ਮੂੰਹ 'ਤੇ ਚੁੱਪ ਦਾ ਜੰਦਰਾ ਲੱਗ ਜਾਂਦਾ ਹੈ ਅਤੇ ਉਹ ਸੋਚਦੀ ਹੈ ਕਿ ਆਪਾਂ ਕਦੇ ਮਿਲੇ ਸੀ, ਕੀ ਤੂੰ ਮੈਨੂੰ ਸੱਚੀ ਮੁੱਚੀ ਮਿਲਿਆ ਸੀ। ਉਹਨੂੰ ਲੱਗਦਾ ਜਿਵੇਂ ਕੋਈ ਬਿਨ ਬੋਲੇ ਉਹਦੇ ਸੀਨੇ ਨਾਲ ਲੱਗ ਟੁਰ ਰਿਹਾ ਹੋਵੇ। ਉਹਨੂੰ ਜੁੱਤੀ ਤੰਗ ਤੇ ਜ਼ਿੰਦਗੀ ਦਾ ਸਫ਼ਰ ਲੰਮਾ ਹੋ ਗਿਆ ਪ੍ਰਤੀਤ ਹੁੰਦਾ ਹੈ। ਵਿਆਹ ਉਪਰੰਤ ਉਪਜਣ ਵਾਲੀਆਂ ਅਣਬਣ ਦੀਆਂ 2 ਜਾਂ 2 ਤੋਂ ਵੱਧ ਧਿਰਾਂ ਹੁੰਦੀਆਂ ਹਨ। ਇਹ ਸਮੱਸਿਆ ਇਸ ਲਈ ਗੰਭੀਰ ਤੇ ਵਧੇਰੇ ਧਿਆਨ ਮੰਗਣ ਵਾਲੀ ਹੁੰਦੀ ਹੈ ਕਿਉਂਕਿ ਇਸ ਵਿੱਚ 2 ਜਿਉਂਦੇ ਜਾਗਦੇ ਵਿਅਕਤੀਆਂ ਦਾ ਭਵਿੱਖ ਉਲਝਿਆ ਹੁੰਦਾ ਹੈ। ਅਣਬਣ ਦੇ ਕਈ ਕਾਰਨ ਹੋ ਸਕਦੇ ਹਨ, ਜਿਵੇਂ ਬਿਸਤਰੇ ਵਿਚਲਾ ਸੰਬੰਧ, ਆਮਦਨ ਤੇ ਘਰ ਵਿੱਚ ਰਹਿਣ ਵਾਲੇ ਹੋਰ ਵਿਅਕਤੀ। ਕਾਰਨ ਕੋਈ ਵੀ ਹੋਵੇ, ਇਹ ਪਤੀ ਪਤਨੀ ਦੇ ਸਮੁੱਚੇ ਰਿਸ਼ਤੇ ਨੂੰ ਪ੍ਰਭਾਵਿਤ ਕਰਦਾ ਹੈ। ਇਹ ਮੰਨ ਲੈਣਾ ਚਾਹੀਦਾ ਹੈ ਕਿ ਹੁਣ ਵਿਆਹ ਪਹਿਲਾਂ ਵਾਲਾ ਇੱਕ ਸਦੀਵੀ ਤੇ ਪਵਿੱਤਰ ਰਿਸ਼ਤਾ ਨਹੀਂ ਰਿਹਾ। ਕਈ ਵਾਰੀ ਪਤੀ ਪਤਨੀ ਦੀ ਆਪਸੀ ਕੋਈ ਸਮੱਸਿਆ ਨਹੀਂ ਹੁੰਦੀ, ਪਰ ਘਰ ਦੇ ਕਿਸੇ ਵਿਅਕਤੀ ਦਾ ਵਿਹਾਰ ਉਹਨਾਂ ਦੇ ਆਪਸੀ ਰਿਸ਼ਤੇ ਨੂੰ ਲੀਹ ਤੋਂ ਲਾ ਦਿੰਦਾ ਹੈ। ਅਜਿਹੀਆਂ ਅਣਬਣਾਂ ਦਾ ਕਈ ਵਾਰੀ ਕਾਰਨ ਇਹ ਹੁੰਦਾ ਹੈ ਕਿ ਵਿਆਹ ਸੋਚ ਸਮਝ ਕੇ ਨਹੀਂ ਕੀਤਾ ਗਿਆ ਹੁੰਦਾ ਜਾਂ ਕਿਸੇ ਦੀ ਕੜੀ ਵਿਰੋਧਤਾ ਦੇ ਬਾਵਜੂਦ ਵਿਆਹ ਕੀਤਾ ਗਿਆ ਹੁੰਦਾ ਹੈ। ਕਈ ਵਾਰੀ ਇਹ ਵੀ ਕਾਰਨ ਹੁੰਦਾ ਹੈ ਕਿ ਵਿਆਹ ਕਰਨ 'ਚ ਕਾਹਲੀ ਵਰਤੀ ਗਈ ਹੁੰਦੀ ਹੈ ਜਾਂ ਰਿਸ਼ਤਾ ਕਰਨ ਸਮੇਂ ਕੋਈ ਝੂਠ ਬੋਲਿਆ ਗਿਆ ਹੁੰਦਾ ਹੈ ਜਾਂ ਕੋਈ ਕੀਤਾ ਵਾਅਦਾ ਤੋੜਿਆ ਗਿਆ ਹੁੰਦਾ ਹੈ। ਹਰ ਅਣਬਣ ਦਾ ਵੱਖਰਾ ਕਾਰਨ ਹੁੰਦਾ ਹੈ, ਪਰ ਨਤੀਜਾ ਇੱਕ ਹੀ ਹੁੰਦਾ ਹੈ, ਅਰਥਾਤ ਪਤਨੀ ਆਪਣੇ ਪੇਕੇ ਜਾਣ ਲਈ ਮਜਬੂਰ ਹੁੰਦੀ ਹੈ, ਜਿੱਥੇ ਉਹ ਬੁਝੇ ਹੋਏ ਸਵਾਲਾਂ ਵਾਲੀ ਸਲੇਟ ਲੈ ਕੇ ਆਪਣੀ ਉਂਗਲੀ ਦੀ ਸਲੇਟੀ ਨਾਲ ਜ਼ਿੰਦਗੀ ਨੂੰ ਜਮ੍ਹਾਂ ਮਨਫੀ ਕਰਦੀ ਰਹਿੰਦੀ ਹੈ ਤੇ ਉਹਦੇ ਹਰ ਪ੍ਰਸ਼ਨ ਦਾ ਉੱਤਰ 0 ਵਿੱਚ ਨਿਕਲਦਾ ਹੈ। ਬੱਚਾ ਕੋਲ ਹੋਣ ਦੀ ਸੂਰਤ ਵਿੱਚ ਸੋਚਣ ਨਾਲ ਉਹਦਾ ਦਰਦ ਵੱਧਦਾ ਹੈ। ਪੂਰਬੀ ਦੇਸ਼ਾਂ 'ਚ ਅਸੀਂ ਵਿਆਹ ਕਰਨ ਉਪਰੰਤ ਪਿਆਰ ਕਰਦੇ ਹਾਂ, ਜਦਕਿ ਪੱਛਮੀ ਦੇਸ਼ਾਂ ਵਿੱਚ ਪਿਆਰ ਕਰਨ ਉਪਰੰਤ ਵਿਆਹ ਕੀਤਾ ਜਾਂਦਾ ਹੈ। ਕਈ ਵਿਅਕਤੀਆਂ 'ਚ ਸਹੀ ਫੈਸਲਾ ਕਰਨ ਦੀ ਸਮਰੱਥਾ ਨਹੀਂ ਹੁੰਦੀ, ਪਰ ਉਹ ਗਲਤ ਫੈਸਲੇ ਬੜੀ ਯੋਗਤਾ ਨਾਲ ਕਰਦੇ ਹਨ। ਵਿਆਹ ਸੰਬੰਧੀ ਨਿਰਣਾ ਕਰਨ ਲਈ ਜਿੰਨੀ ਗੰਭੀਰਤਾ ਦੀ ਲੋੜ ਹੁੰਦੀ ਹੈ, ਉਹਦੀ ਅਣਹੋਂਦ ਕਾਰਨ ਵੀ ਗੰਭੀਰ ਸਮੱਸਿਆਵਾਂ ਉਪਜਦੀਆਂ ਹਨ। ਆਪਣੇ ਘੇਰੇ ਤੋਂ ਬਾਹਰ ਕਰਵਾਏ ਹੋਏ ਵਿਆਹਾਂ ਉੱਤੇ 2 ਸੱਭਿਆਚਾਰਾਂ 'ਚ ਪੂਰੇ ਉਤਰਨ ਦੀ ਮਜਬੂਰੀ ਹੁੰਦੀ ਹੈ ਤੇ ਇਮਤਿਹਾਨ ਵਧੇਰੇ ਸਖਤ ਹੋਣ ਕਰਕੇ ਸਫਲਤਾ ਦੀ ਸੰਭਾਵਨਾ ਘਟ ਜਾਂਦੀ ਹੈ। ਪੁੱਤਰ ਦੇ ਆਪਣੀ ਮਾਂ ਨਾਲ ਸੁਖਾਵੇਂ ਜਾਂ ਅਣਸੁਖਾਵੇਂ ਸੰਬੰਧ ਉਹਦੇ ਪਤੀ ਵਜੋਂ ਸਫਲ ਜਾਂ ਅਸਫਲ ਹੋਣ ਦਾ ਨਿਰਣਾ ਕਰਦੇ ਹਨ। ਜੇ ਦੋਹਾਂ ਪਰਿਵਾਰਾਂ ਵਿੱਚ ਆਰਥਿਕ ਵਖਰੇਵਾਂ ਅਧਿਕ ਹੋਵੇ ਤਾਂ ਇਸ ਦਾ ਪਤੀ ਪਤਨੀ ਦੇ ਆਪਸੀ ਵਿਹਾਰ 'ਤੇ ਪ੍ਰਭਾਵ ਪੈਣਾ ਸੁਭਾਵਿਕ ਹੁੰਦਾ ਹੈ। ਅਮੀਰ ਘਰ ਦੀ ਧੀ ਆਪਣੇ ਸੀਮਤ ਵਸੀਲਿਆਂ ਵਾਲੇ ਪਤੀ ਦੇ ਘਰ ਵਿੱਚ ਪਿਆਰ ਘੱਟ ਤੇ ਸ਼ਿਕਾਇਤਾਂ ਵਧੇਰੇ ਕਰਦੀ ਹੈ। ਮੁੱਢ ਵਿੱਚ ਉਹਨੇ ਸਮਝਿਆ ਹੁੰਦਾ ਕਿ ਪਿਆਰ ਨਾਲ ਸਾਰੀਆਂ ਸਮੱਸਿਆਵਾਂ ਹੱਲ ਹੋ ਜਾਣਗੀਆਂ, ਪਰ ਕਈ ਸਮੱਸਿਆਵਾਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਦਾ ਪਿਆਰ ਨਾਲ ਕੋਈ ਸੰਬੰਧ ਨਹੀਂ ਹੁੰਦਾ। ਅਜਿਹੀ ਸਥਿਤੀ ਵਿੱਚ ਪਤਨੀ ਘਿਰ ਗਈ ਮਹਿਸੂਸ ਕਰਦੀ ਹੈ ਤੇ ਉਹਨੂੰ ਪਤੀ ਦਾ ਘਰ ਜੇਲ੍ਹ ਤੇ ਪਿਤਾ ਦਾ ਘਰ ਕਿਲ੍ਹਾ ਪ੍ਰਤੀਤ ਹੋਣ ਲੱਗ ਪੈਂਦਾ ਹੈ। ਸਾਡੇ ਦੇਸ਼ ਵਿੱਚ ਵਿਆਹ ਬਹੁਤ ਅਧਿਕ ਆਸ਼ਾਵਾਦੀ ਹੋ ਕੇ ਤੇ ਬਹੁਤ ਵਧੇਰੇ ਆਸਾਂ, ਰੀਝਾਂ ਤੇ ਉਮੀਦਾਂ ਨਾਲ ਕੀਤੇ ਜਾਂਦੇ ਹਨ। ਅਸੀਂ ਅੱਖਾਂ ਮੀਚ ਕੇ ਵਿਆਹ ਕਰਦੇ ਹਾਂ ਤੇ ਜਦੋਂ ਅੱਖਾਂ ਖੋਲ੍ਹਦੇ ਹਾਂ ਤਾਂ ਸਾਡੀ ਬੇੜੀ ਤੂਫਾਨ 'ਚ ਘਿਰ ਚੁੱਕੀ ਹੋਣ ਕਾਰਨ ਘਰ ਨੂੰ ਕਚਹਿਰੀ ਬਣਾ ਲਿਆ ਜਾਂਦਾ ਹੈ, ਜਿੱਥੇ ਪੇਸ਼ੀਆਂ ਪੈਂਦੀਆਂ ਹਨ ਪਰ ਫੈਸਲਾ ਕੋਈ ਨਹੀਂ ਹੁੰਦਾ। ਵਿਆਹ ਤੋਂ ਪਹਿਲਾਂ ਦੋਵੇਂ ਧਿਰਾਂ ਦਾ ਵਿਹਾਰ ਬੜਾ ਉਲਾਰ ਹੁੰਦਾ ਹੈ ਤੇ ਆਪ ਉਲਾਰ ਹੋਣ ਕਾਰਨ ਦੋਵੇਂ ਧਿਰਾਂ ਇੱਕ ਦੂਜੇ ਦੇ ਵਿਹਾਰ ਨੂੰ ਸੁਭਾਵਿਕ ਮੰਨ ਲੈਂਦੀਆਂ ਹਨ। ਵਿਆਹ ਤੋਂ ਪਹਿਲਾਂ ਵੀ ਦੋਵੇਂ ਧਿਰਾਂ ਦੇ ਕਈ ਅਣਸੁਖਾਵੇਂ ਪੱਖ ਉਘੜ ਆਉਂਦੇ ਹਨ, ਪਰ ਦਰਿਆ ਦੇ ਅੱਧ 'ਚ ਪਹੁੰਚੇ ਵਿਅਕਤੀ ਵਾਂਗ ਅਸੀਂ ਆਪਣੇ ਆਪ ਨੂੰ ਭੁਲੇਖਾ ਪਾਉਂਦੇ ਹਾਂ ਕਿ ਸਭ ਕੁਝ ਠੀਕ ਹੋ ਜਾਏਗਾ। ਅਸੀਂ ਭੁੱਲ ਜਾਂਦੇ ਹਾਂ ਕਿ ਸਭ ਕੁਝ ਸੰਸਾਰ ਦੇ ਕਿਸੇ ਵੀ ਰਿਸ਼ਤੇ 'ਚ ਕਦੇ ਵੀ ਪੂਰੀ ਤਰ੍ਹਾਂ ਠੀਕ ਨਹੀਂ ਹੁੰਦਾ। ਪਤੀ ਪਤਨੀ 'ਚ ਅਣਬਣ ਅਕਸਰ ਉਦੋਂ ਆਰੰਭ ਹੁੰਦੀ ਹੈ ਜਦੋਂ ਦੋਵੇਂ ਧਿਰਾਂ ਇੱਕ ਦੂਜੇ ਦੀਆਂ ਲਗਭਗ 25 ਸਾਲ ਪੁਰਾਣੀਆਂ ਤੇ ਪੱਕ ਚੁੱਕੀਆਂ ਆਦਤਾਂ ਨੂੰ ਰਾਤੋਂ ਰਾਤ ਬਦਲਣ ਦੀ ਜ਼ਿੱਦ ਕਰਦੀਆਂ ਹਨ। ਵਿਆਹ ਉਪਰੰਤ ਨਿੱਕੇ ਮੋਟੇ ਟਕਰਾਓ ਸੁਭਾਵਿਕ ਹੁੰਦੇ ਹਨ। ਕਈ ਵਾਰੀ ਇਹ ਲੋੜੀਂਦੇ ਵੀ ਹੁੰਦੇ ਹਨ ਕਿਉਂਕਿ ਚੰਗਾ ਡਰਾਈਵਰ ਬਣਨ ਲਈ ਹੁੱਜ ਕੇ ਤੇ ਮਾੜੀਆਂ ਮੋਟੀਆਂ ਸੱਟਾਂ ਸਹਿਣੀਆਂ ਹੀ ਪੈਂਦੀਆਂ ਹਨ ਤੇ ਵਪਾਰ 'ਚ ਨਿੱਕੇ ਮੋਟੇ ਘਾਟੇ ਬਰਦਾਸ਼ਤ ਕਰਨੇ ਹੀ ਪੈਂਦੇ ਹਨ। ਪਰ ਸਥਿਤੀ ਉਦੋਂ ਗੰਭੀਰ ਹੋ ਜਾਂਦੀ ਹੈ ਜਦੋਂ ਇੱਕ ਧਿਰ ਦੂਜੀ ਧਿਰ ਨੂੰ ਝੱਟ ਪੱਟ ਬਦਲਣ ਲਈ ਮਜਬੂਰ ਕਰਦੀ ਹੈ ਜਾਂ ਉਹਦੀ ਸਮਰੱਥਾ ਜਾਂ ਮਰਜ਼ੀ ਦੇ ਉਲਟ ਉਹਨੂੰ ਕੁਝ ਕਰਨ ਲਈ ਕਹਿੰਦੀ ਹੈ।
ਦੂਜਿਆਂ ਦੀ ਹਾਜ਼ਰੀ ਕਾਰਨ ਗੱਲ ਨਿਖਰਦੀ ਨਹੀਂ ਤੇ ਇਵੇਂ ਲੱਗਣ ਲੱਗ ਪੈਂਦਾ ਹੈ ਕਿ ਸਭ ਕੁਝ ਠੀਕ ਚੱਲ ਰਿਹਾ ਸੀ, ਨੂੰਹ ਨੇ ਆ ਕੇ ਲੈ ਤਾਲ ਵਿਗਾੜ ਦਿੱਤੀ ਹੈ। ਸਹਿਨਸ਼ੀਲਤਾ ਤੋਂ ਬਿਨਾਂ ਨਿੱਘੇ ਰਿਸ਼ਤੇ ਸੰਭਵ ਨਹੀਂ ਹੁੰਦੇ। ਸਥਿਰਤਾ ਜ਼ਿੰਮੇਵਾਰੀ ਦੇ ਅਹਿਸਾਸ ਨਾਲ ਹੀ ਆਉਂਦੀ ਹੈ। ਘਰ 'ਚ ਆਈ ਨਵੀਂ ਇਸਤਰੀ ਨੂੰ ਆਪਣੇ ਪਰਿਵਾਰ ਵਿੱਚ ਸਮੋਹ ਲੈਣ ਦੀ ਖੁਸ਼ੀ ਪ੍ਰਾਪਤ ਕਰਨ ਦੀ ਜਾਂਚ ਅਮੀਰ ਮਨ ਤੋਂ ਬਿਨਾਂ ਸੰਭਵ ਨਹੀਂ ਹੁੰਦੀ, ਕਿਉਂਕਿ ਲੰਮੇ ਰਿਸ਼ਤਿਆਂ ਨੂੰ ਨਿਭਾਉਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਰਹੀ। ਕੋਈ ਘਰ ਹੁੰਦਾ ਜਿੱਥੇ ਆਪਣੇ ਮਨ ਦੀਆਂ ਸਾਰੀਆਂ ਗੱਲਾਂ ਕਹੀਆਂ ਜਾ ਸਕਦੀਆਂ ਹੋਣ। ਮਨੁੱਖ ਦਾ ਇਹ ਦੁਖਾਂਤ ਹੈ ਕਿ ਉਹ ਆਪਣੀ ਰੀਝ ਤੇ ਤਾਂਘ ਨੂੰ ਪ੍ਰਾਪਤ ਕਰਕੇ ਉਸ ਪ੍ਰਤੀ ਅਵੇਸਲਾ ਹੋ ਜਾਂਦਾ ਹੈ। ਪਤਨੀਆਂ ਨੂੰ ਸਮਝਣਾ ਚਾਹੀਦਾ ਹੈ ਕਿ ਅਜੋਕੇ ਯੁੱਗ ਵਿੱਚ ਆਰਥਿਕ ਦਬਾਵਾਂ ਕਾਰਨ ਪੁਰਸ਼ਾਂ ਦੀਆਂ ਚਿੰਤਾਵਾਂ ਵੱਧ ਗਈਆਂ ਹਨ। ਇਹਨਾਂ ਦਬਾਵਾਂ ਦਾ ਹੀ ਸਿੱਟਾ ਹੈ ਕਿ ਪਤਨੀਆਂ ਵੀ ਆਰਥਿਕ ਖੇਤਰ ਵਿੱਚ ਥਕਾਵਟ ਭਰੀ ਦੌੜ ਲਾਉਣ ਲਈ ਮਜਬੂਰ ਹਨ। ਦੋਵੇਂ ਧਿਰਾਂ ਦੀ ਸਰੀਰਕ ਤੇ ਮਾਨਸਿਕ ਥਕਾਵਟ ਇੱਕ ਦੂਜੇ ਨੂੰ ਸਮਝਣ ਦੇ ਰਾਹ ਵਿੱਚ ਰੁਕਾਵਟ ਬਣਦੀ ਹੈ ਤੇ ਅਨੇਕਾਂ ਵਾਰ ਆਮਦਨ ਤੇ ਖਰਚ ਦੀਆਂ ਕਿਸਮਾਂ ਵੀ ਅਣਬਣ ਤੇ ਖਿੱਚੋਤਾਣ ਦਾ ਕਾਰਨ ਬਣ ਜਾਂਦੀਆਂ ਹਨ। ਇਹ ਅਣਬਣ ਸਰੀਰਕ ਮੇਲ ਮਿਲਾਪ ਉੱਤੇ ਭੈੜਾ ਅਸਰ ਪਾਉਂਦੀ ਹੈ ਤੇ ਸਰੀਰਕ ਸਮਾਗਮ ਪ੍ਰਤੀ ਅਣਗਹਿਲੀ ਅਣਬਣ ਨੂੰ ਹੋਰ ਗੰਭੀਰ ਕਰਦੀ ਹੈ। ਅਣਬਣ ਦੀਆਂ ਵੀ ਅਨੇਕਾਂ ਕਿਸਮਾਂ ਹਨ। ਜਿਵੇਂ ਇੱਕ ਅਣਬਣ ਉਹ ਹੈ ਜਿੱਥੇ ਪਤੀ ਪਤਨੀ ਵੱਖ-ਵੱਖ ਥਾਵਾਂ 'ਤੇ ਰਹਿਣ ਲੱਗ ਪੈਂਦੇ ਹਨ, ਤੇ ਇੱਕ ਅਣਬਣ ਉਹ ਹੈ ਜਿੱਥੇ ਉਹ ਰਹਿੰਦੇ ਇੱਕ ਛੱਤ ਥੱਲੇ ਹੀ ਹਨ ਪਰ ਉਹਨਾਂ ਦੇ ਮਨਾਂ ਵਿਚਕਾਰ ਇੱਕ ਕੰਧ ਉਸਰ ਪੈਂਦੀ ਹੈ। ਇਹ ਇੱਕ ਅਣਬਣ ਉਹ ਹੁੰਦੀ ਹੈ ਜਿੱਥੇ ਇੱਕ ਧਿਰ ਬਾਹਰ ਕੋਈ ਸਮਾਨਾਂਤਰ ਰਿਸ਼ਤਾ ਉਸਾਰਦੀ ਹੈ, ਤੇ ਇੱਕ ਅਣਬਣ ਉਹ ਹੁੰਦੀ ਹੈ ਜਿੱਥੇ ਕੋਈ ਬਾਹਰਲੀ ਧਿਰ ਵਧੇਰੇ ਦਖਲ ਦੇਣ ਨਾਲ ਪਤੀ ਪਤਨੀ ਦੇ ਆਪਸੀ ਰਿਸ਼ਤੇ ਨੂੰ ਵਿਗਾੜਦੀ ਹੈ। ਕਈ ਵਾਰੀ ਪਤੀ ਪਤਨੀ ਦੋਹਾਂ ਦੀ ਸ਼ਖਸੀਅਤ ਵਿੱਚ ਇੰਨੀ ਬੇਮੇਲਤਾ ਹੁੰਦੀ ਹੈ ਕਿ ਉਹ ਇੱਕ ਦੂਜੇ ਲਈ ਧੁੰਦ ਤੇ ਧੂਏ ਵਾਂਗ ਵਿਚਰਦੇ ਹਨ। ਸਵੈ ਕਾਬੂ ਤੋਂ ਬਿਨਾਂ ਸਫਲਤਾ ਤੇ ਅਸਫਲਤਾ ਦੋਵੇਂ ਦੁਖਾਂਤ ਬਣ ਜਾਂਦੀਆਂ ਹਨ। ਪਹਿਲੀ ਵਿੱਚ ਪ੍ਰਾਪਤੀ ਤੋਂ ਨਿਰਾਸ਼ਤਾ ਮਿਲਦੀ ਹੈ ਕਿਉਂਕਿ ਹਰ ਪ੍ਰਾਪਤੀ ਸਾਡੀ ਆਸ ਤੋਂ ਘੱਟ ਰਹਿ ਜਾਂਦੀ ਹੈ, ਤੇ ਦੂਜੇ ਵਿੱਚ ਅਪ੍ਰਾਪਤੀ ਦਾ ਸੰਤਾਪ ਹੁੰਦਾ ਹੈ ਕਿਉਂਕਿ ਹਰ ਅਪ੍ਰਾਪਤੀ ਸਾਨੂੰ ਆਪਣੇ ਪਛੜ ਜਾਣ ਦੀ ਪੀੜ ਤੇ ਪਰੇਸ਼ਾਨੀ ਦਿੰਦੀ ਹੈ। ਘਰ ਦਾ ਪ੍ਰਬੰਧ ਵੀ ਕਈ ਵਾਰੀ ਅਣਬਣ ਦਾ ਕਾਰਨ ਬਣਦਾ ਹੈ। ਅਜਿਹੀ ਅਣਬਣ ਦੇ ਕਾਰਨ ਆਰਥਿਕ ਵੀ ਹੁੰਦੇ ਹਨ, ਪਰ ਇਹਨਾਂ ਦਾ ਵਧੇਰੇ ਸੰਬੰਧ ਪ੍ਰਬੰਧ ਦੀ ਕਿਸਮ, ਆਦਤਾਂ ਤੇ ਵਿਉਂਤ ਨਾਲ ਹੀ ਹੁੰਦਾ ਹੈ। ਜਦੋਂ ਇਸਤਰੀ ਪੁਰਸ਼ ਨੂੰ ਘਰ ਵਿੱਚੋਂ ਮਾਨਸਿਕ ਸ਼ਾਂਤੀ ਨਾ ਮਿਲੇ ਤਾਂ ਉਹ ਬਾਹਰ ਰਹਿਣ ਦੇ ਕਾਰਨ ਤੇ ਬਹਾਨੇ ਲੱਭਣ ਲੱਗ ਪੈਂਦੇ ਹਨ। ਸਾਫ਼ ਸੁਥਰਾ ਸਾਂਭਿਆ ਘਰ ਸੁਖਾਵੇਂ ਸੰਬੰਧਾਂ ਦੀ ਸੰਭਾਵਨਾ ਨੂੰ ਉਜਾਗਰ ਕਰਦਾ ਹੈ। ਅਜਿਹੇ ਘਰ 'ਚ ਦਿਨੇ ਵੀ ਪਤੀ ਪਤਨੀ ਨੂੰ ਬਿਸਤਰੇ ਵਾਲੀ ਪਿਆਰ ਤੱਕਣੀ ਨਾਲ ਵੇਖਣ ਲੱਗ ਪੈਂਦਾ ਹੈ। ਇਹ ਉਹ ਘਰ ਹੁੰਦੇ ਹਨ ਜਿੱਥੇ ਪਤੀ ਪਤਨੀ ਅੰਦਰ ਹੁੰਦੇ ਹਨ ਤੇ ਬਾਹਰਲੇ ਬੂਹੇ ਨੂੰ ਜਿੰਦਰਾ ਉਹਨਾਂ ਵੱਲੋਂ ਆਪ ਹੀ ਲਾਇਆ ਗਿਆ ਹੁੰਦਾ ਹੈ। ਕਈ ਅਣਬਣਾਂ ਦਾ ਕਾਰਨ ਝੂਠ ਬੋਲਣ ਦੀ ਆਦਤ ਹੁੰਦੀ ਹੈ। ਵਿਆਹ ਤੋਂ ਪਹਿਲਾਂ ਬੋਲੇ ਗਏ ਝੂਠ ਰਿਸ਼ਤੇ ਨੂੰ ਠੰਡਾ ਕਰਦੇ ਹਨ ਤੇ ਬਦਲਾ ਲੈਣ ਦੀ ਭਾਵਨਾ ਉਪਜਾਉਂਦੇ ਹਨ। ਜਿੱਥੇ ਕੁਝ ਕਰ ਸਕਣ ਦੀ ਸੰਭਾਵਨਾ ਨਾ ਹੋਵੇ ਉੱਥੇ ਪੀੜਤ ਧਿਰ ਸੋਚਦੀ ਹੈ ਕਿ ਜੇ ਦੂਜੇ ਵੱਲੋਂ ਇੱਕ ਵਾਰੀ ਝੂਠ ਬੋਲਿਆ ਗਿਆ ਤਾਂ ਫਿਰ ਵੀ ਬੋਲਿਆ ਜਾ ਸਕਦਾ ਹੈ। ਇਵੇਂ ਝੂਠ ਤੇ ਸੱਚ ਦੀ ਪਛਾਣ ਹੀ ਗੁਆਚ ਜਾਂਦੀ ਹੈ। ਝੂਠ ਵਰਤਮਾਨ ਵਿੱਚ ਤਾਂ ਭਾਵੇਂ ਜੱਚ ਜਾਏ, ਝੂਠ ਦਾ ਭਵਿੱਖ ਨਹੀਂ ਹੁੰਦਾ, ਪਰ ਕਿਉਂਕਿ ਸਾਡਾ ਰਹਿੰਦਾ ਜੀਵਨ ਭਵਿੱਖ ਵਿੱਚ ਗੁਜ਼ਰਨਾ ਹੁੰਦਾ ਹੈ, ਸੋ ਝੂਠ ਬੋਲਣ ਨਾਲ ਅਸੀਂ ਲੰਮੇ ਝਗੜੇ ਸਹੇੜ ਲੈਂਦੇ ਹਾਂ। ਝੂਠ ਕੋਈ ਹੋਵੇ ਉਹ ਕਦੀ ਬੇਮਕਸਦ ਨਹੀਂ ਹੁੰਦਾ ਤੇ ਝੂਠ ਦਾ ਮਕਸਦ ਕਦੀ ਉਸਾਰੂ ਜਾਂ ਚੰਗਾ ਨਹੀਂ ਹੁੰਦਾ। ਅਨੇਕਾਂ ਮਨੁੱਖੀ ਰਿਸ਼ਤੇ ਝੂਠ ਦੀ ਖਟਾਸ ਨਾਲ ਫਟ ਜਾਂਦੇ ਹਨ। ਇੱਕ ਝੂਠ ਛੁਪਾਉਣ ਲਈ ਕਈ ਝੂਠ ਬੋਲਣੇ ਪੈਂਦੇ ਹਨ ਤੇ ਇਵੇਂ ਝੂਠ ਬੋਲਣ ਵਾਲੀ ਧਿਰ ਦੂਜੇ ਦੀਆਂ ਨਜ਼ਰਾਂ 'ਚ ਡਿੱਗ ਜਾਂਦੀ ਹੈ ਤੇ ਰਿਸ਼ਤੇ ਦੀ ਪੱਧਰ ਤੇ ਅਹਿਮੀਅਤ ਨੀਵੀਂ ਹੋ ਜਾਂਦੀ ਹੈ। ਜਦੋਂ ਪਤਨੀ ਪਤੀ ਦੇ ਝੂਠ ਦਾ ਸ਼ਿਕਾਰ ਹੁੰਦੀ ਹੈ ਤਾਂ ਉਹ ਆਪਣੇ ਆਪ ਨੂੰ ਪਤੀ ਅੱਗੇ ਅਰਪਣ ਕਰਨ 'ਚ ਸੰਕੋਚ ਕਰਦੀ ਹੈ ਤੇ ਅਜਿਹੇ ਸੰਕੋਚ ਨੂੰ ਪੱਕਾ ਕਰਨ ਲਈ ਉਹ ਬਿਮਾਰੀ ਵੀ ਸਹੇੜ ਸਕਦੀ ਹੈ। ਜਦੋਂ ਪਤੀ ਨੂੰ ਪਤਨੀ ਦੇ ਝੂਠ ਦਾ ਸ਼ਿਕਾਰ ਹੋਣਾ ਪੈਂਦਾ ਹੈ ਤਾਂ ਪਤੀ ਅਕਸਰ ਹਿੰਸਕ ਹੋ ਜਾਂਦਾ ਹੈ ਤੇ ਪਤਨੀ ਦੀਆਂ ਲੋੜਾਂ ਪ੍ਰਤੀ ਉਹ ਵਿਸਲਾ ਹੀ ਨਹੀਂ ਹੁੰਦਾ, ਸਗੋਂ ਜਾਣ ਬੁੱਝ ਕੇ ਉਹਦੀ ਆਰਥਿਕ ਘੇਰਾਬੰਦੀ ਵੀ ਕਰਦਾ ਹੈ। ਕਈ ਵਾਰ ਕਈ ਸਾਲ ਪੁਰਾਣੇ ਵਿਆਹ ਵੀ ਅਣਬਣ ਦਾ ਸ਼ਿਕਾਰ ਹੋ ਜਾਂਦੇ ਹਨ ਕਿਉਂਕਿ ਪਤੀ ਜਾਂ ਪਤਨੀ ਇੱਕ ਦੂਜੇ ਦੇ ਵਿਸ਼ਵਾਸ ਨੂੰ ਤੋੜਦੇ ਹਨ। ਅਜਿਹੀ ਸਥਿਤੀ ਵਿੱਚ ਸਾਰਾ ਪਿਛਲਾ ਰਿਸ਼ਤਾ ਵੀ ਦੰਭ, ਪਖੰਡ ਤੇ ਧੋਖਾ ਪ੍ਰਤੀਤ ਹੋਣ ਲੱਗ ਪੈਂਦਾ ਹੈ।
ਜੀਵਨ ਵਿੱਚ ਅਨਿਸ਼ਚਿਤਤਾ ਵੱਧ ਜਾਣ ਕਾਰਨ ਪਤਾ ਹੀ ਨਹੀਂ ਲੱਗਦਾ ਕਿ ਜੀਵਨ ਦੇ ਕਿਹੜੇ ਮੋੜ 'ਤੇ ਅਣਬਣ ਹੋ ਜਾਏਗੀ। ਦੂਜੀ ਧਿਰ ਦੀਆਂ ਭਾਵਨਾਵਾਂ ਦੀ ਕਦਰ ਕਰਦਿਆਂ ਵਿਸ਼ਵਾਸ ਦਾ ਇੱਕ ਵਿਸ਼ਾਲ ਵਾਤਾਵਰਨ ਉਸਾਰਨ ਦੀ ਲੋੜ ਹੁੰਦੀ ਹੈ। ਇਸ ਗੱਲ ਦੀ ਵੀ ਲੋੜ ਹੁੰਦੀ ਹੈ ਕਿ ਮੁੱਢ ਵਿੱਚ ਹੀ ਚੰਗੀਆਂ ਕਿਤਾਬਾਂ ਪੜ੍ਹਨ ਦੀ ਆਦਤ ਪਾਈ ਜਾਵੇ ਅਤੇ ਆਪਣੀ ਪਸੰਦ ਦੀ ਪੱਧਰ ਉੱਚੀ ਕੀਤੀ ਜਾਵੇ, ਤਾਂ ਜੋ ਵਿਆਹ ਉਪਰੰਤ ਸਾਡੇ ਵਿੱਚ ਸੱਜੇ ਖੱਬੇ ਵੇਖਣ ਦੀ ਆਦਤ ਹੀ ਨਾ ਪਵੇ। ਕਈ ਵਾਰੀ ਅਣਬਣ ਦੇ ਸਿੱਟੇ ਵਜੋਂ ਦੋਹਾਂ ਧਿਰਾਂ ਵਿਚਕਾਰ ਸੰਚਾਰ ਟੁੱਟ ਜਾਂਦਾ ਹੈ ਅਤੇ ਲੰਮਾ ਅਰਸਾ ਟੁੱਟਿਆ ਰਹਿੰਦਾ ਹੈ। ਇਸ ਸਮੇਂ ਦੋਵੇਂ ਧਿਰਾਂ ਨਾ ਕੇਵਲ ਅਨੇਕਾਂ ਗਲਤਫਹਿਮੀਆਂ ਦਾ ਸ਼ਿਕਾਰ ਹੁੰਦੀਆਂ ਹਨ, ਸਗੋਂ ਸਮਝੌਤਾ ਕਰਨ ਦੀ ਹਰ ਤਜਵੀਜ਼ ਨੂੰ ਵੀ ਰੱਦ ਕਰ ਦਿੰਦੀਆਂ ਹਨ। ਦੋਵੇਂ ਧਿਰਾਂ ਆਪਣੇ ਨਾਲ ਹੋਈਆਂ ਵਧੀਕੀਆਂ ਨੂੰ ਵਧਾ ਚੜ੍ਹਾ ਕੇ ਦੱਸਣ ਨਾਲ ਆਪਣੇ ਠੀਕ ਹੋਣ ਦਾ ਭਰਮ ਭਾਲਦੀਆਂ ਹਨ। ਦੋਵੇਂ ਧਿਰਾਂ ਅਸਿੱਧੇ ਤੌਰ 'ਤੇ ਧਮਕੀਆਂ ਦਿੰਦੀਆਂ ਹਨ ਅਤੇ ਲੰਮੀ ਲੜਾਈ ਲੜਨ ਦਾ ਐਲਾਨ ਕਰਦੀਆਂ ਹਨ। ਉਂਝ ਤਾਂ ਹਰ ਲੰਮਾ ਝਗੜਾ ਇਸ ਗੱਲ ਦੀ ਗਵਾਹੀ ਹੁੰਦਾ ਹੈ ਕਿ ਦੋਵੇਂ ਧਿਰਾਂ ਗਲਤ ਹਨ, ਪਰ ਵਿਆਹ ਸੰਬੰਧਾਂ 'ਚ ਹੋਰ ਧਿਰਾਂ ਵੀ ਜੁੜੀਆਂ ਹੁੰਦੀਆਂ ਹਨ, ਜਿਹੜੀਆਂ ਆਪਣਾ ਮਾਣ ਸਤਿਕਾਰ ਮਿੱਟੀ 'ਚ ਮਿਲ ਜਾਣ ਦਾ ਬਦਲਾ ਲੈਣਾ ਚਾਹੁੰਦੀਆਂ ਹਨ। ਅਜਿਹੇ ਝਗੜਿਆਂ 'ਚ ਪਤੀ ਪਤਨੀ ਤਾਂ ਲਗਭਗ ਗੁਆਚ ਹੀ ਜਾਂਦੇ ਹਨ ਅਤੇ ਉਹਨਾਂ ਦੀ ਮਨ ਦੀ ਸਥਿਤੀ ਨੂੰ ਸਮਝਣ ਦਾ ਕੋਈ ਉਪਰਾਲਾ ਹੀ ਨਹੀਂ ਕੀਤਾ ਜਾਂਦਾ। ਅਜਿਹੀ ਸਮੱਸਿਆ ਦੇ ਉਲਝਣ ਦਾ ਇੱਕ ਕਾਰਨ ਇਹ ਵੀ ਹੁੰਦਾ ਹੈ ਕਿ ਦੋਵੇਂ ਧਿਰਾਂ ਦਾ ਦ੍ਰਿਸ਼ਟੀਕੋਣ ਹੋਰ ਸੀਮਤ ਅਤੇ ਸੰਕੀਰਣ ਹੁੰਦਾ ਰਹਿੰਦਾ ਹੈ। ਨਫ਼ਰਤ ਦਾ ਰਿਸ਼ਤਾ ਪਿਆਰ ਦੇ ਰਿਸ਼ਤੇ ਉਪਰੰਤ ਹੀ ਸੰਭਵ ਹੁੰਦਾ ਹੈ। ਪਤੀ ਪਤਨੀ ਜਿੰਨੇ ਇੱਕ ਦੂਜੇ ਦੇ ਨੇੜੇ ਆਏ ਹੁੰਦੇ ਹਨ, ਉਨੇ ਹੀ ਉਹ ਦੂਰ ਚਲੇ ਜਾਂਦੇ ਹਨ। ਲਾਡ ਨਾਲ ਕਈਆਂ ਗੱਲਾਂ ਨੂੰ ਵਿਅੰਗਮਈ ਢੰਗ ਨਾਲ ਦੁਹਰਾ ਕੇ ਦੂਜੀ ਧਿਰ ਨੂੰ ਨੀਚ, ਕਮੀਨਾ, ਲਾਲਚੀ, ਦੰਭੀ, ਪਖੰਡੀ ਆਦਿ ਸਿੱਧ ਕੀਤਾ ਜਾਂਦਾ ਹੈ। ਪਤੀ ਪਤਨੀ ਅਜਿਹੀ ਅਣਬਣ ਤੋਂ ਜਲਦੀ ਅੱਕ ਥੱਕ ਜਾਂਦੇ ਹਨ, ਪਰ ਉਹਨਾਂ ਦੀ ਸਮਝੌਤਾ ਕਰਨ ਦੀ ਇੱਛਾ ਦਾ ਉਹਨਾਂ ਦੀ ਆਪਣੀ ਪਰਿਵਾਰਕ ਧਿਰ ਹੀ ਵਿਰੋਧ ਕਰਦੀ ਰਹਿੰਦੀ ਹੈ ਅਤੇ ਅਣਬਣ ਲਮਕ ਜਾਂਦੀ ਹੈ। ਹਰ ਪ੍ਰਕਾਰ ਦੀ ਅਣਬਣ ਵਿੱਚ ਕੁਝ ਸਮੇਂ ਮਗਰੋਂ ਦੋਵੇਂ ਧਿਰਾਂ ਨਿਰਾਸ਼ ਅਤੇ ਠੰਡੀਆਂ ਹੋ ਕੇ ਬਹਿ ਜਾਂਦੀਆਂ ਹਨ। ਉਹਨਾਂ ਦੀਆਂ ਧਮਕੀਆਂ ਫੋਕੀਆਂ ਸਾਬਤ ਹੁੰਦੀਆਂ ਹਨ। ਅਜਿਹੀ ਹਾਲਤ ਵਿੱਚ ਸਾਕ ਸੰਬੰਧੀ ਅਤੇ ਹਮਦਰਦ ਵੀ ਉਹਨਾਂ ਦੇ ਮਾਮਲੇ 'ਚ ਦਿਲਚਸਪੀ ਲੈਣੋਂ ਹਟ ਜਾਂਦੇ ਹਨ। ਭਾਵੇਂ ਕਦੀ ਕਦੀ ਕੋਈ ਉਬਾਲ ਆ ਜਾਂਦਾ ਹੈ, ਪਰ ਸਮੁੱਚੇ ਤੌਰ 'ਤੇ ਸਥਿਤੀ ਵਿੱਚ ਨਾ ਕੋਈ ਪਰਿਵਰਤਨ ਵਾਪਰਦਾ ਹੈ, ਨਾ ਹੀ ਵਿਕਾਸ ਹੁੰਦਾ ਹੈ। ਜਦੋਂ ਲੋਕ ਇਹਨਾਂ ਦੇ ਮਾਮਲੇ 'ਚ ਦਿਲਚਸਪੀ ਲੈਣੋਂ ਹਟ ਜਾਣ ਤਾਂ ਦੋਵਾਂ ਧਿਰਾਂ ਨੂੰ ਹੌਲੀ ਹੌਲੀ ਮਹਿਸੂਸ ਹੋਣ ਲੱਗ ਪੈਂਦਾ ਹੈ ਕਿ ਸਥਿਤੀ ਨੇ ਉਹਨਾਂ ਦੇ ਮਨ ਇੱਛਤ ਢੰਗ ਨਾਲ ਮੋੜ ਨਹੀਂ ਕੱਟਿਆ। ਜਦੋਂ ਦੋਵਾਂ ਧਿਰਾਂ ਨੂੰ ਵੱਖ-ਵੱਖ ਰਹਿਣ ਦੀ ਆਦਤ ਪੈ ਜਾਂਦੀ ਹੈ ਤਾਂ ਉਹ ਆਪਣੀ ਆਪਣੀ ਸਮਰੱਥਾ ਅਨੁਸਾਰ ਆਪਣੇ ਰੁਝੇਵੇਂ ਲੱਭ ਲੈਂਦੀਆਂ ਹਨ ਅਤੇ ਨਵੀਆਂ ਪ੍ਰਸਥਿਤੀਆਂ 'ਚ ਪਰਚ ਜਾਣ ਕਾਰਨ ਆਪਣੇ ਨਵੇਂ ਪ੍ਰਾਪਤ ਕੀਤੇ ਅਮਨ ਚੈਨ ਨੂੰ ਗੁਆਉਣਾ ਉਹਨਾਂ ਨੂੰ ਚੰਗਾ ਨਹੀਂ ਲੱਗਦਾ। ਜਦੋਂ ਕੋਈ ਉਹਨਾਂ ਦੀ ਸਥਿਤੀ ਵਿੱਚੋਂ ਉੱਠਣ ਵਾਲੇ ਹੌਕਿਆਂ ਦੀ ਭਾਫ ਨੂੰ ਵੇਖਦਾ ਹੈ ਅਤੇ ਪੁਲ ਉਸਾਰਨ ਦਾ ਯਤਨ ਕਰਦਾ ਹੈ ਤਾਂ ਦੋਵਾਂ ਧਿਰਾਂ ਨੂੰ ਅਨੁਭਵ ਹੁੰਦਾ ਹੈ ਅਤੇ ਕਰਵਾਇਆ ਜਾਂਦਾ ਹੈ ਕਿ ਮਰ ਜਾਣ ਨਾਲੋਂ ਜ਼ਿੰਦਗੀ ਦੇ ਯਥਾਰਥ ਨੂੰ ਬਰਦਾਸ਼ਤ ਕਰਨ ਲਈ ਵਧੇਰੇ ਹੌਸਲੇ ਦੀ ਲੋੜ ਹੁੰਦੀ ਹੈ। ਪੁਰਸ਼ਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਹੁਣ ਇਸਤਰੀ ਆਪਣੇ ਨਾਲ ਹੋਈਆਂ ਵਧੀਕੀਆਂ ਵਿਰੁੱਧ ਰੋਸ ਪ੍ਰਗਟਾਉਣ ਲਈ ਲੜਨ ਦੇ ਯੋਗ ਹੋ ਗਈ ਹੈ। ਅਣਬਣ ਉਪਰੰਤ ਦੋਵੇਂ ਧਿਰਾਂ ਇੰਨੀਆਂ ਥੱਕੀਆਂ ਹੁੰਦੀਆਂ ਹਨ ਕਿ ਥਕਾਵਟ ਉਹਨਾਂ ਦੇ ਆਪਸੀ ਸੰਬੰਧਾਂ ਉੱਤੇ ਗੂੜ੍ਹਾ ਪ੍ਰਭਾਵ ਪਾਉਂਦੀ ਹੈ। ਅਣਬਣ ਵਿੱਚ ਲੰਘਿਆ ਸਮਾਂ ਅਤੇ ਇਸ ਸਮੇਂ ਵਿਚਕਾਰ ਜੀਵਨ ਦੇ ਸਫ਼ਰ ਵਿੱਚ ਪਛੜ ਜਾਣ ਵਾਲਾ ਫਾਸਲਾ ਸਾਰਾ ਜੀਵਨ ਪੂਰਾ ਨਹੀਂ ਹੁੰਦਾ। ਪਿਆਰ ਦੇ ਰਿਸ਼ਤੇ ਵਿੱਚ ਜਿਸ ਭੋਲੇਪਨ, ਨਿਰਛਲਤਾ ਆਦਿ ਦੀ ਲੋੜ ਹੁੰਦੀ ਹੈ, ਉਹ ਇੱਕ ਦੂਜੇ ਉੱਤੇ ਦੋਸ਼ ਲਾਉਣ ਕਾਰਨ ਸਦਾ ਲਈ ਗੁਆਚ ਜਾਂਦੀ ਹੈ। ਇਹ ਜਾਣਨਾ ਬੜਾ ਜ਼ਰੂਰੀ ਹੈ ਕਿ ਪਤੀ ਪਤਨੀ ਇੱਕ ਦੂਜੇ ਦੇ ਭਰਪੂਰ ਸਾਥ ਤੋਂ ਬਿਨਾਂ ਜ਼ਿੰਦਗੀ ਦੀ ਤਸੱਲੀ ਪ੍ਰਾਪਤ ਨਹੀਂ ਕਰ ਸਕਦੇ। ਕਹਿੰਦੇ ਹਨ, ਚੰਗਾ ਤਰਖਾਣ ਉਹ ਹੁੰਦਾ ਜਿਹੜਾ ਰੰਦਾ ਅਤੇ ਤੇਸਾ ਘੱਟ ਵਰਤੇ। ਇਵੇਂ ਚੰਗਾ ਪਤੀ ਉਹ ਹੁੰਦਾ ਜਿਹੜਾ ਪਤਨੀ ਨੂੰ ਰੁੱਸਣ ਦੇ ਮੌਕੇ ਘੱਟ ਦੇਵੇ, ਅਤੇ ਚੰਗੀ ਪਤਨੀ ਉਹ ਹੁੰਦੀ ਹੈ ਜਿਹੜੀ ਆਪਣੇ ਪਤੀ ਨੂੰ ਸਿਆਣਾ ਬਣਨ ਦੇ ਵੱਧ ਤੋਂ ਵੱਧ ਅਵਸਰ ਦੇਵੇ, ਕਿਉਂਕਿ ਜਿੱਥੇ ਇੱਕ ਵਿਅਕਤੀ ਸਿਆਣਾ ਹੁੰਦਾ ਹੈ ਉੱਥੇ ਦੋ ਵਿਅਕਤੀ ਪ੍ਰਸੰਨ ਹੁੰਦੇ ਹਨ। ਇਵੇਂ ਪਤਨੀ ਦਾ ਪਿਆਰ ਪਤੀ ਦੀ ਸਿਆਣਪ ਨੂੰ ਤਾਲ ਦਿੰਦਾ ਰਹਿੰਦਾ ਹੈ। ਸਿਆਣੀਆਂ ਇਸਤਰੀਆਂ ਜਦੋਂ ਵੀ ਰੁੱਸਦੀਆਂ ਹਨ, ਉਹ ਮਨਾਏ ਜਾਣ ਅਤੇ ਮੰਨ ਜਾਣ ਦੀ ਸੰਭਾਵਨਾ ਰੱਖ ਕੇ ਰੁੱਸਦੀਆਂ ਹਨ। ਪਤੀ ਪਤਨੀ ਉਹ ਚੰਗੇ ਹੁੰਦੇ ਹਨ ਜਿਹੜੇ ਇੱਕ ਦੂਜੇ 'ਤੇ ਡੂੰਘਾ ਵਿਸ਼ਵਾਸ ਅਤੇ ਪੂਰਾ ਇਤਬਾਰ ਕਰਨ, ਕਿਉਂਕਿ ਇਤਬਾਰ ਕੀਤੇ ਜਾਣਾ ਪਿਆਰ ਕੀਤੇ ਜਾਣ ਨਾਲੋਂ ਵੀ ਵੱਡੀ ਗੱਲ ਹੁੰਦੀ ਹੈ। ਜੇ ਤੁਹਾਡੀ ਕਿਸੇ ਨਾਲ ਅਣਬਣ ਹੋਈ ਹੈ ਤਾਂ ਅੱਗੇ ਦੀ ਸੋਚੋ, ਨਹੀਂ ਤਾਂ ਬਹੁਤ ਪਿੱਛੇ ਰਹਿ ਜਾਓਗੇ।
ਇਸ ਸੰਸਾਰ ਦਾ ਕੋਈ ਵੀ ਵਿਅਕਤੀ ਤੁਹਾਡੀ ਸਹਿਮਤੀ ਤੋਂ ਬਿਨਾਂ ਤੁਹਾਡੇ ਨਾਲ ਅਣਬਣ ਨਹੀਂ ਉਸਾਰ ਸਕਦਾ। ਅਣਬਣ ਦਾ ਸ਼ੌਕ ਹੀ ਹੋਣਾ ਚਾਹੀਦਾ ਹੈ, ਇਹ ਆਦਤ ਨਹੀਂ ਬਣਨੀ ਚਾਹੀਦੀ। ਧੰਨਵਾਦ। ਡਾਕਟਰ ਨਰਿੰਦਰ ਸਿੰਘ ਕਪੂਰ ਦੀ ਪੁਸਤਕ ਆਮੋ ਸਾਹਮਣੇ ਦਾ ਅਗਲਾ ਲੇਖ, ਲਾਡਲੇ। ਲਾਡਲੇ ਦੂਰੋਂ ਹੀ ਦਿਸ ਪੈਂਦੇ ਹਨ, ਜਿਵੇਂ ਕਿਸੇ ਬਹੁਤ ਵੱਡੇ ਬੂਹੇ 'ਤੇ ਲੱਗਾ ਜੰਦਰਾ ਦਿਸ ਪੈਂਦਾ ਹੈ। ਲਾਡਲੇ ਦੀ ਪਛਾਣ ਬੜੀ ਸੌਖੀ ਹੁੰਦੀ ਹੈ। ਇਹਨਾਂ ਲਾਡਲਿਆਂ ਨੂੰ ਮਿਲ ਕੇ ਅਜੀਬ ਜਿਹਾ ਅਨੁਭਵ ਹੁੰਦਾ ਹੈ, ਜਿਵੇਂ ਫਟੇ ਹੋਏ ਦੁੱਧ ਦੀ ਚਾਹ ਪੀ ਰਹੇ ਹੋਈਏ। ਲਾਡਲਿਆਂ ਦਾ ਨਲਾਇਕਾਂ ਨਾਲ ਗੂੜਾ ਰਿਸ਼ਤਾ ਹੁੰਦਾ ਹੈ। ਜੇ ਧਿਆਨ ਨਾਲ ਵੇਖੀਏ ਤਾਂ ਆਲੇ ਦੁਆਲੇ ਵਿੱਚ ਲਾਡਲਿਆਂ ਅਤੇ ਨਲਾਇਕਾਂ ਦੀ ਥੱਲਿਓਂ ਉੱਪਰ ਤੱਕ ਪੱਕੀ ਚਿਣਾਈ ਹੋਈ ਦਿਸ ਪਏਗੀ। ਸਾਡਾ ਆਲਾ ਦੁਆਲਾ ਨਲਾਇਕਾਂ ਅਤੇ ਲਾਡਲਿਆਂ ਨਾਲ ਇੰਜ ਫਸਿਆ ਹੋਇਆ ਹੈ, ਜਿਵੇਂ ਸੂਈ ਧਾਗੇ 'ਚ ਫਸੀ ਹੁੰਦੀ ਹੈ। ਰੋਂਦੇ ਰਹਿਣਾ ਲਾਡਲਿਆਂ ਦਾ ਨਿਤਨੇਮ ਹੁੰਦਾ ਹੈ। ਇਹਨਾਂ ਦਾ ਬਚਪਨ ਬਹੁਤ ਲੰਮਾ ਹੁੰਦਾ ਹੈ, ਜਿਹੜਾ ਮੁੱਕਣ ਵਿੱਚ ਨਹੀਂ ਆਉਂਦਾ। ਇਹ ਨਾ ਤਾਂ ਆਪਣੀ ਕੋਈ ਨਿਵੇਕਲੀ ਸੋਚ ਉਸਾਰਦੇ ਹਨ ਅਤੇ ਨਾ ਹੀ ਜੀਵਨ ਭਰ ਕਦੇ ਆਪਣੇ ਪੈਰਾਂ 'ਤੇ ਖਿਲਾਉਂਦੇ ਹਨ। ਇਹ 3 ਘੰਟੇ ਵਿੱਚ 30 ਸ਼ਿਕਾਇਤਾਂ ਕਰਦੇ ਹਨ ਅਤੇ 20 ਵਾਰ ਘਬਰਾਉਂਦੇ ਹਨ। ਇਹਨਾਂ ਦੀ ਜਿਸਮਾਨੀ ਡੀਲ ਡੌਲ ਚਰਬੀ ਦਾ ਢੇਰ ਪ੍ਰਤੀਤ ਹੁੰਦੀ ਹੈ ਅਤੇ ਸਰੀਰਕ ਖੇਤਰਫਲ ਵਿਸ਼ਾਲ ਹੁੰਦਾ ਹੈ। ਇਹਨਾਂ ਦੀ ਹਾਜ਼ਰੀ ਨਾਲ ਕਮਰਾ ਭਰਿਆ ਭਰਿਆ ਲੱਗਦਾ ਹੈ, ਪਰ ਇਹਨਾਂ ਨੂੰ ਮਿਲ ਕੇ ਭੁੱਖ ਅਤੇ ਉਦਾਸੀ ਵੱਧ ਜਾਂਦੀ ਹੈ। ਸਾਰੇ ਇਹਨਾਂ ਨੂੰ ਵੱਖਰੀ ਨਜ਼ਰ ਨਾਲ ਵੇਖਦੇ ਹਨ, ਜਿਵੇਂ ਇੱਕ ਵਿਦਵਾਨ ਇੱਕ ਮੂਰਖ ਨੂੰ ਵੇਖਦਾ ਹੈ, ਜਿਵੇਂ ਇੱਕ ਡਾਕਟਰ ਇੱਕ ਭਲਵਾਨ ਨੂੰ ਵੇਖਦਾ ਹੈ, ਜਿਵੇਂ ਹੋਟਲ ਵਾਲਾ ਹੋਣ ਵਾਲੀ ਆਮਦਨ ਦੇ ਪ੍ਰਸੰਗ ਵਿੱਚ ਮੋਟੇ ਗਾਹਕ ਨੂੰ ਵੇਖਦਾ ਹੈ। ਲਾਡਲੇ ਵੀ ਦੂਜਿਆਂ ਵਾਂਗ ਹੀ ਜਨਮ ਲੈਂਦੇ ਹਨ, ਪਰ ਇਹਨਾਂ ਦੇ ਪਾਲਣ ਪੋਸ਼ਣ ਵਿੱਚ ਮਾਂ ਤਾਂ ਮਾਂ ਵਾਲਾ ਰੋਲ ਨਿਭਾਉਂਦੀ ਹੈ, ਪਿਤਾ ਵੀ ਮਾਂ ਬਣ ਜਾਂਦਾ ਹੈ। ਇਵੇਂ ਲਾਡਲੇ 2 ਮਾਵਾਂ ਦਾ ਪਿਆਰ ਮਾਣਦੇ ਹਨ ਅਤੇ ਆਪਣੀ ਬੁੱਧੀ ਦਾ ਵਿਕਾਸ ਵੀ ਇਹ ਆਪਣੇ ਸਰੀਰ ਦੇ ਲੇਖੇ ਲਾ ਦਿੰਦੇ ਹਨ। ਲਾਡ ਕਾਰਨ ਮਾਵਾਂ ਇਹਨਾਂ ਨੂੰ ਆਪਣੇ ਤੋਂ ਦੂਰ ਨਹੀਂ ਜਾਣ ਦਿੰਦੀਆਂ ਅਤੇ ਲਾਡ ਦੇ ਆਦੀ ਹੋਣ ਕਾਰਨ ਇਹ ਮਾਵਾਂ ਤੋਂ ਦੂਰ ਨਹੀਂ ਜਾਂਦੇ। ਲਾਡਲੇ ਆਪਣੀ ਮਾਂ ਦੀ ਗੋਦ ਦਾ ਇੰਨਾ ਵਧੇਰੇ ਨਿੱਘ ਮਾਣਦੇ ਹਨ ਕਿ ਜਿੱਥੇ ਵੀ ਬੈਠਦੇ ਹਨ ਇੰਝ ਬੈਠਦੇ ਹਨ ਜਿਵੇਂ ਗੋਦੀ 'ਚ ਬੈਠੇ ਹੋਣ। ਕਈ ਧੀਆਂ ਤੋਂ ਮਗਰੋਂ ਪ੍ਰਾਪਤ ਕੀਤਾ ਪੁੱਤਰ ਅਕਸਰ ਲਾਡਲਾ ਹੋ ਨਿਬੜਦਾ ਹੈ। ਇਕਲੌਤੀ ਸੰਤਾਨ ਵੀ ਲਾਡਲੀ ਹੁੰਦੀ ਹੈ। ਵੇਖਿਆ ਗਿਆ ਕਿ ਕਈ ਪੁੱਤਰਾਂ ਉਪਰੰਤ ਜਨਮੀ ਧੀ ਵੀ ਮੁੰਡਿਆਂ ਵਰਗੀ ਹੁੰਦੀ ਹੈ ਅਤੇ ਕਈ ਧੀਆਂ ਉਪਰੰਤ ਜਨਮਿਆ ਪੁੱਤਰ ਵੀ ਲੜਕੀ ਜਿਹਾ ਹੁੰਦਾ ਹੈ। ਹਰ ਸਮਾਜ ਵਿੱਚ ਪੁੱਤਰਾਂ ਅਤੇ ਧੀਆਂ ਦੇ ਸਮਾਜਿਕ ਰੋਲ ਪੱਕੇ ਤੌਰ 'ਤੇ ਨਿਰਧਾਰਿਤ ਹੋਏ ਹਨ। ਭਾਵੇਂ ਇਸ ਖੇਤਰ 'ਚ ਕੁਝ ਤਬਦੀਲੀ ਵਾਪਰ ਰਹੀ ਹੈ, ਪਰ ਮਾਪਿਆਂ ਦੀ ਧੀਆਂ ਪੁੱਤਰਾਂ ਸੰਬੰਧੀ ਸੋਚ ਵਿੱਚ ਕੋਈ ਉਲੇਖਯੋਗ ਪਰਿਵਰਤਨ ਵਾਪਰਨ ਦੀਆਂ ਸੰਭਾਵਨਾਵਾਂ ਬਹੁਤ ਘੱਟ ਹਨ। ਅਮੀਰ ਪਰਿਵਾਰਾਂ ਵਿੱਚ ਬੱਚਿਆਂ ਦੀ ਗਿਣਤੀ ਸੀਮਤ ਹੋਣ ਦੇ ਰਿਵਾਜ ਕਾਰਨ ਬੱਚਿਆਂ ਵੱਲ ਵਧੇਰੇ ਧਿਆਨ ਦਿੱਤਾ ਜਾਣ ਲੱਗ ਪਿਆ ਹੈ ਅਤੇ ਜਿਸ ਅਨੁਪਾਤ ਵਿੱਚ ਧਿਆਨ ਦੀ ਮਾਤਰਾ ਵਧ ਰਹੀ ਹੈ, ਉਸੇ ਅਨੁਪਾਤ ਵਿੱਚ ਭਾਵਕ ਪੱਖੋਂ ਬੱਚਿਆਂ ਦੇ ਆਪਣੇ ਪੈਰਾਂ 'ਤੇ ਖਲੋਣ ਦੀਆਂ ਸੰਭਾਵਨਾਵਾਂ ਸੁੰਗੜ ਰਹੀਆਂ ਹਨ। ਇਸ ਸਥਿਤੀ ਦਾ ਇੱਕ ਸਪਸ਼ਟ ਪ੍ਰਮਾਣ ਇਹ ਹੈ ਕਿ ਅਜੋਕੇ ਯੁੱਗ ਦੇ ਬੱਚੇ ਨਾ ਤਾਂ ਕੋਈ ਲੰਮਾ ਅਤੇ ਹੰਢਣਸਾਰ ਰਿਸ਼ਤਾ ਉਸਾਰ ਸਕਦੇ ਹਨ ਅਤੇ ਨਾ ਹੀ ਸੰਕਟ ਦੀ ਘੜੀ 'ਚ ਸਾਬਤੇ ਸਬੂਤੇ ਰਹਿ ਸਕਦੇ ਹਨ। ਇਵੇਂ ਕਿਸੇ ਵੀ ਚੀਜ਼ ਤੋਂ ਸੰਤੁਸ਼ਟ ਨਾ ਹੋਣਾ, ਕਿਸੇ ਨਾਲ ਵੀ ਸਮਝੌਤਾ ਕਰਨ ਦੀ ਰੁਚੀ ਨਾ ਹੋਣੀ, ਥਕਾਵਟ ਅਤੇ ਭੁੱਖ ਬਰਦਾਸ਼ਤ ਕਰਨ ਦੀ ਅਸਮਰਥਾ ਅਤੇ ਕਿਸੇ ਨਾਲ ਵੀ ਗੁਜ਼ਾਰਾ ਕਰ ਸਕਣ ਵਿੱਚ ਅਸਫਲਤਾ ਲਾਡਲਿਆਂ ਦੇ ਕੁਝ ਉਲੇਖਯੋਗ ਲੱਛਣ ਹੁੰਦੇ ਹਨ। ਅਜੋਕੇ ਲਾਡਲੇ ਮਾਪਿਆਂ ਲਈ ਕੋਈ ਧਰਵਾਸ ਬਣਨ ਦੀ ਥਾਂ ਉਹਨਾਂ ਲਈ ਚਿੰਤਾ ਦਾ ਕਾਰਨ ਬਣੇ ਰਹਿੰਦੇ ਹਨ। ਹੁਣ ਬੱਚੇ ਲੰਮਾ ਅਰਸਾ ਤਨ, ਮਨ ਅਤੇ ਧਨ ਤਿੰਨਾਂ ਪੱਖਾਂ ਤੋਂ ਆਪਣੇ ਮਾਪਿਆਂ ਉੱਤੇ ਨਿਰਭਰ ਰਹਿੰਦੇ ਹਨ। ਹੁਣ ਅਮੀਰ ਪਰਿਵਾਰ ਦਾ ਲਗਭਗ ਹਰ ਬੱਚਾ ਘੱਟ ਵੱਧ ਮਾਤਰਾ ਵਿੱਚ ਲਾਡਲਾ ਅਤੇ ਵਿਗੜਿਆ ਹੋਇਆ ਹੁੰਦਾ ਹੈ। ਲਾਡਲਿਆਂ ਵਿੱਚ ਖੁੱਲ੍ਹਣ, ਖਿੜਨ ਅਤੇ ਵਿਗਸਣ ਦੀ ਸਮਰੱਥਾ ਨਹੀਂ ਹੁੰਦੀ। ਇਹਨਾਂ ਦਾ ਪਾਲਣ ਪੋਸ਼ਣ ਇਸ ਢੰਗ ਨਾਲ ਕੀਤਾ ਜਾਂਦਾ ਹੈ ਕਿ ਖਾਣਾ ਹੰਡਾਉਣਾ ਹੀ ਇਹਨਾਂ ਦਾ ਜੀਵਨ ਉਦੇਸ਼ ਹੋ ਨਿਬੜਦਾ ਹੈ। ਭਾਵੇਂ ਇਹਨਾਂ ਦੀਆਂ ਕਿਤਾਬਾਂ ਵੱਡੀਆਂ ਅਤੇ ਮਹਿੰਗੀਆਂ ਹੁੰਦੀਆਂ ਹਨ, ਪਰ ਇਹਨਾਂ ਦੀਆਂ ਸੋਚਾਂ ਸੁੰਗੜੀਆਂ ਅਤੇ ਨਜ਼ਰੀਏ ਤੰਗ ਹੁੰਦੇ ਹਨ। ਮਾਪਿਆਂ ਦਾ ਆਪਣਾ ਜੀਵਨ ਕੋਈ ਉਤਸ਼ਾਹਪੂਰਨ ਉਦਾਹਰਣ ਨਾ ਹੋਣ ਕਾਰਨ ਲਾਡਲੇ ਪੁੱਤਰਾਂ ਧੀਆਂ ਲਈ ਇਹ ਕੋਈ ਪ੍ਰੇਰਨਾ ਸਰੋਤ ਨਹੀਂ ਬਣਦਾ। ਮਾਪੇ ਲਾਡਲਿਆਂ ਨੂੰ ਇੰਝ ਪਾਲਦੇ ਹਨ ਜਿਵੇਂ ਪੁੱਤਰ ਧੀਆਂ ਮਾਲਕ ਹੋਣ ਅਤੇ ਮਾਪੇ ਇਹਨਾਂ ਦੇ ਨੌਕਰ। ਲਾਡਲੇ ਤਾਂ ਸ਼ਿਕਾਇਤ ਕਰਦੇ ਹੀ ਹਨ, ਉਹਨਾਂ ਦੇ ਮਾਪੇ ਵੀ ਕਰਦੇ ਹਨ।
ਲਾਡਲਿਆਂ ਨੂੰ ਇੰਨਾ ਕੱਜ ਕੇ ਅਤੇ ਸਾਂਭ ਕੇ ਰੱਖਿਆ ਜਾਂਦਾ ਕਿ ਉਹ ਆਲੇ ਦੁਆਲੇ ਨਾਲ ਇੱਕ ਸੁਰ ਹੋ ਹੀ ਨਹੀਂ ਸਕਦੇ। ਆਪਣੀਆਂ ਸਾਰੀਆਂ ਸਮੱਸਿਆਵਾਂ ਦੀ ਜੜ ਇਹ ਆਪ ਹੀ ਹੁੰਦੇ ਹਨ, ਪਰ ਆਪਣੀਆਂ ਸਮੱਸਿਆਵਾਂ ਲਈ ਇਹ ਦੋਸ਼ੀ ਦੂਜਿਆਂ ਨੂੰ ਹੀ ਠਹਿਰਾਉਂਦੇ ਹਨ। ਜਿਵੇਂ ਮੋਢੇ ਬਦਲਣ ਨਾਲ ਭਾਰ ਨਹੀਂ ਘਟਦਾ ਅਤੇ ਕੁਝ ਚਿਰ ਮਗਰੋਂ ਦੋਵੇਂ ਮੋਢੇ ਦੁਖਣ ਲੱਗ ਪੈਂਦੇ ਹਨ, ਇਵੇਂ ਆਪਣੀਆਂ ਸਾਰੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੇ ਸਾਰੇ ਯਤਨਾਂ ਦੇ ਅਸਫਲ ਹੋ ਜਾਣ ਕਾਰਨ ਇਹ ਕਿਸੇ ਹੋਰ ਨੂੰ ਉਹਨਾਂ ਲਈ ਜ਼ਿੰਮੇਵਾਰ ਠਹਿਰਾਉਣ ਲੱਗ ਪੈਂਦੇ ਹਨ। ਵੇਖਿਆ ਗਿਆ ਕਿ ਜਿਹੜੇ ਵਿਅਕਤੀ ਆਪਣੀਆਂ ਸਮੱਸਿਆਵਾਂ ਨੂੰ ਹਰ ਥਾਂ ਹਰ ਕਿਸੇ ਅੱਗੇ ਸੌਖਿਆਂ ਹੀ ਪੇਸ਼ ਕਰ ਦਿੰਦੇ ਹਨ, ਉਹ ਆਪਣੀਆਂ ਅਸਲ ਸਮੱਸਿਆਵਾਂ ਨੂੰ ਛੁਪਾ ਰਹੇ ਹੁੰਦੇ ਹਨ। ਲਾਡਲੇ ਆਪਣੇ ਮਾਪਿਆਂ ਦੇ ਯਤਨਾਂ ਦੇ ਸਿੱਟੇ ਵਜੋਂ ਆਰਥਿਕ ਪੱਖੋਂ ਭਾਵੇਂ ਸੁਖਾਲੇ ਹੋ ਜਾਂਦੇ ਹਨ, ਪਰ ਭਾਵਿਕ ਪੱਖੋਂ ਉਹ ਕਦੇ ਵੀ ਪੱਕਦੇ ਰਸਦੇ ਨਹੀਂ। ਇਹ ਮਿਹਨਤ ਕਰਕੇ ਇਮਤਿਹਾਨ ਪਾਸ ਨਹੀਂ ਕਰਦੇ, ਸਗੋਂ ਆਪਣੇ ਮਾਪਿਆਂ ਦੇ ਅਸਰ ਰਸੂਖ ਨਾਲ ਨਕਲ ਮਾਰ ਕੇ ਕਲਾਸਾਂ ਚੜ੍ਹਦੇ ਹਨ। ਲਾਡਲਿਆਂ ਨੂੰ ਇਹ ਭੁਲੇਖਾ ਹੁੰਦਾ ਹੈ ਕਿ ਜੋ ਕੁਝ ਜਾਣੇ ਜਾਣ ਯੋਗ ਹੈ ਉਹ ਇਹਨਾਂ ਨੇ ਜਾਣ ਲਿਆ, ਸੋ ਇਹ ਆਪਣਾ ਮਾਨਸਿਕ ਵਿਕਾਸ ਕਰਨ ਦੀ ਥਾਂ ਆਪਣਾ ਸਰੀਰਕ ਵਿਕਾਸ ਕਰਨ ਲੱਗ ਪੈਂਦੇ ਹਨ ਅਤੇ ਵਿਚਾਰੇ ਜਿਹੇ ਹੋ ਨਿਬੜਦੇ ਹਨ। ਹਰ ਵਿਅਕਤੀ ਆਪਣੇ ਪਰਿਵਾਰ ਦੀਆਂ ਕਦਰਾਂ ਕੀਮਤਾਂ ਦੀ ਦੇਣ ਹੁੰਦਾ ਹੈ। ਹਰ ਪਰਿਵਾਰ 'ਚ ਕੋਈ ਨਾ ਕੋਈ ਅਜਿਹਾ ਵਿਅਕਤੀ ਜ਼ਰੂਰ ਹੁੰਦਾ ਹੈ ਜਿਹੜਾ ਦਿੰਦਾ ਘੱਟ ਹੈ ਪਰ ਪ੍ਰਾਪਤ ਸਭ ਕੁਝ ਕਰਨਾ ਚਾਹੁੰਦਾ ਹੈ। ਇਸ ਵਿਅਕਤੀ ਦਾ ਸੁਭਾਅ ਖਾਨਦਾਨ ਵਿੱਚ ਪਹਿਲਾਂ ਹੋ ਚੁੱਕੇ ਕਿਸੇ ਅਜਿਹੇ ਲਾਡਲੇ ਵਿਅਕਤੀ ਨਾਲ ਮੇਲ ਖਾਂਦਾ ਹੁੰਦਾ ਹੈ। ਅਜਿਹੇ ਵਿਅਕਤੀ ਦਾ ਆਪਣੇ ਆਪ ਬਾਰੇ ਦ੍ਰਿਸ਼ਟੀਕੋਣ ਸੰਤੁਲਿਤ ਨਹੀਂ ਹੁੰਦਾ। ਜਿਹੋ ਜਿਹਾ ਸਾਡਾ ਆਪਣੇ ਆਪ ਬਾਰੇ ਰਵੱਈਆ ਹੁੰਦਾ ਹੈ, ਉਸ ਅਨੁਸਾਰ ਹੀ ਅਸੀਂ ਸੰਸਾਰ ਬਾਰੇ ਦ੍ਰਿਸ਼ਟੀਕੋਣ ਉਸਾਰਦੇ ਹਾਂ। ਜਦੋਂ ਮਾਪੇ ਕਿਸੇ ਬੱਚੇ ਦੀਆਂ ਵਧੀਕੀਆਂ ਅਤੇ ਨਜਾਇਜ਼ ਮੰਗਾਂ ਖਿਹੜੇ ਮੱਥੇ ਪ੍ਰਵਾਨ ਕਰਦੇ ਜਾਣ ਤਾਂ ਅਸਲ 'ਚ ਉਹ ਬੱਚੇ ਵਿੱਚ ਵਧੀਕੀਆਂ ਅਤੇ ਮਨਮਾਨੀਆਂ ਕਰਨ ਦੀ ਆਦਤ ਨੂੰ ਪਕਾ ਰਹੇ ਹੁੰਦੇ ਹਨ। ਪਿਤਾ ਦੀ ਗੈਰ ਹਾਜ਼ਰੀ ਵਿੱਚ ਮਾਵਾਂ ਵਧੇਰੇ ਲਾਡ ਨਾਲ ਪੁੱਤਰਾਂ ਨੂੰ ਵਿਗਾੜਦੀਆਂ ਹਨ। ਮਾਂ ਦੇ ਨਾ ਹੋਣ ਜਾਂ ਮਾਂ ਦੀ ਗੈਰ ਹਾਜ਼ਰੀ ਨਾਲ ਧੀਆਂ ਦੇ ਪਾਲਣ ਪੋਸ਼ਣ ਅਤੇ ਵਿਕਾਸ ਕਰਨ ਉੱਤੇ ਮਾੜਾ ਪ੍ਰਭਾਵ ਪੈਂਦਾ ਹੈ। ਭੈਣਾਂ ਭਰਾਵਾਂ ਦੀ ਗੈਰ ਹਾਜ਼ਰੀ ਕਾਰਨ ਲਾਡਲਿਆਂ ਦਾ ਮਗਰੋਂ ਉਸਰਨ ਵਾਲਾ ਪਤੀ ਪਤਨੀ ਦਾ ਰਿਸ਼ਤਾ ਪ੍ਰਭਾਵਿਤ ਹੁੰਦਾ ਹੈ। ਸਾਡੀਆਂ ਮੁੱਢਲੀਆਂ ਆਦਤਾਂ, ਸੰਸਕਾਰ, ਪੱਖਪਾਤ, ਦ੍ਰਿਸ਼ਟੀਕੋਣ, ਰਿਸ਼ਤੇ ਆਦਿ ਸਾਡੇ ਘਰ ਦੇ ਅੰਦਰ ਹੀ ਪੱਕਦੇ ਹਨ। ਹਰ ਪਰਿਵਾਰ ਆਪਣੇ ਆਪ 'ਚ ਇੱਕ ਛੋਟਾ ਜਿਹਾ ਸੰਸਾਰ ਹੁੰਦਾ ਹੈ ਜਿਸ ਵਿੱਚ ਜੀਵਨ ਅਤੇ ਸੰਸਾਰ ਦੇ ਸਾਰੇ ਪੱਖ ਹਾਜ਼ਰ ਹੁੰਦੇ ਹਨ। ਲਾਡਲੀਆਂ ਧੀਆਂ ਵੀ ਹੋ ਸਕਦੀਆਂ ਹਨ ਅਤੇ ਅਕਸਰ ਇਕਲੌਤੀ ਧੀ ਲਾਡਲੀ ਹੁੰਦੀ ਹੈ, ਪਰ ਲਾਡਲਾ ਸ਼ਬਦ ਅਕਸਰ ਪੁੱਤਰ ਲਈ ਵਰਤਿਆ ਜਾਂਦਾ ਹੈ। ਜਿਸ ਪੁੱਤਰ ਦੇ ਆਪਣੀ ਮਾਂ ਨਾਲ ਸੰਬੰਧ ਸੁਖਾਵੇਂ ਅਤੇ ਨਿੱਘੇ ਨਹੀਂ, ਪਤਨੀ ਨਾਲ ਵੀ ਉਹਦੇ ਸੰਬੰਧ ਸੁਖਾਵੇਂ ਨਹੀਂ ਹੋਣਗੇ। ਘਰਾਂ ਵਿੱਚ ਅਚੇਤ ਹੀ ਪੁੱਤਰਾਂ ਦੇ ਮੁਕਾਬਲੇ ਧੀਆਂ ਨਾਲ ਵਿਹਾਰ ਵਿੱਚ ਮਾਪੇ ਪੱਖਪਾਤ ਵਰਤਦੇ ਹਨ। ਸੋ ਅਣਗਹਿਲੀ ਦਾ ਸ਼ਿਕਾਰ ਧੀਆਂ ਘਰ ਤੋਂ ਬਾਹਰ ਸੰਤੁਸ਼ਟੀ ਦਾ ਕੋਈ ਆਧਾਰ ਜਾਂ ਸਰੋਤ ਉਸਾਰਦੀਆਂ ਹਨ। ਸਾਡੇ ਸਮਾਜ ਵਿੱਚ ਪੁੱਤਰਾਂ ਦੇ ਮੁਕਾਬਲੇ ਘੱਟ ਧਿਆਨ ਦਿੱਤੇ ਜਾਣ ਕਾਰਨ ਧੀਆਂ ਨੂੰ ਸੋਚਣ ਅਤੇ ਮਹਿਸੂਸ ਕਰਨ ਦੀ ਆਦਤ ਵਧੇਰੀ ਹੁੰਦੀ ਹੈ ਅਤੇ ਉਹਨਾਂ ਵਿੱਚ ਇਹ ਆਦਤ ਪੈ ਵੀ ਜਲਦੀ ਜਾਂਦੀ ਹੈ। 20 ਵਰ੍ਹਿਆਂ ਦੀ ਲੜਕੀ 20 ਸਾਲਾਂ ਦੇ ਲੜਕੇ ਨਾਲੋਂ ਭਾਵਕ ਅਤੇ ਸਰੀਰਕ ਪੱਖੋਂ ਵਧੇਰੇ ਵਿਕਸਿਤ ਹੁੰਦੀ ਹੈ। ਅਜਿਹੀ ਸਥਿਤੀ ਦਾ ਕਾਰਨ ਇਹ ਹੈ ਕਿ ਲੜਕੀਆਂ ਜਾਂ ਧੀਆਂ ਜਲਦੀ ਘਰ ਦੀ ਸਾਂਭ ਸੰਭਾਲ 'ਚ ਰੁੱਝ ਜਾਣ ਕਾਰਨ ਪਰਿਵਾਰਕ ਜੀਵਨ ਨਾਲ ਸੰਬੰਧਿਤ ਆਪਣੀ ਸੋਚ ਅਤੇ ਅਨੁਭਵ ਦਾ ਘੇਰਾ ਵਿਸ਼ਾਲ ਕਰ ਲੈਂਦੀਆਂ ਹਨ। ਉਹਨਾਂ ਦਾ ਅਨੁਭਵ ਅਤੇ ਚਿੱਤ ਅਜਿਹਾ ਹੋ ਨਿਬੜਦਾ ਹੈ ਕਿ ਉਹ ਅੰਦਰੋਂ ਦਰਖਤ ਵਾਂਗ ਮਜ਼ਬੂਤ ਹੋ ਜਾਂਦੀਆਂ ਹਨ ਅਤੇ ਮਨ ਦੇ ਪੱਖੋਂ ਸਭ ਕੁਝ ਸਹਿਣ ਲਈ ਉਹ ਬਲਵਾਨ ਹੋ ਨਿਬੜਦੀਆਂ ਹਨ। ਇਸਤਰੀਆਂ ਉੱਤੇ ਸਮਾਜਿਕ ਬੰਧਨ ਵਧੇਰੇ ਹੋਣ ਕਾਰਨ ਉਹਨਾਂ ਦਾ ਵਿਹਾਰ ਵਧੇਰੇ ਗੰਭੀਰ ਅਤੇ ਜਟਿਲ ਹੋ ਜਾਂਦਾ ਹੈ। ਉਹ ਆਪਣੇ ਘਰ ਵਿੱਚ ਆਪਣੇ ਮਨ ਨਾਲ ਮਹਿਮਾਨ ਹੋ ਜਾਣ ਦਾ ਸਮਝੌਤਾ ਕਰ ਲੈਂਦੀਆਂ ਹਨ। 15-16 ਸਾਲਾਂ ਦੀ ਉਮਰ ਵਿੱਚ ਹੀ ਉਹਨਾਂ ਵਿੱਚ ਇੱਕ ਉਚਾਟ ਸਾਧੂ ਬਿਰਤੀ ਪੈਦਾ ਹੋ ਜਾਂਦੀ ਹੈ ਕਿ ਇੱਥੋਂ ਚਲੇ ਜਾਣਾ ਹੈ। ਉਹ ਆਪਣੇ ਪਿਤਾ ਦੇ ਘਰ ਵਿੱਚ ਇੰਝ ਵਿਚਰਦੀਆਂ ਹਨ ਜਿਵੇਂ ਘੜੇ ਦੀ ਗੋਦ ਵਿੱਚ ਪਾਣੀ ਰਹਿੰਦਾ ਹੈ। ਜਿਉਂ-ਜਿਉਂ ਲਾਡਲੇ ਵੱਡੇ ਹੁੰਦੇ ਜਾਂਦੇ ਹਨ, ਤਿਉਂ-ਤਿਉਂ ਉਹਨਾਂ ਦੇ ਬਟੂਏ ਦੀ ਸਿਹਤ ਚੰਗੀ ਹੁੰਦੀ ਜਾਂਦੀ ਹੈ ਅਤੇ ਇਹ ਸਹੂਲਤ ਉਹਨਾਂ ਵਿੱਚ ਬਿਨ ਕਮਾਏ ਖਰਚਣ ਦੀ ਗੈਰ ਜ਼ਿੰਮੇਵਾਰ ਰੁਚੀ ਨੂੰ ਬਲਵਾਨ ਕਰਦੀ ਹੈ। ਅਜਿਹੇ ਖਰਚੇ ਨਾਲ ਵਿਖਾਵੇ ਦੀ ਭਾਵਨਾ ਵੱਧਦੀ ਹੈ ਜਿਹੜੀ ਸਮਾਜਿਕ ਰਿਸ਼ਤਿਆਂ ਵਿੱਚ ਕੁੜੱਤਣ ਵਧਾਉਂਦੀ ਹੈ।
ਲਾਡਲੇ ਜਦੋਂ ਆਪਣੇ ਹਾਣ ਦੀ ਕਿਸੇ ਇਸਤਰੀ ਦੇ ਸੰਪਰਕ 'ਚ ਆਉਂਦੇ ਹਨ ਤਾਂ ਰਿਸ਼ਤਾ ਨਾ ਕੇਵਲ ਆਸਾਵਾਂ ਹੁੰਦਾ ਹੈ, ਸਗੋਂ ਅਣਚਾਹੀਆਂ ਕੁਰਬਾਨੀਆਂ ਵੀ ਮੰਗਦਾ ਹੈ। ਇਹ ਕੁਰਬਾਨੀਆਂ ਅਕਸਰ ਇਸਤਰੀਆਂ ਨੂੰ ਹੀ ਕਰਨੀਆਂ ਪੈਂਦੀਆਂ ਹਨ। ਅਜਿਹੇ ਰਿਸ਼ਤੇ ਵਿੱਚ ਇਸਤਰੀ ਸ਼ਾਂਤਮਈ ਢੰਗ ਨਾਲ ਜੰਗ ਲੜਦੀ ਹੈ, ਕਿਉਂਕਿ ਕੁਝ ਦੇਣ ਦੀ ਥਾਂ ਲਾਡਲਿਆਂ ਦੀ ਦਿਲਚਸਪੀ ਹਰ ਥਾਂ ਕੁਝ ਪ੍ਰਾਪਤ ਕਰਨ 'ਚ ਹੁੰਦੀ ਹੈ। ਮਨੁੱਖ ਨੂੰ ਸਮਾਜ ਵਿੱਚ ਸੱਜੇ ਖੱਬੇ ਦਾ ਗਿਆਨ, ਮਾਨਸਿਕ ਉਲਝਣਾਂ ਅਤੇ ਭਾਵਕ ਸਮੱਸਿਆਵਾਂ ਤੋਂ ਪ੍ਰਾਪਤ ਹੁੰਦਾ ਹੈ। ਰੰਗਲੇ ਸੁਪਨੇ ਵੇਖਣ ਦੀ ਜਾਂਚ ਅਕਸਰ ਇਸਤਰੀ ਨੂੰ ਹੀ ਹੁੰਦੀ ਹੈ ਅਤੇ ਸੁਪਨਿਆਂ ਦੇ ਟੁੱਟਣ ਦੀ ਕਸਕ ਵੀ ਕੇਵਲ ਉਸੇ ਨੂੰ ਬਰਦਾਸ਼ਤ ਕਰਨੀ ਆਉਂਦੀ ਹੈ। ਹਰ ਇਸਤਰੀ ਦੇ ਮਨ ਵਿੱਚ ਸੁਪਨਿਆਂ ਦਾ ਇੱਕ ਵਿਸ਼ਾਲ ਸ਼ਮਸ਼ਾਨ ਘਾਟ ਹੁੰਦਾ ਹੈ। ਭੈਣਾਂ ਨੂੰ ਭਰਾਵਾਂ 'ਚ ਕੋਈ ਦੋਸ਼ ਨਹੀਂ ਦਿਸਦਾ। ਉਹ ਉਹਨਾਂ ਦੇ ਦੋਸ਼ਾਂ ਨੂੰ ਵੀ ਉਹਨਾਂ ਦੀਆਂ ਪਤਨੀਆਂ ਦੇ ਸਿਰ ਮੜ੍ਹਦੀਆਂ ਹਨ। ਇਵੇਂ ਪੁੱਤਰਾਂ ਨੂੰ ਆਪਣੀਆਂ ਮਾਵਾਂ ਤੋਂ ਨਹੀਂ, ਆਪਣੀਆਂ ਭੈਣਾਂ ਤੋਂ ਵੀ ਛਤਰੀ ਦੀ ਛਾਂ ਮਿਲਦੀ ਹੈ। ਕਈ ਕਾਰਨਾਂ ਕਰਕੇ ਲਾਡਲਿਆਂ ਵਿੱਚ ਦੂਜਿਆਂ ਪ੍ਰਤੀ ਸੁਹਿਰਦਤਾ ਨਾਲ ਸੋਚਣ ਦੀ ਸਮਰੱਥਾ ਤੇ ਸ਼ਕਤੀ ਘੱਟ ਹੁੰਦੀ ਹੈ, ਜਿਸ ਕਾਰਨ ਇਹ ਕਿਸੇ ਵੀ ਮੁਕਾਬਲੇ ਦੀ ਸਥਿਤੀ ਵਿੱਚ ਚਾਹੇ ਅਣਚਾਹੇ ਬੇਈਮਾਨੀ ਕਰਨ ਲੱਗ ਪੈਂਦੇ ਹਨ। ਜੀਵਨ ਦੀ ਖੇਡ ਤਾਂ ਇੱਕ ਪਾਸੇ ਰਹੀ, ਲਾਡਲੇ ਤਾਂ ਲੁੱਡੋ ਜਾਂ ਤਾਸ਼ ਵੀ ਇਮਾਨਦਾਰੀ ਨਾਲ ਨਹੀਂ ਖੇਡ ਸਕਦੇ। ਲਾਡਲਿਆਂ ਦਾ ਅਸਲ ਵਿਹਾਰ ਉਦੋਂ ਪ੍ਰਗਟ ਹੁੰਦਾ ਹੈ ਜਦੋਂ ਇਹਨਾਂ ਦਾ ਵਿਆਹ ਹੁੰਦਾ ਹੈ। ਵਿਆਹ ਦਾ ਰਿਸ਼ਤਾ ਆਮੋ ਸਾਹਮਣੇ ਦਾ ਰਿਸ਼ਤਾ ਹੁੰਦਾ ਹੈ। ਇਸ ਰਿਸ਼ਤੇ ਵਿੱਚ ਨਾ ਕਿਸੇ ਦੇ ਦਖਲ ਦੀ ਸੰਭਾਵਨਾ ਹੁੰਦੀ ਹੈ ਅਤੇ ਨਾ ਹੀ ਕਿਸੇ ਦਾ ਦਖਲ ਬਰਦਾਸ਼ਤ ਕੀਤਾ ਜਾਂਦਾ ਹੈ। ਮਾਵਾਂ ਉੱਤੇ ਬਹੁਤ ਅਧਿਕ ਨਿਰਭਰ ਰਹਿਣ ਕਾਰਨ ਲਾਡਲੇ ਪਤਨੀ ਤੋਂ ਵੀ ਮਾਂ ਵਾਲੇ ਵਿਹਾਰ ਦੀ ਆਸ ਕਰਦੇ ਹਨ। ਲਾਡਲਿਆਂ ਨੇ ਇਸਤਰੀ ਨੂੰ ਮਾਂ ਦੇ ਰੂਪ ਵਿੱਚ ਹੀ ਵੇਖਿਆ ਮਾਣਿਆ ਹੁੰਦਾ ਹੈ, ਸੋ ਲਗਭਗ ਹਰ ਇਸਤਰੀ ਤੋਂ ਮਾਂ ਵਾਲਾ ਵਰਤਾਰਾ ਚਾਹੁੰਦੇ ਹਨ। ਕਈ ਇਸਤਰੀਆਂ ਅਜਿਹਾ ਰੋਲ ਨਿਭਾਉਂਦੀਆਂ ਹਨ, ਪਰ ਜਦੋਂ ਵੀ ਪਤਨੀ ਮਾਂ ਦੀ ਥਾਂ ਪਤਨੀ ਵਾਲਾ ਰੋਲ ਨਿਭਾਉਣਾ ਚਾਹੇ ਤਾਂ ਲਾਡਲੇ ਲੜਖੜਾ ਜਾਂਦੇ ਹਨ ਅਤੇ ਅੱਖਾਂ ਮੀਟ ਕੇ ਉਹ ਮਾਂ ਵੱਲ ਦੌੜਦੇ ਹਨ। ਮਾਂ ਤਾਂ ਪਹਿਲਾਂ ਹੀ ਅਜਿਹੀ ਸਥਿਤੀ ਨੂੰ ਉਡੀਕ ਰਹੀ ਹੁੰਦੀ ਹੈ, ਸੋ ਪੁੱਤਰ ਲਈ ਉਹ ਮਾਂ ਦਾ ਰੋਲ ਤਾਂ ਨਿਭਾਉਂਦੀ ਹੁੰਦੀ ਹੈ, ਪਤਨੀ ਦਾ ਰੋਲ ਵੀ ਨਿਭਾਉਣ ਲੱਗ ਪੈਂਦੀ ਹੈ। ਜੇ ਅਜਿਹੇ ਪਤੀ ਪਤਨੀ ਵੱਖਰੇ ਰਹਿ ਰਹੇ ਹੋਣ ਤਾਂ ਪੁੱਤਰ ਦੇ ਆਪਣੀ ਮਾਂ ਦੇ ਘਰ ਗੇੜੇ ਵੱਧ ਜਾਂਦੇ ਹਨ ਅਤੇ ਮਾਂ ਦਾ ਉਹਨਾਂ ਦੇ ਘਰ 'ਚ ਦਖਲ ਵੱਧ ਜਾਂਦਾ ਹੈ। ਮਾਂ ਆਪਣੇ ਮਾਂ ਹੋਣ ਦਾ ਹੱਕ ਜਤਲਾਉਂਦੀ ਹੈ ਅਤੇ ਉਹ ਲਾਡਲੇ ਪੁੱਤਰ ਨੂੰ ਮੂਰਖ ਅਤੇ ਬੇਵਕੂਫ ਦੀ ਥਾਂ ਭੋਲਾ ਅਤੇ ਸ਼ਰੀਫ ਦੱਸਦੀ ਹੈ ਅਤੇ ਉਹਦੀ ਪਤਨੀ ਦੇ ਭੋਲੇਪਨ ਨੂੰ ਚਲਾਕੀ ਕਹਿ ਕੇ ਨਿਵਾਜਦੀ ਹੈ। ਲਾਡਲੀਆਂ ਧੀਆਂ ਵੀ ਆਪਣੇ ਪਤੀ ਤੋਂ ਪਤੀ ਵਾਲਾ ਨਹੀਂ, ਪਿਤਾ ਵਾਲਾ ਲਾਡ ਚਾਹੁੰਦੀਆਂ ਹਨ ਅਤੇ ਅਜਿਹਾ ਲਾਡ ਨਾ ਮਿਲਣ ਦੀ ਸੂਰਤ ਵਿੱਚ ਉਹ ਅਜਿਹੇ ਕਾਰਨ ਪੈਦਾ ਕਰ ਲੈਂਦੀਆਂ ਹਨ ਕਿ ਉਹ ਆਪਣੇ ਪਿਤਾ ਦੇ ਘਰ ਅੱਪੜ ਜਾਂਦੀਆਂ ਹਨ ਅਤੇ ਲੜਾਈ ਸਹੁਰੇ ਅਤੇ ਜਵਾਈ ਵਿਚਕਾਰ ਅਤੇ ਸੱਸ ਅਤੇ ਨੂੰਹ ਵਿਚਕਾਰ ਖੂਬ ਮੰਗਦੀ ਹੈ। ਅਸਲ ਕਾਰਨਾਂ ਨੂੰ ਸਵੀਕਾਰ ਕਰਨ ਦੀ ਦਲੇਰੀ ਦੀ ਘਾਟ ਕਾਰਨ ਹੋਰ ਪੱਖਾਂ ਨੂੰ ਸਾਹਮਣੇ ਰੱਖ ਕੇ ਝਗੜੇ ਨੂੰ ਵਧਾਇਆ ਜਾਂਦਾ ਹੈ। ਸਾਡੇ ਸਾਰਿਆਂ ਵਿੱਚ ਦੂਜਿਆਂ ਨੂੰ ਗਲਤ ਸਿੱਧ ਕਰਕੇ ਆਪਣੇ ਆਪ ਨੂੰ ਸਹੀ ਸਿੱਧ ਕਰਨ ਦੀ ਸੁਭਾਵਕ ਪ੍ਰਵਿਰਤੀ ਹੁੰਦੀ ਹੈ। ਇਹ ਪ੍ਰਵਿਰਤੀ ਪਤੀ ਪਤਨੀ ਦੇ ਝਗੜੇ 'ਚ ਅਨੇਕਾਂ ਰੰਗਾਂ ਵਿੱਚ ਉਘੜਦੀ ਹੈ ਅਤੇ ਦੋਵਾਂ ਧਿਰਾਂ ਦੇ ਮਾਪੇ ਭਾਂਤ ਦੇ ਮਸਾਲੇ ਪਾ ਕੇ ਰਿਸ਼ਤਿਆਂ ਦੀ ਚਾਟ ਨੂੰ ਹੋਰ ਚਟਪਟਾ ਬਣਾਉਂਦੇ ਹਨ। ਹਰ ਵਿਅਕਤੀ ਕੋਲ ਕਲਪਨਾ ਦਾ ਗੁਣ ਹੁੰਦਾ ਹੈ ਅਤੇ ਅਜਿਹੀ ਸਥਿਤੀ ਵਿੱਚ ਕਲਪਨਾ ਦੀ ਬਸੰਤ ਰੁੱਤ ਖਿੜਦੀ ਹੈ। ਲਾਡਲੇ ਪਤੀਆਂ ਨਾਲ ਲੜ ਕੇ ਪਤਨੀਆਂ ਨੇ ਤਾਂ ਆਪਣੀਆਂ ਮਾਵਾਂ ਕੋਲ ਹੀ ਆਉਣਾ ਹੁੰਦਾ ਹੈ। ਹੁਣ ਲਾਡਲੇ ਪੁੱਤਰ ਵੀ ਪਤਨੀਆਂ ਨੂੰ ਤਿਆਗ ਮਾਵਾਂ ਕੋਲ ਪਨਾਹ ਲੈਂਦੇ ਹਨ। ਜੇ ਭਾਵਕ ਪੱਖੋਂ ਆਪਣੇ ਪੈਰਾਂ 'ਤੇ ਖਲੋਤੇ ਹੋਣ ਤਾਂ ਕਦੀ ਵੀ ਆਪਣੀਆਂ ਮਾਵਾਂ ਕੋਲ ਨਾ ਪਰਤਣ। ਲਾਡਲਿਆਂ ਦੀਆਂ ਮਾਵਾਂ ਸਾਰਾ ਦੋਸ਼ ਨੂੰਹਾਂ ਦੇ ਸਿਰ ਮੜ੍ਹ ਕੇ ਆਪਣੇ ਪੁੱਤਰਾਂ ਦਾ ਹੋਰ ਥਾਂ ਵਿਆਹ ਕਰਨ ਦੀ ਇੱਛਾ ਜ਼ਰੂਰ ਪਾਲਦੀਆਂ ਹਨ। ਅਜਿਹੀ ਸਥਿਤੀ 'ਚ ਮਾਂ ਅਤੇ ਪੁੱਤਰ ਇੱਕ ਧਿਰ ਬਣ ਜਾਂਦੇ ਹਨ ਅਤੇ ਸੱਚਾਈ ਨੂੰ ਪਹਿਚਾਨਣ ਦੀ ਦੁਹਾਈ ਦੇਣ ਵਾਲੇ ਪਿਤਾ ਦੇ ਦ੍ਰਿਸ਼ਟੀਕੋਣ ਨੂੰ ਦੋਵੇਂ ਰਲ ਕੇ ਗਲਤ ਸਿੱਧ ਕਰਨ ਲੱਗ ਪੈਂਦੇ ਹਨ। ਇਹਨਾਂ ਦਿਨਾਂ 'ਚ ਮਾਂ ਪੁੱਤਰ ਨੂੰ ਛੋਟਾ ਬੱਚਾ ਸਮਝ ਕੇ ਪਾਲਦੀ ਹੈ ਅਤੇ ਉਹਨੂੰ ਮੁੜ ਬਚਪਨ ਵਾਲੇ ਲਾਡ ਦਿੰਦੀ ਹੈ। ਸਾਡੇ ਦੇਸ਼ 'ਚ ਮਾਵਾਂ ਦੀ ਆਪਣੀ ਕੋਈ ਸ਼ਖਸੀਅਤ ਨਹੀਂ ਹੁੰਦੀ। ਉਹ ਆਪਣੀ ਸ਼ਖਸੀਅਤ ਨੂੰ ਮੇਟ ਦਿੰਦੀਆਂ ਹਨ ਅਤੇ ਆਪਣੇ ਆਪ ਨੂੰ ਆਪਣੀ ਸੰਤਾਨ ਤੋਂ ਅਤੇ ਵਿਸ਼ੇਸ਼ ਕਰਕੇ ਪੁੱਤਰਾਂ ਤੋਂ ਕੁਰਬਾਨ ਕਰ ਦਿੰਦੀਆਂ ਹਨ। ਉਹ ਬਿਨ ਮੰਗੇ ਹੀ ਆਪਣੇ ਪੁੱਤਰਾਂ ਸਾਹਮਣੇ ਆਪਣੇ ਪਿਆਰ, ਲਾਡਾਂ ਅਤੇ ਕੁਰਬਾਨੀਆਂ ਦਾ ਢੇਰ ਲਾ ਦਿੰਦੀਆਂ ਹਨ। ਮਾਂ ਪਿਆਰ ਦੇ ਹੜ੍ਹ 'ਚ ਘਿਰੇ ਪੁੱਤਰ ਮਾਂ ਉੱਤੇ ਇੰਨੇ ਨਿਰਭਰ ਹੋ ਜਾਂਦੇ ਹਨ ਕਿ ਉਹ ਸਾਰੀ ਉਮਰ ਇਸੇ ਪ੍ਰਭਾਵ ਅਧੀਨ ਵਿਚਰਦੇ ਹਨ ਅਤੇ ਸਾਰਾ ਜੀਵਨ ਸਕੂਲ ਵਿੱਚ ਪੜ੍ਹਦੇ ਮੁੰਡਿਆਂ ਵਾਲੀਆਂ ਹਰਕਤਾਂ ਕਰਦੇ ਰਹਿੰਦੇ ਹਨ।
ਸਾਡੇ ਸਮਾਜ ਵਿੱਚ ਇਸਤਰੀ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰਦੀ ਹੈ। ਸੋ ਸਹੁਰੇ ਘਰ 'ਚ ਪ੍ਰਵਾਨ ਕੀਤੇ ਜਾਣ ਦੀ ਇੱਛਾ ਅਧੀਨ ਉਹ ਆਪਣੇ ਬੱਚਿਆਂ ਨੂੰ ਆਪਣੇ ਉੱਤੇ ਇਸ ਹੱਦ ਤੱਕ ਆਸਰਿਤ ਕਰ ਲੈਂਦੀ ਹੈ ਕਿ ਉਸ ਬਿਨਾਂ ਘਰ ਚੱਲ ਹੀ ਨਾ ਸਕੇ, ਬੱਚੇ ਪਲ ਹੀ ਨਾ ਸਕਣ, ਪਤੀ ਨੂੰ ਕੁਝ ਲੱਭੇ ਹੀ ਨਾ। ਇਵੇਂ ਮਾਲਕਣ ਬਣਨ ਦੀ ਇੱਛਾ ਅਧੀਨ ਉਦਾਸੀ ਬਣ ਜਾਂਦੀ ਹੈ। ਕੋਈ ਇਸਤਰੀ ਜਿੰਨੀ ਵਧੇਰੇ ਅਸੁਰੱਖਿਅਤ ਅਨੁਭਵ ਕਰੇਗੀ, ਓਨਾ ਹੀ ਉਹ ਆਪਣੀ ਸੰਤਾਨ ਨੂੰ, ਆਪਣੇ ਪੁੱਤਰਾਂ ਨੂੰ ਵਧੇਰੇ ਲਾਡ ਕਰੇਗੀ। ਪਤੀ ਵੱਲੋਂ ਤਿਆਗੇ ਜਾਣ ਦੀ ਸੂਰਤ ਵਿੱਚ ਤਾਂ ਇਸਤਰੀ ਆਪਣੇ ਪੁੱਤਰ ਨੂੰ ਹੋਰ ਵੀ ਵਧੇਰੇ ਲਾਡ ਕਰੇਗੀ ਅਤੇ ਉਹ ਆਪ ਹੀ ਉਹਦੀ ਪ੍ਰੇਮਿਕਾ, ਭੈਣ, ਧੀ, ਪਤਨੀ ਆਦਿ ਹੋਰ ਨਿਬੜਨ ਦਾ ਰੋਲ ਨਿਭਾਏਗੀ। ਉਹ ਅਣਜਾਣੇ ਹੀ ਆਪਣੇ ਪੁੱਤਰ ਨੂੰ ਭਾਵਕ ਪੱਖੋਂ ਲੰਗੜਾ ਕਰ ਦਿੰਦੀ ਹੈ। ਵਿਆਹ ਉਪਰੰਤ ਜਦੋਂ ਸੰਸਾਰ ਦੇ ਕਾਰੋਬਾਰ 'ਚ ਅਜਿਹੇ ਲਾਡਲੇ ਪੁੱਤਰ ਨੂੰ ਜ਼ਿੰਮੇਵਾਰੀਆਂ ਦਾ ਬੋਝ ਵੀ ਚੁੱਕਣਾ ਪੈਂਦਾ ਹੈ ਅਤੇ ਦੌੜ ਵੀ ਲਾਉਣੀ ਪੈਂਦੀ ਹੈ ਤਾਂ ਉਹ ਇੱਕ ਲੰਗੜੇ ਪੁੱਤਰ ਵਾਂਗ ਮਾਂ ਵੱਲ ਦੌੜਦਾ ਹੈ। ਲਾਡਲਿਆਂ ਦੇ ਨਖਰੇ ਕੇਵਲ ਉਹਨਾਂ ਦੀਆਂ ਮਾਵਾਂ ਹੀ ਬਰਦਾਸ਼ਤ ਕਰ ਸਕਦੀਆਂ ਹਨ। ਕੋਈ ਹੋਰ ਇਸਤਰੀ ਜਦੋਂ ਲਾਡਲੇ ਦੇ ਸੰਪਰਕ 'ਚ ਆਉਂਦੀ ਹੈ ਤਾਂ ਉਹ ਇਸਤਰੀ ਅਜਿਹੇ ਪੁਰਸ਼ ਤੋਂ ਅਗਵਾਈ ਦੀ ਮੰਗ ਕਰਦੀ ਹੈ, ਜਦੋਂ ਕਿ ਲਾਡਲੇ ਨੂੰ ਤਾਂ ਕੇਵਲ ਉਂਗਲ ਫੜ ਕੇ ਪਿੱਛੇ ਪਿੱਛੇ ਟੁਰਨ ਦੀ ਆਦਤ ਹੁੰਦੀ ਹੈ। ਸੋ ਲਾਡਲਾ ਪੁੱਤਰ ਕਿਸੇ ਇਸਤਰੀ ਨਾਲ ਮਰਦ ਵਾਲਾ ਰਿਸ਼ਤਾ ਸਥਾਪਿਤ ਕਰਨ 'ਚ ਸਫਲ ਨਹੀਂ ਹੁੰਦਾ। ਲਾਡਲਿਆਂ ਦੀਆਂ ਮਾਵਾਂ ਅਕਸਰ ਇਹ ਗਲਤੀ ਕਰਦੀਆਂ ਹਨ ਕਿ ਉਹ ਆਪਣੇ ਪੁੱਤਰਾਂ ਦਾ ਵਿਆਹ ਉਹਨਾਂ ਨਾਲੋਂ ਵੱਧ ਪੜ੍ਹੀਆਂ ਲਿਖੀਆਂ ਅਤੇ ਯੋਗ ਲੜਕੀਆਂ ਨਾਲ ਕਰ ਦਿੰਦੀਆਂ ਹਨ। ਇਸ ਸਥਿਤੀ 'ਚ ਲਾਡਲਾ ਹੋਰ ਸੁੰਗੜ ਜਾਂਦਾ ਹੈ। ਇੱਕ ਪੜ੍ਹਿਆ ਲਿਖਿਆ ਪੁਰਸ਼ ਇੱਕ ਅਨਪੜ੍ਹ ਇਸਤਰੀ ਨਾਲ ਗੁਜ਼ਾਰਾ ਕਰ ਸਕਦਾ ਹੈ, ਕਿਉਂਕਿ ਅਨਪੜ੍ਹ ਪਤਨੀ ਪੂਰੀ ਤਰ੍ਹਾਂ ਖਿੜੇ ਮੱਥੇ ਉਸ ਦੀ ਅਗਵਾਈ ਨੂੰ ਸਵੀਕਾਰ ਕਰ ਲੈਂਦੀ ਹੈ। ਪਰ ਇੱਕ ਪੜ੍ਹੀ ਲਿਖੀ ਇਸਤਰੀ ਇੱਕ ਅਨਪੜ੍ਹ ਜਾਂ ਘੱਟ ਪੜ੍ਹੇ ਪੁਰਸ਼ ਨਾਲ ਗੁਜ਼ਾਰਾ ਨਹੀਂ ਕਰ ਸਕਦੀ, ਕਿਉਂਕਿ ਉਹਦਾ ਪਤੀ ਨਾ ਤਾਂ ਅਗਵਾਈ ਪ੍ਰਦਾਨ ਕਰ ਸਕਦਾ ਹੈ ਅਤੇ ਨਾ ਹੀ ਪਤਨੀ ਦੀ ਅਗਵਾਈ ਪ੍ਰਵਾਨ ਕਰਨ ਲਈ ਤਿਆਰ ਹੁੰਦਾ ਹੈ। ਅਜਿਹੀ ਸਥਿਤੀ ਵਿੱਚ ਵਿਰੋਧ ਉਪਜਣੇ ਸੁਭਾਵਿਕ ਹੁੰਦੇ ਹਨ। ਲਾਡਲੇ ਨੂੰ ਕੇਵਲ ਆਪਣੀ ਮਾਂ ਨਾਲ ਵਰਤਣ ਦੀ ਆਦਤ ਹੁੰਦੀ ਹੈ। ਜਦੋਂ ਪ੍ਰੇਮਿਕਾ ਜਾਂ ਪਤਨੀ ਮਾਂ ਦਾ ਰੋਲ ਨਿਭਾਉਣ ਤੋਂ ਇਨਕਾਰੀ ਹੁੰਦੀ ਹੈ ਤਾਂ ਲਾਡਲੇ ਨੂੰ ਸਥਿਤੀ ਭੁਚਾਲ ਵਾਲੀ ਪ੍ਰਤੀਤ ਹੋਣ ਲੱਗ ਪੈਂਦੀ ਹੈ। ਲਾਡਲੇ ਦੀ ਪਤਨੀ ਨੂੰ ਆਪਣੇ ਪਤੀ ਦਾ ਹੀ ਨਹੀਂ, ਪਤੀ ਦੀ ਮਾਂ ਦਾ ਵੀ ਧਿਆਨ ਰੱਖਣਾ ਪੈਂਦਾ ਹੈ, ਪਰ ਉਸ ਲਈ ਪਤੀ ਦੀ ਮਾਂ ਨੂੰ ਸੰਤੁਸ਼ਟ ਕਰਨਾ ਸੰਭਵ ਨਹੀਂ ਹੁੰਦਾ। ਸੋ ਅਣਬਣ ਦਾ ਉਪਜਣਾ ਸੁਭਾਵਿਕ ਹੁੰਦਾ ਹੈ। ਲਾਡਲੇ ਆਪਣੀ ਆਮਦਨ ਜਾਂ ਤਨਖਾਹ ਆਪਣੀ ਪਤਨੀ ਨੂੰ ਨਹੀਂ, ਆਪਣੀ ਮਾਂ ਨੂੰ ਦਿੰਦੇ ਹਨ, ਕਿਉਂਕਿ ਮਾਵਾਂ ਆਪਣੇ ਲਾਡਲਿਆਂ ਉੱਤੇ ਕਬਜ਼ਾ ਛੱਡਣ ਲਈ ਤਿਆਰ ਨਹੀਂ ਹੁੰਦੀਆਂ। ਸੋ ਸੱਸ ਤੇ ਨੂੰਹ ਵਿਚਕਾਰ ਮਾਲਕ ਮਕਾਨ ਤੇ ਕਿਰਾਏਦਾਰ ਵਾਲਾ ਝਗੜਾ ਸ਼ੁਰੂ ਹੋ ਜਾਂਦਾ ਹੈ। ਮਾਵਾਂ ਆਪਣੇ ਲਾਡਲਿਆਂ ਵਿੱਚ ਸਵੈ ਵਿਸ਼ਵਾਸ ਉਪਜਣ ਹੀ ਨਹੀਂ ਦਿੰਦੀਆਂ, ਸੋ ਲਾਡਲੇ ਦਲੇਰੀ ਵਿਖਾਉਣ ਦਾ ਸਾਹਸ ਨਹੀਂ ਕਰਦੇ। ਮਾਂ ਸਾਹਮਣੇ ਲਾਡਲੇ ਪਤਨੀ ਵਿਰੁੱਧ ਵੱਧ ਤੋਂ ਵੱਧ ਮਿਆਉਂ ਹੀ ਕਰ ਸਕਦੇ ਹਨ, ਪਰ ਉਹ ਵੀ ਮਾਂ ਦੀ ਗੋਦ 'ਚ ਬਹਿ ਕੇ। ਲਾਡਲੇ ਦੀ ਪਤਨੀ ਦੀ ਗੈਰ ਹਾਜ਼ਰੀ ਵਿੱਚ ਮਾਂ ਪੁੱਤਰ ਕੋਲ ਆਪਣੀ ਨੂੰਹ ਦੀਆਂ ਓਨੀਆਂ ਸ਼ਿਕਾਇਤਾਂ ਨਹੀਂ ਲਾਉਂਦੀ ਜਿੰਨੀਆਂ ਮਾਂ ਕੋਲ ਲਾਡਲਾ ਆਪਣੀ ਪਤਨੀ ਦੀਆਂ ਲਾਉਂਦਾ ਹੈ। ਸਾਡੇ ਦੇਸ਼ ਵਿੱਚ ਲੜਕੀ ਦਾ ਪਾਲਣ ਪੋਸ਼ਣ ਹੀ ਇਸ ਢੰਗ ਨਾਲ ਹੁੰਦਾ ਹੈ ਕਿ ਉਹ ਪ੍ਰਸਥਿਤੀਆਂ ਅਨੁਸਾਰ ਆਪਣੇ ਆਪ ਨੂੰ ਸੌਖਿਆਂ ਢਾਲ ਲੈਂਦੀ ਹੈ। ਪਰ ਇਕਲੌਤੀਆਂ ਧੀਆਂ ਅਕਸਰ ਲਾਡਲੀਆਂ ਹੋ ਨਿਬੜਦੀਆਂ ਹਨ, ਜਿਨ੍ਹਾਂ ਨੂੰ ਵਿਆਹ ਉਪਰੰਤ ਅਨੇਕਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਆਪਣੇ ਮਾਪਿਆਂ ਦੇ ਘਰ 'ਚੋਂ ਇਕਲੌਤੀ ਹੋਣ ਕਾਰਨ ਉਹ ਸਭ ਦੇ ਧਿਆਨ ਦਾ ਕੇਂਦਰ ਹੁੰਦੀ ਹੈ, ਪਰ ਵਿਆਹ ਉਪਰੰਤ ਇਹ ਸਥਿਤੀ ਬਣੀ ਰਹਿਣੀ ਸੰਭਵ ਨਹੀਂ ਹੁੰਦੀ, ਕਿਉਂਕਿ ਮਾਵਾਂ ਨੇ ਲਾਡਲੀਆਂ ਧੀਆਂ ਨੂੰ ਕੁਝ ਨਹੀਂ ਸਿਖਾਇਆ ਹੁੰਦਾ। ਸੋ ਵਿਆਹ ਉਪਰੰਤ ਉਹਨਾਂ ਦਾ ਵਿਹਾਰ ਹਾਸੋਹੀਣਾ ਹੋ ਨਿਬੜਦਾ ਹੈ। ਆਮ ਕਰਕੇ ਧੀਆਂ ਰੱਸੀ ਟੱਪਦੀਆਂ ਟੱਪਦੀਆਂ ਦਰਿਆ ਟੱਪਣ ਦੀ ਯੋਗਤਾ ਉਪਜਾ ਲੈਂਦੀਆਂ ਹਨ। ਧੀਆਂ ਲਈ ਵਿਆਹ ਦਰਿਆ ਟੱਪਣ ਵਾਂਗ ਹੀ ਹੁੰਦਾ ਹੈ, ਪਰ ਪੁੱਤਰਾਂ ਦੇ ਵਿਹਾਰ 'ਚ ਲਚਕ ਘੱਟ ਹੁੰਦੀ ਹੈ। ਸਦੀਆਂ ਉਡੀਕਣ ਤੋਂ ਬਾਅਦ ਵੀ ਕਾਂ ਹੰਸ ਨਹੀਂ ਬਣਦੇ। ਪੁਰਸ਼ ਨਹੀਂ ਜਾਣਦੇ ਕਿ ਇਸਤਰੀ ਨਾਲ ਉੱਚਾ ਜਾਂ ਸਖਤੀ ਨਾਲ ਬੋਲਣਾ ਉਹਦੇ ਮਨ ਦਾ ਨਿਰਾਦਰ ਹੁੰਦਾ ਹੈ। ਇਸਤਰੀ ਦੀ ਹਾਜ਼ਰੀ ਵਿੱਚ ਹੀ ਮਨੁੱਖ ਪ੍ਰਤੀਤ ਹੁੰਦਾ ਹੈ। ਮਾਵਾਂ ਨੂੰ ਚਾਹੀਦਾ ਹੈ ਕਿ ਪੁੱਤਰਾਂ ਨੂੰ ਆਗਿਆਕਾਰੀ ਬਣਾਉਣ ਦੀ ਥਾਂ ਜਾਂ ਲਾਡਲੇ ਬਣਾਉਣ ਦੀ ਥਾਂ ਸਿਆਣੇ ਬਣਾਉਣ, ਤਾਂ ਕਿ ਉਹਨਾਂ ਦੀ ਸ਼ਖਸੀਅਤ ਅਤੇ ਉਹਨਾਂ ਦੇ ਵਿਹਾਰ ਵਿੱਚ ਤਾਲਮੇਲ ਹੋਵੇ। ਪਤੀਆਂ ਨੂੰ ਚਾਹੀਦਾ ਹੈ ਕਿ ਉਹ ਆਪਣੀਆਂ ਪਤਨੀਆਂ ਨੂੰ ਇੰਨੀ ਸੁਰੱਖਿਆ ਪ੍ਰਦਾਨ ਕਰਨ ਕਿ ਉਹਨਾਂ ਨੂੰ ਆਪਣੇ ਪੁੱਤਰਾਂ ਨੂੰ ਬੇਲੋੜਾ ਲਾਡ ਕਰਨ ਦੀ ਲੋੜ ਨਾ ਪਵੇ ਅਤੇ ਪੁੱਤਰ ਆਪਣੀਆਂ ਪਤਨੀਆਂ ਬਾਰੇ ਚੰਗੀ ਰਾਏ ਉਸਾਰ ਸਕਣ। ਲਾਡਲੇ ਪੁੱਤਰ ਹਨੇਰੀ ਜਾਂ ਵਾਵ ਰੋਲੇ ਵਾਂਗ ਕਿਸੇ ਥਾਂ ਨਹੀਂ ਟਿਕਦੇ, ਉਹ ਭਗੌੜਾ ਜੀਵਨ ਜਿਉਂਦੇ ਹਨ। ਉਹ ਸਬਕ ਪੜ੍ਹ ਲੈਣ ਬਾਅਦ ਹੀ ਕੁਝ ਨਹੀਂ ਸਿੱਖਦੇ।
ਅਕਸਰ ਪੁੱਤਰਾਂ ਦਾ ਵਿਆਹ ਕਰਕੇ ਮਾਵਾਂ ਵਧੇਰੇ ਬਿਮਾਰ ਪੈਂਦੀਆਂ ਹਨ, ਜਦਕਿ ਲਾਡਲੇ ਪੁੱਤਰ ਵਿਆਹ ਕਰਾ ਕੇ ਵਧੇਰੇ ਬਿਮਾਰ ਪੈਂਦੇ ਹਨ। ਇਵੇਂ ਉਹ ਮਾਂ ਪੁੱਤਰ ਦੋਵੇਂ ਬਿਮਾਰੀ ਨੂੰ ਇੱਕ ਦੂਜੇ ਦੇ ਨੇੜੇ ਹੋਣ ਲਈ ਵਰਤਦੇ ਹਨ। ਜਿੱਥੇ ਮਾਵਾਂ ਦੇ ਆਪਣੇ ਰੁਝੇਵੇਂ ਹੁੰਦੇ ਹਨ, ਉੱਥੇ ਪੁੱਤਰਾਂ ਦੇ ਲਾਡਲੇ ਬਣਾਉਣ ਦੀਆਂ ਸੰਭਾਵਨਾਵਾਂ ਘੱਟ ਹੁੰਦੀਆਂ ਹਨ। ਅਜਿਹੇ ਘਰਾਂ ਦੇ ਬੱਚੇ ਭਾਵੁਕ ਪੱਖੋਂ ਜਲਦੀ ਜਵਾਨ ਹੋ ਜਾਂਦੇ ਹਨ ਅਤੇ ਉਹ ਬਾਹਰਲੀ ਦੁਨੀਆ ਨਾਲ ਵਧੇਰੇ ਇਕਸੁਰ ਹੁੰਦੇ ਹਨ ਅਤੇ ਉਹ ਦੂਜਿਆਂ ਦੀ ਹੋਂਦ ਨੂੰ ਖਿੜੇ ਮੱਥੇ ਸਵੀਕਾਰਦੇ ਹਨ। ਹੋਸਟਲਾਂ 'ਚ ਰਹਿਣ ਵਾਲੇ ਲੜਕੇ ਲੜਕੀਆਂ ਮਾਪਿਆਂ ਤੋਂ ਦੂਰ ਹੋਣ ਕਾਰਨ ਸੰਤੁਲਨ ਛੇਤੀ ਪ੍ਰਾਪਤ ਕਰ ਲੈਂਦੇ ਹਨ, ਪਰ ਹੋਸਟਲਾਂ 'ਚ ਰਹਿਣ ਵਾਲੇ ਲਾਡਲੇ ਅਤੇ ਲਾਡਲੀਆਂ ਵਿੱਚ ਵਿਗਾੜ ਵੀ ਤੇਜ਼ੀ ਨਾਲ ਵਾਪਰਦਾ ਹੈ। ਮਾਵਾਂ ਨੂੰ ਚਾਹੀਦਾ ਹੈ ਕਿ ਪੁੱਤਰਾਂ ਨੂੰ ਘਰ ਦੇ ਕਿੱਲੇ ਨਾਲ ਬੰਨ੍ਹਣ ਦੀ ਥਾਂ ਕੋਲੰਬਸ ਵਾਂਗ ਨਵੀਆਂ ਧਰਤੀਆਂ ਲੱਭਣ ਲਈ ਪ੍ਰੇਰਨ। ਨਿਰਸੰਦੇਹ ਲਾਡਲੇ ਕਿਨਾਰੇ 'ਤੇ ਬੱਝੀ ਬੇੜੀ ਬਣਨਾ ਪਸੰਦ ਕਰਨਗੇ। ਉਹ ਨਹੀਂ ਜਾਣਦੇ ਕਿ ਬੇੜੀਆਂ ਖੁੱਲ੍ਹੇ ਸਮੁੰਦਰਾਂ ਲਈ ਹੁੰਦੀਆਂ ਹਨ। ਜੇ ਪੁੱਤਰਾਂ ਨੂੰ ਵੀ ਧੀਆਂ ਵਾਂਗ ਪਾਲਿਆ ਜਾਏ ਤਾਂ ਕਿਸੇ ਹੱਦ ਤੱਕ ਸਥਿਤੀ ਸੁਧਰ ਸਕਦੀ ਹੈ, ਪਰ ਸਥਿਤੀ ਵਿੱਚ ਪਛਾਣਨਯੋਗ ਪਰਿਵਰਤਨ ਤਾਂ ਹੀ ਵਾਪਰੇਗਾ ਜੇ ਪੁੱਤਰ ਵੀ ਧੀਆਂ ਵਾਂਗ ਮਾਪਿਆਂ ਤੋਂ ਦੂਰ ਜਾ ਕੇ ਘਰ ਵਸਾਉਣ ਅਤੇ ਉਹਨਾਂ ਨੂੰ ਆਪਣੇ ਫੈਸਲੇ ਆਪ ਕਰਨ ਦੀ ਮਜਬੂਰੀ ਹੋਵੇ। ਪੁਰਸ਼ਾਂ ਵਿੱਚ ਹਰ ਵੇਲੇ ਹਰ ਥਾਂ ਕਿਸੇ ਨਾ ਕਿਸੇ ਇਸਤਰੀ ਦਾ ਮਹਿਮਾਨ ਬਣਨ ਦੀ ਆਦਤ ਹੁੰਦੀ ਹੈ। ਜਿਹੜੇ ਇਸ ਆਦਤ ਤੋਂ ਜਿੰਨੀ ਜਲਦੀ ਛੁਟਕਾਰਾ ਪਾ ਲੈਣਗੇ, ਓਨਾ ਹੀ ਉਹਨਾਂ ਦੇ ਸੁਭਾਅ 'ਚ ਵਧੇਰੇ ਸੰਤੁਲਨ ਹੋਏਗਾ ਅਤੇ ਉਸੇ ਅਨੁਪਾਤ ਵਿੱਚ ਉਹ ਜ਼ਿੰਦਗੀ ਵਿੱਚ ਵਧੇਰੇ ਸਫਲ ਅਤੇ ਸੰਤੁਸ਼ਟ ਹੋਣਗੇ। ਧੰਨਵਾਦ। ਅਗਲਾ ਲੇਖ ਬੀਤ ਜਾਣ ਤੋਂ ਮਗਰੋਂ। ਪਿਆਰੇ ਜੀਓ, ਪੁਰਾਣੀ ਵਾਕਫੀ ਅਤੇ ਪਿਆਰ ਦੇ ਮਾਣ ਨਾਲ ਲਿਖ ਰਹੀ ਹਾਂ। ਮੇਰੇ ਕੋਲ ਇਸ ਵੇਲੇ ਹੋਰ ਕੁਝ ਵੀ ਨਹੀਂ ਜਿਸ ਉੱਤੇ ਨਵਾਂ ਮਾਣ ਕਰ ਸਕਾਂ। ਪਤਾ ਲੱਗ ਹੀ ਗਿਆ ਹੋਵੇਗਾ ਕਿ ਸਭ ਉਡੀਕਾਂ ਅਤੇ ਸਾਰੀਆਂ ਉਮੀਦਾਂ ਦੀ ਮੁੱਕ ਜਾਣ ਉਪਰੰਤ ਅਤੇ ਜਿਉਣ ਦੀ ਥਕਾਵਟ ਨਾਲ ਚੂਰ ਹੋ ਕੇ ਮਰਨ ਦਾ ਯਤਨ ਕੀਤਾ ਸੀ, ਪਰ ਸਫਲ ਨਹੀਂ ਹੋਈ। ਸ਼ਾਇਦ ਸਫਲ ਹੋਣਾ ਮੈਨੂੰ ਆਉਂਦਾ ਹੀ ਨਹੀਂ। ਹਸਪਤਾਲ ਵਿੱਚੋਂ ਹੀ ਲਿਖ ਰਹੀ ਹਾਂ। ਤੈਨੂੰ ਇੱਕ ਵਾਰੀ ਆ ਕੇ ਵੇਖਣਾ ਤਾਂ ਚਾਹੀਦਾ ਸੀ ਕਿ ਕਿਵੇਂ ਖਿੰਡਰੇ ਹੋਏ ਮਲਬੇ ਵਾਂਗ ਬੈਠੀ ਹਾਂ। ਸਾਰੇ ਮੇਰਾ ਹਾਲ ਪੁੱਛ ਗਏ ਹਨ, ਪਰ ਜਿਸ ਨੂੰ ਮੈਂ ਆਪਣਾ ਹਾਲ ਦੱਸਣਾ ਚਾਹੁੰਦੀ ਸਾਂ ਉਹਨੇ ਅਜੇ ਤੱਕ ਪੁੱਛਿਆ ਹੀ ਨਹੀਂ। ਜਿਉਣਾ ਬਹੁਤ ਭਾਰਾ ਅਤੇ ਥਕਾਊ ਹੋ ਗਿਆ ਹੈ। ਦਿਨ ਰਾਤ ਸੋਚਦੀ ਰਹਿੰਦੀ ਹਾਂ। ਹਰ ਸੋਚ ਤਿਲਕ ਕੇ ਘੁੰਮ ਫਿਰ ਕੇ ਅੰਤ ਨੂੰ ਤੇਰੇ 'ਤੇ ਅਟਕ ਜਾਂਦੀ ਹੈ। ਆਪਣੀਆਂ ਨਜ਼ਰਾਂ 'ਚ ਤਾਂ ਹਰ ਕੋਈ ਨਿਰਦੋਸ਼ ਹੁੰਦਾ ਹੈ, ਪਰ ਮੈਂ ਆਪਣੀਆਂ ਨਜ਼ਰਾਂ ਵਿੱਚ ਹੀ ਮੁਜਰਿਮ ਹਾਂ। ਬੜੇ ਚਿਰਾਂ ਤੋਂ ਤੈਨੂੰ ਦੱਸਣ ਲਈ ਸੋਚਦੀ ਰਹੀ ਹਾਂ ਕਿ ਤੇਰੀ ਸਲਾਮਤੀ ਵਾਸਤੇ ਹੀ ਮੈਂ ਤੈਨੂੰ ਧੋਖਾ ਦਿੱਤਾ ਸੀ। ਜਿਹੜਾ ਆਪਣੇ ਆਪ ਨੂੰ ਮੇਰਾ ਪਤੀ ਸਮਝਦਾ ਹੈ, ਉਹ ਕਈ ਵਾਰੀ ਤੈਨੂੰ ਗੋਲੀ ਮਾਰਨ ਦੀ ਨੀਅਤ ਨਾਲ ਲੱਭਦਾ ਰਿਹਾ ਸੀ। ਤੈਨੂੰ ਜਿਉਂਦਾ ਵੇਖਣ ਵਾਸਤੇ ਹੀ ਮੈਂ ਆਪ ਕਤਲ ਹੋਣ ਲਈ ਤਿਆਰ ਹੋਈ ਸਾਂ। ਕੋਈ ਸਮਾਂ ਸੀ ਜਦੋਂ ਸ਼ੌਕ ਇੰਨੇ ਵੱਡੇ ਸਨ ਕਿ ਜੱਗ ਸੌੜਾ ਪ੍ਰਤੀਤ ਹੁੰਦਾ ਸੀ। ਤੇਰੇ ਸਾਥ ਵਿੱਚ ਇੰਨੀ ਮਸਤ ਸਾਂ ਕਿ ਮੈਂ ਆਪਣੀ ਬਾਂਹ ਕਦੇ ਉੱਚੀ ਨਹੀਂ ਸੀ ਕਰਦੀ ਕਿ ਕਿਧਰੇ ਤਾਰੇ ਟੁੱਟ ਕੇ ਮੇਰੇ ਹੱਥਾਂ 'ਚ ਨਾ ਆ ਜਾਣ। ਮੈਂ ਸੋਚਿਆ ਕਰਦੀ ਸਾਂ ਕਿ ਇੰਨੀ ਰਹਿਮਤ, ਇੰਨੀ ਬਖਸ਼ਿਸ਼ ਲਈ ਤਾਂ ਮੈਂ ਰੱਬ ਅੱਗੇ ਦੁਆ ਨਹੀਂ ਸੀ ਕੀਤੀ। ਤੇਰੇ ਸਾਥ ਵਿੱਚ ਤਾਂ ਹਨੇਰੇ ਵੀ ਸੋਹਣੇ ਲੱਗਦੇ ਸਨ। ਮੇਰੀ ਕਲਪਨਾ ਨੇ ਇੰਨੇ ਉੱਚੇ ਹੁਲਾਰੇ ਲਏ ਸਨ ਕਿ ਮੈਂ ਭੁੱਲ ਹੀ ਗਈ ਸਾਂ ਕਿ ਥੱਲੇ ਧਰਤੀ ਵੀ ਹੈ। ਜਦੋਂ ਮੈਂ ਆਪਣੀ ਬਾਂਹ ਤੈਨੂੰ ਫੜਾਉਣੀ ਚਾਹੁੰਦੀ ਸੀ, ਉਹ ਮੇਰੀ ਬਾਂਹ ਫੜ ਕੇ ਲੈ ਗਿਆ ਸੀ। ਉਸ ਤੋਂ ਬਾਅਦ ਜੋ ਕੁਝ ਵਾਪਰਿਆ ਉਹ ਇੱਕ ਲੰਮਾ ਇਤਿਹਾਸ ਹੈ। ਉਹਨੇ ਪਹਿਲੀ ਰਾਤ ਹੀ ਕਹਿ ਦਿੱਤਾ ਸੀ, ਦਿਲ ਤੋਂ ਸਿਵਾਏ ਮੇਰਾ ਸਭ ਕੁਝ ਤੇਰਾ ਹੈ। ਉਹਦੀ ਸ਼ਖਸੀਅਤ ਦੇ ਅਨੇਕਾਂ ਪੱਖ ਸਨ, ਪਰ ਵਿਆਹ ਕਰਨ ਉਪਰੰਤ ਉਹ ਕੇਵਲ ਪਤੀ ਬਣ ਕੇ ਰਹਿ ਗਿਆ ਸੀ। ਮੈਂ ਉਡੀਕਦੀ ਰਹੀ ਕਿ ਬਹਾਰਾਂ ਮੁੜ ਆਉਣਗੀਆਂ। ਉਡੀਕ ਦੇ ਨਾਲ ਨਾਲ ਮੈਂ ਸੋਚਦੀ ਵੀ ਰਹੀ। ਜ਼ਿੰਮੇਵਾਰੀਆਂ ਦੇ ਬੋਝ ਨੇ ਮੇਰੇ ਚਾਵਾਂ ਦੇ ਨਾਲ ਨਾਲ ਮੇਰੇ ਮੋਢੇ ਵੀ ਨੀਵੇਂ ਕਰ ਦਿੱਤੇ ਸਨ। ਪਿਛਲੇ ਕਈ ਸਾਲਾਂ ਤੋਂ ਉੱਜੜੇ ਹੋਏ ਵਾਵਰੋਲੇ ਵਾਂਗ ਭਟਕ ਰਹੀ ਹਾਂ। ਮਾਪੇ ਮੁੱਕ ਗਏ ਹਨ, ਤੂੰ ਗਵਾਚ ਗਿਆ ਹੈ। ਮੈਂ ਮੀਰਾ ਤਾਂ ਬਣੀ, ਪਰ ਮੈਨੂੰ ਕ੍ਰਿਸ਼ਨ ਨਾ ਮਿਲਿਆ। ਮੈਂ ਚਾਹੁੰਦੀ ਹਾਂ ਕੋਈ ਤੇਰੇ ਵਾਂਗ ਮੇਰਾ ਬਚਪਨ ਦਾ ਨਾਂ ਲੈ ਕੇ ਬੁਲਾਵੇ। ਸ਼ਾਇਦ ਤੂੰ ਭੁੱਲ ਗਿਆ ਹੋਵੇਂ, ਤੂੰ ਹੀ ਮੈਨੂੰ ਸਿੱਧੇ ਹੋ ਕੇ ਖਲੋਣ ਲਈ ਕਿਹਾ ਸੀ। ਉਦੋਂ ਮੈਂ ਸਮਝੀ ਨਹੀਂ ਸਾਂ, ਪਰ ਹੁਣ ਮੈਂ ਤੈਨੂੰ ਦੱਸ ਸਕਦੀ ਹਾਂ ਕਿ ਹੀਰ ਜੱਚਦੀ ਤਾਂ ਰਾਂਝੇ ਨਾਲ ਸੀ, ਪਰ ਰਾਂਝੇ ਨਾਲ ਵਿਆਹੀ ਨਹੀਂ ਸੀ ਗਈ, ਕਿਉਂਕਿ ਉਹ ਵੀ ਸਿੱਧੀ ਹੋ ਕੇ ਖਲੋਣ ਦੇ ਯਤਨਾਂ ਵਿੱਚ ਹੀ ਉੱਜੜ ਗਈ ਸੀ। ਜੋ ਕੁਝ ਕਿਤਾਬਾਂ ਵਿੱਚ ਪੜ੍ਹਿਆ ਸੀ ਅਤੇ ਜੋ ਕੁਝ ਤੂੰ ਮੈਨੂੰ ਦੱਸਿਆ ਸੀ, ਉਹ ਸਭ ਝੂਠ ਹੈ। ਸੱਚ ਤਾਂ ਉਹ ਹੈ
ਜੋ ਮੇਰੇ ਨਾਲ ਵਾਪਰਿਆ ਹੈ। ਹੁਣ ਮੈਂ ਨਿਸ਼ਚੇ ਨਾਲ ਕਹਿ ਸਕਦੀ ਹਾਂ ਕਿ ਸਦੀਆਂ ਉਡੀਕਣ ਤੋਂ ਬਾਅਦ ਵੀ ਪੱਥਰ ਹੀਰੇ ਨਹੀਂ ਬਣਦੇ। ਮੈਂ ਤੈਨੂੰ ਕਿਵੇਂ ਦੱਸਾਂ ਕਿ ਹਰ ਰੋਜ਼ ਫਰੇਬ ਦੇ ਦੀਦਾਰ ਕਰ ਕਰਕੇ ਥੱਕ ਗਈ ਹਾਂ। ਹਰ ਲੰਘਦਾ ਦਿਨ ਮੇਰੇ ਤੋਂ ਕੁਝ ਖੋਹ ਕੇ ਲੈ ਜਾਂਦਾ ਹੈ। ਹਰ ਸਵੇਰ, ਹਰ ਸ਼ਾਮ ਮੈਂ ਬੇਵਸੀ ਦੀ ਹਾਲਤ ਵਿੱਚ ਆਪਣੀ ਤਕਦੀਰ ਦਾ ਤਮਾਸ਼ਾ ਦੇਖਦੀ ਹਾਂ। ਆਪਣੀ ਜਾਨ ਦੇ ਬੋਝਿਆਂ ਦੀ ਨਿੱਤ ਤਲਾਸ਼ੀ ਦੇ ਦੇ ਕੇ ਅੱਕ ਗਈ ਹਾਂ। ਤੂੰ ਜਾਣਦਾ ਹੀ ਹੈ, ਜਦੋਂ ਬੰਦਾ ਥੱਕ ਜਾਂਦਾ ਹੈ ਤਾਂ ਉਖੜ ਜਾਂਦਾ ਹੈ। ਮੈਨੂੰ ਆਪਣੀ ਚਿੰਤਾ ਨਹੀਂ, ਚਿੰਤਾ ਤਾਂ ਇਸ ਗੱਲ ਦੀ ਹੈ ਕਿ ਇੱਕ ਵਾਰੀ ਫਿਰ ਮੇਰੀ ਨੀਂਦਰ ਵਿੱਚ ਮੇਰੇ ਮੂੰਹੋਂ ਤੇਰਾ ਨਾਂ ਸੁਣਨ ਕਰਕੇ ਉਹ ਇੱਕ ਵਾਰੀ ਫਿਰ ਤੇਰਾ ਸ਼ਿਕਾਰ ਕਰਨ ਲਈ ਨਿਕਲਿਆ ਹੈ। ਮੈਨੂੰ ਤੇਰੇ ਨਾਲ ਵਾਪਰਨ ਵਾਲੀ ਦੁਰਘਟਨਾ ਦਾ ਸਰਾਪ ਵਰਗਾ ਤਾਪ ਚੜਿਆ ਹੋਇਆ ਹੈ। ਤੈਨੂੰ ਸ਼ਾਇਦ ਨਹੀਂ ਪਤਾ ਕਿ ਕਲਪਨਾ ਵਿੱਚ ਵਾਪਰਨ ਵਾਲੀ ਦੁਰਘਟਨਾ ਦਾ ਦੁੱਖ ਅਸਲ 'ਚ ਵਾਪਰੀ ਕਿਸੇ ਦੁਰਘਟਨਾ ਨਾਲੋਂ ਕਈ ਗੁਣਾ ਵੱਧ ਹੁੰਦਾ ਹੈ। ਕਲਪਨਾ ਵਿੱਚ ਵਾਪਰਨ ਵਾਲੀ ਦੁਰਘਟਨਾ ਦੀ ਕੋਈ ਸੀਮਾ ਨਹੀਂ ਹੁੰਦੀ। ਹੁਣ ਮੈਂ ਵੀ ਤੇਰੇ ਵਾਂਗ ਗੱਲਾਂ ਕਰ ਸਕਦੀ ਹਾਂ। ਲੈ ਸੁਣ, ਮੁਹੱਬਤ ਸੁੱਖ ਹੀ ਨਹੀਂ ਦਿੰਦੀ, ਦੁੱਖ ਵੀ ਦਿੰਦੀ ਹੈ, ਕਿਉਂਕਿ ਪਿਆਰ ਦੇ ਰਿਸ਼ਤੇ 'ਚ ਇੱਕ ਹੱਦ ਤੋਂ ਅੱਗੇ ਸ਼ੱਕ ਉਪਜਣੇ ਸੁਭਾਵਿਕ ਹੁੰਦੇ ਹਨ। ਪਹਿਲਾਂ ਪ੍ਰੇਮੀ ਸੋਚਦਾ ਇਹ ਆਉਂਦੀ ਕਿਉਂ ਨਹੀਂ, ਫਿਰ ਸੋਚਣ ਲੱਗ ਪੈਂਦਾ ਇਹ ਜਾਂਦੀ ਕਿਉਂ ਨਹੀਂ। ਪਿਆਰ 'ਚ ਅਸੀਂ ਲੱਭਣਾ ਤਾਂ ਆਪਣੇ ਆਪ ਨੂੰ ਚਾਹੁੰਦੇ ਹਾਂ, ਪਰ ਆਪਣੇ ਆਪ ਤੋਂ ਸਿਵਾਏ ਸਾਰੇ ਲੱਭ ਪੈਂਦੇ ਹਨ। ਪਿਆਰ ਉਡੀਕ ਪੈਦਾ ਕਰਦਾ ਹੈ ਅਤੇ ਉਡੀਕ 'ਚ ਅਸੀਂ ਅਸੰਭਵ ਦੇ ਸੰਭਵ ਹੋ ਜਾਣ ਦਾ ਅਸੰਭਵ ਜਿਹਾ ਸੁਪਨਾ ਵੇਖਦੇ ਹਾਂ, ਜਿਨ੍ਹਾਂ ਨਾਲ ਅਸੀਂ ਜਿਉਣ ਮਰਨ ਦੀ ਸਹੁੰ ਖਾਂਦੇ ਹਾਂ। ਸਮਾਂ ਬੀਤਣ ਨਾਲ ਸਾਡੇ ਵਿਚਕਾਰ ਜਿਉਂਦਿਆਂ ਅਤੇ ਮੋਇਆਂ ਵਾਲੀ ਵਿੱਥ ਪੈਦਾ ਹੋ ਜਾਂਦੀ ਹੈ। ਮੌਤ ਨਾਲ ਮਿਲਣ ਗਈ ਸਾਂ, ਵਾਪਸ ਮੋੜ ਲਿਆਂਦੀ ਗਈ ਹਾਂ। ਹੁਣ ਤਾਂ ਨਿੱਕੇ ਨਿੱਕੇ ਕਦਮ ਵੀ ਮੈਨੂੰ ਰੇਲਵੇ ਦੇ ਪੁਲ ਦੀਆਂ ਉੱਚੀਆਂ ਅਤੇ ਥਕਾਊ ਪੌੜੀਆਂ ਪ੍ਰਤੀਤ ਹੁੰਦੇ ਹਨ। ਕਈ ਵਾਰ ਦਿਲ ਕਰਦਾ ਹੈ ਕਿ ਸਵਰਗ ਨੂੰ ਅੱਗ ਲਾ ਦਿਆਂ, ਪਰ ਫਿਰ ਸੋਚਦੀ ਹਾਂ ਕਿ ਰੱਬ ਵਿਚਾਰਾ ਨਿਥਾਵਾਂ ਹੋ ਜਾਏਗਾ। ਮੇਰੇ ਸਾਰੇ ਮਾਣ ਟੁੱਟ ਗਏ ਹਨ, ਸਾਰੇ ਆਸਰੇ ਝੂਠੇ ਸਾਬਤ ਹੋਏ ਹਨ। ਮੇਰੀਆਂ ਉਮੀਦਾਂ ਅਤੇ ਰਿਸ਼ਤਿਆਂ ਦੇ ਸਾਰੇ ਰੰਗ ਖੁਰ ਗਏ ਹਨ। ਹੁਣ ਮੈਨੂੰ ਮਹਿਸੂਸ ਹੁੰਦਾ ਹੈ ਕਿ ਮੇਰੇ ਜਿਹੀਆਂ ਆਪਹੁਦਰੀਆਂ ਦੇ ਮਾਪੇ ਕਿਉਂ ਜਲਦੀ ਮਰ ਜਾਂਦੇ ਹਨ। ਹੁਣ ਮੈਨੂੰ ਸਮਝ ਆਈ ਕਿ ਕਿਵੇਂ ਧੀਆਂ ਸਹੁਰੇ ਘਰ ਸਨਮਾਨ ਅਤੇ ਸਥਾਨ ਨਾ ਮਿਲਣ ਕਰਕੇ ਪੇਕਿਆਂ ਤੋਂ ਕਿਸੇ ਦੇ ਆਉਣ ਦੀ ਉਡੀਕ ਕਰਦੀਆਂ ਰਹਿੰਦੀਆਂ ਹਨ, ਪਰ ਭਰਾਵਾਂ ਦੀ ਛਾਤੀ ਵਿੱਚ ਉਹ ਦਿਲ ਨਹੀਂ ਹੁੰਦਾ ਜਿਹਦੀ ਭੈਣਾਂ ਨੂੰ ਉਡੀਕ ਹੁੰਦੀ ਹੈ। ਭੈਣਾਂ ਭਰਾਵਾਂ ਦੀਆਂ ਮਜਬੂਰੀਆਂ ਸਮਝਦੀਆਂ ਹਨ, ਸੋ ਅੰਦਰੋਂ ਅੰਦਰੀ ਧੁਖਦੀਆਂ ਭਾਵੇਂ ਰਹਿੰਦੀਆਂ ਹਨ, ਪਰ ਧੂੰਆਂ ਬਾਹਰ ਨਹੀਂ ਕੱਢਦੀਆਂ। ਭਰਾਵਾਂ ਦੀ ਸੁੱਖ ਸਾਂਦ ਪੁੱਛਣ ਸਮੇਂ ਆਪਣੇ ਉਜੜੇ ਹੋਏ ਮਨ ਵਿੱਚੋਂ ਭੈਣਾਂ ਕੋਈ ਮਰੀ ਹੋਈ ਮੁਸਕਰਾਹਟ ਜਿਉਂਦੀ ਕਰ ਲੈਂਦੀਆਂ ਹਨ, ਪਰ ਉਡੀਕ ਨਹੀਂ ਮੁੱਕਦੀ। ਕੀ ਤੂੰ ਕਦੇ ਸੋਚਿਆ ਕਿ ਉਮੀਦ, ਆਸ ਜਾਂ ਉਡੀਕ ਤੋਂ ਬਿਨਾਂ ਜਿਉਣਾ ਕਿੰਨਾ ਮੁਸ਼ਕਿਲ ਹੁੰਦਾ ਹੈ? ਕੀ ਤੂੰ ਕਦੇ ਕਿਸੇ ਨੂੰ ਮੌਤ ਨੂੰ ਉਡੀਕਦਿਆਂ ਵੇਖਿਆ? ਮੈਂ ਤੈਨੂੰ ਆਪਣੇ ਅਨੁਭਵ ਤੋਂ ਦੱਸਦੀ ਹਾਂ ਕਿ ਸੰਸਾਰ ਵਿੱਚ ਹਰ ਕਿਸੇ ਲਈ ਹਰ ਦਿਨ ਵੱਖਰੇ ਢੰਗ ਨਾਲ, ਵੱਖਰੀ ਉਮੀਦ ਨਾਲ ਅਤੇ ਵੱਖਰੇ ਸੰਸਿਆਂ ਨਾਲ ਚੜ੍ਹਦਾ ਹੈ। ਇਹ ਵੀ ਆਪਣੇ ਅਨੁਭਵ ਤੋਂ ਲਿਖ ਰਹੀ ਹਾਂ ਕਿ ਮੇਲੇ ਦੇ ਜਾਣ ਵੇਲੇ ਦੀਆਂ ਗੱਲਾਂ ਮੇਲੇ ਤੋਂ ਵਾਪਸ ਮੁੜਨ ਵੇਲੇ ਦੀਆਂ ਗੱਲਾਂ ਨਾਲੋਂ ਵੱਖਰੀ ਭਾਂਤ ਦੀਆਂ ਹੁੰਦੀਆਂ ਹਨ। ਅਸੀਂ ਇੱਕ ਛੱਤ ਥੱਲੇ ਰਹਿੰਦੇ ਜ਼ਰੂਰ ਹਾਂ, ਪਰ ਸਾਲਾਂ ਦੇ ਸਾਲ ਬੀਤ ਗਏ ਹਨ, ਅਸੀਂ ਆਪਸ 'ਚ ਕੋਈ ਗੱਲ ਨਹੀਂ ਕੀਤੀ। ਜਿੱਥੇ ਰਿਸ਼ਤਾ ਪਿਆਰ ਅਤੇ ਸਤਿਕਾਰ ਵਾਲਾ ਹੋਵੇ, ਉੱਥੇ ਗੱਲਾਂ ਮੁੱਕਦੀਆਂ ਹੀ ਨਹੀਂ ਅਤੇ ਉਸੇ ਦੀ ਥਾਲੀ ਵਿੱਚੋਂ ਖਾਣ ਨੂੰ ਮਨ ਕਰਦਾ ਹੈ ਅਤੇ ਉਸ ਮੌਕੇ ਦੀ ਉਡੀਕ ਰਹਿੰਦੀ ਹੈ ਜਦੋਂ ਆਪਣੇ ਆਪ ਨੂੰ ਉਸ ਤੋਂ ਨਿਛਾਵਰ ਕੀਤਾ ਜਾ ਸਕੇ। ਪਿਆਰ ਸਾਹਮਣੇ ਅਸੀਂ ਆਪਣੀ ਹੋਂਦ ਅਤੇ ਆਪਣੀ ਦਲੀਲ ਦੋਵੇਂ ਭੁੱਲ ਜਾਂਦੇ ਹਾਂ। ਬਸ ਪਿਆਰੇ ਦੇ ਨੇੜੇ ਰਹਿਣ ਨੂੰ ਮਨ ਕਰਦਾ, ਜਿਵੇਂ ਇਸ ਵੇਲੇ ਮੇਰਾ ਮਨ ਤੇਰੇ ਨੇੜੇ ਬਹਿਣ ਨੂੰ ਕਰ ਰਿਹਾ। ਵਾਪਰਨ ਵਾਲੀਆਂ ਘਟਨਾਵਾਂ ਦੀਆਂ ਅਫਵਾਹਾਂ ਕਾਰਨ ਇੱਕ ਵਾਰੀ ਜਦੋਂ ਮੈਂ ਬਹੁਤ ਉਦਾਸ ਸਾਂ ਤਾਂ ਤੈਨੂੰ ਕਿਹਾ ਸੀ ਕਿ ਮੇਰੀ ਹੋਂਦ ਦੇ ਦਿਨਾਂ ਵਿਚਕਾਰ ਘਿਰੀ ਰਾਤ ਵਾਂਗ ਹੈ। ਮੈਂ ਮਨ ਬਣਾਇਆ ਹੋਇਆ ਸੀ ਜਿਸ ਦਿਨ ਮੇਰੀ ਪਸੰਦ ਦੇ ਵਿਰੁੱਧ ਮੇਰੀ ਉਂਗਲ ਵਿੱਚ ਮੁੰਦਰੀ ਪਾਈ ਜਾਏਗੀ, ਉਸੇ ਰਾਤ ਮੈਂ ਗੋਲੀਆਂ ਦੀ ਲੱਪ ਖਾ ਕੇ ਸਦਾ ਲਈ ਸੌਂ ਜਾਣਾ ਹੈ। ਤੂੰ ਹੀ ਮੈਨੂੰ ਕਿਹਾ ਸੀ ਐਵੇਂ ਨਹੀਂ ਕਰਨਾ। ਮੇਰੀ ਗੱਲ ਦੇ ਜਵਾਬ 'ਚ ਤੂੰ ਕਿਹਾ ਸੀ ਕਿ ਰਾਤ ਦੇ ਆਲੇ ਦੁਆਲੇ 2 ਦਿਨ ਵੀ ਤਾਂ ਹੁੰਦੇ ਹਨ। ਤੂੰ ਹੀ ਮੈਨੂੰ ਕਿਹਾ ਸੀ ਸੋਚਿਆ ਨਾ ਕਰ। ਹੁਣ ਮੈਂ ਸੋਚਦੀ ਹਾਂ ਕਿ ਮਨੁੱਖ ਭਾਵੇਂ ਸੋਚਣ ਵਾਲਾ ਜੀਵ ਹੈ, ਸੋਚਵਾਨ ਜੀਵ ਨਹੀਂ। ਭਾਵੇਂ ਮਨੁੱਖ ਸੋਚਦਾ ਹੈ, ਪਰ ਵਿਚਰਦਾ ਉਹ ਭਾਵਨਾਵਾਂ ਦੀ ਨਹੀਂ। ਜਿਸ ਸ਼ਾਮ ਮੇਰੀ ਮੰਗਣੀ ਦੀ ਰਸਮ ਹੋਈ ਸੀ,
ਉਸ ਦਿਨ ਪਹਿਲੀ ਵਾਰ ਮੈਂ ਆਪਣੇ ਪਿਤਾ ਦੇ ਚਿਹਰੇ ਉੱਤੇ ਤਸੱਲੀ ਭਰੀ ਇੱਕ ਚਮਕ ਵੇਖੀ ਸੀ। ਤੈਨੂੰ ਕਿਵੇਂ ਦੱਸਾਂ ਕਿ ਕਿਵੇਂ ਉਸ ਰਾਤ ਮੇਰੀ ਜ਼ਿੰਦਗੀ ਲਗਾਤਾਰ ਮੇਰੀ ਮੌਤ ਨੂੰ ਤੋਲਦੀ ਤੇ ਮਾਪਦੀ ਰਹੀ ਸੀ। ਵਿਆਹ ਤੋਂ ਪਹਿਲਾਂ ਸਾਡਾ ਗਿਆਨ ਵੀ ਕੰਵਾਰਾ ਹੁੰਦਾ ਹੈ। ਮੈਨੂੰ ਆਸ ਸੀ ਕਿ ਕੁਝ ਨਾ ਕੁਝ ਅਜਿਹਾ ਵਾਪਰ ਜਾਏਗਾ ਕਿ ਸਾਨੂੰ ਗੁਆਚੇ ਹੋਏ ਰਾਹ ਲੱਭ ਪੈਣਗੇ। ਤੇਰੇ ਨਾਲ ਰਿਸ਼ਤਾ ਉਸਾਰਨ ਤੋਂ ਬਾਅਦ ਕਿਸੇ ਹੋਰ ਨਾਲ ਕੋਈ ਰਿਸ਼ਤਾ ਉਸਾਰਨ ਦੀ ਮੇਰੇ 'ਚ ਹਿੰਮਤ ਹੀ ਨਹੀਂ ਸੀ। ਜਿਸ ਦਿਨ ਮੇਰਾ ਵਿਆਹ ਹੋਇਆ ਉਸੇ ਦਿਨ ਤੋਂ ਮੇਰਾ ਬਨਵਾਸ ਸ਼ੁਰੂ ਹੋਇਆ ਸੀ। ਕੁਝ ਦਿਨਾਂ 'ਚ ਹੀ ਮੈਨੂੰ ਪਤਾ ਲੱਗ ਗਿਆ ਸੀ ਕਿ ਮੇਰੇ ਲੋਕ ਤੇ ਪਰਲੋਕ ਦੋਵੇਂ ਗੁਆਚ ਗਏ ਸਨ। ਜਦੋਂ ਉਹਨੇ ਵਿਆਹ ਤੋਂ ਪਹਿਲੇ ਤੇਰੇ ਨਾਲ ਮੇਰੇ ਰਿਸ਼ਤੇ ਦਾ ਹਿਸਾਬ ਕਿਤਾਬ ਮੰਗਣਾ ਸ਼ੁਰੂ ਕਰ ਦਿੱਤਾ ਤਾਂ ਮੇਰੇ ਅੰਦਰ ਮਰ ਜਾਣ ਦੀ ਇੱਛਾ ਜਾਗ ਪਈ। ਹਰ ਰੋਜ਼ ਜਿਉਂ-ਜਿਉਂ ਸ਼ਾਮ ਪੈਂਦੀ ਮੈਨੂੰ ਆਪਣਾ ਆਪ ਠੰਡਾ ਪੈਂਦਾ ਵਿਖਾਈ ਦਿੰਦਾ। ਹਰ ਰਾਤ ਮੈਂ ਆਪਣੇ ਆਪ ਨਾਲ ਬਹਿਸ ਕਰਦੀ ਤੇ ਅੰਤ ਨੂੰ ਮੈਂ ਆਪਣੇ ਮਰਨ ਦੇ ਹੱਕ 'ਚ ਫੈਸਲਾ ਕਰ ਲਿਆ। ਧਰਮ ਤੇ ਕਾਨੂੰਨ ਕੁਝ ਵੀ ਕਹਿਣ, ਪਰ ਮੈਂ ਸਮਝਦੀ ਹਾਂ ਕਿ ਜਿਉਣ ਲਈ ਉਨੇ ਹੌਸਲੇ ਦੀ ਲੋੜ ਨਹੀਂ ਹੁੰਦੀ ਜਿੰਨੇ ਦੀ ਮਰਨ ਵਾਸਤੇ ਲੋੜ ਹੁੰਦੀ ਹੈ। ਹਰ ਕੋਈ ਜਿਉਣਾ ਚਾਹੁੰਦਾ ਹੈ, ਪਰ ਹਰ ਕਿਸੇ ਵਿੱਚ ਮਰ ਜਾਣ ਦੀ ਇੱਛਾ ਵੀ ਹੁੰਦੀ ਹੈ। ਜਦੋਂ ਮੌਤ ਦਾ ਪਲੜਾ ਭਾਰੀ ਹੋ ਜਾਏ ਤਾਂ ਮਰਨਾ ਜੀਵਨ ਵਾਂਗ ਚੰਗਾ ਤੇ ਜਿਉਣਾ ਮੌਤ ਵਾਂਗ ਡਰਾਉਣਾ ਲੱਗਣ ਲੱਗ ਪੈਂਦਾ ਹੈ। ਕੋਈ ਬਹੁਤ ਵੱਡਾ ਗਿਲਾ ਸ਼ਿਕਵਾ ਹੁੰਦਾ ਹੈ ਜਿਹੜਾ ਮਨੁੱਖ ਨੂੰ ਮਰਨ ਲਈ ਪ੍ਰੇਰਦਾ ਹੈ। ਜਦੋਂ ਕੋਈ ਮਰਨ ਦਾ ਫੈਸਲਾ ਕਰਦਾ ਹੈ ਤਾਂ ਉਹਨੇ ਆਪਣਾ ਘਰ ਜਾਂ ਸਾਕ ਸੰਬੰਧੀ ਹੀ ਨਹੀਂ, ਉਹਨੇ ਸਾਰੀ ਦੁਨੀਆ ਨੂੰ ਵੀ ਛੱਡਣਾ ਹੁੰਦਾ। ਆਤਮਘਾਤ ਕਰਨਾ ਆਪਣੇ ਆਪ ਨੂੰ ਦੁੱਖ ਦੇ ਕੇ ਆਪਣੇ ਨਿਰਦੋਸ਼ ਹੋਣ ਨੂੰ ਸਿੱਧ ਕਰਨ ਦਾ ਢੰਗ ਹੁੰਦਾ ਹੈ। ਇਵੇਂ ਮਰਨਾ ਸੰਸਾਰ ਸਾਹਮਣੇ ਆਪਣੇ ਸੱਚੇ ਹੋਣ ਦਾ ਸਬੂਤ ਹੁੰਦਾ ਹੈ। ਜਿਸ ਦਿਨ ਮੈਂ ਰਾਤ ਵੇਲੇ ਮਰਨ ਦਾ ਫੈਸਲਾ ਕੀਤਾ, ਸੱਚ ਕਹਿੰਦੀ ਹਾਂ, ਨਿਰਣਾ ਕਰਦਿਆਂ ਅਜੀਬ ਜਿਹੀ ਸੁਤੰਤਰਤਾ ਦਾ ਅਹਿਸਾਸ ਹੋਇਆ। ਕਸੀਆਂ ਹੋਈਆਂ ਤਣਾਵਾਂ ਦੇ ਢਿੱਲੇ ਹੋ ਜਾਣ ਦਾ ਆਰਾਮ, ਸਭ ਬੰਧਨ ਟੁੱਟ ਜਾਣ ਦਾ ਅਹਿਸਾਸ, ਰਾਹ ਦਿਸ ਪੈਣ ਦਾ ਅਨੁਭਵ, ਹੱਲ ਲੱਭ ਲੈਣ ਦੀ ਖੁਸ਼ੀ, ਸਭ ਪ੍ਰਕਾਰ ਦੇ ਸੁਆਰਥ ਮਿਟ ਜਾਣ ਦੀ ਅਮੀਰੀ, ਆਪਣੇ ਫੈਲਣ ਦੀ ਵਿਸ਼ਾਲਤਾ, ਸਭ ਕੁਝ ਤਿਆਗ ਦੇਣ ਦਾ ਆਨੰਦ, ਹਰ ਕਿਸੇ ਨੂੰ ਮਾਫ ਕਰ ਦੇਣ ਦੀ ਸਹਿਜ ਅਵਸਥਾ, ਅਨੇਕਾਂ ਹੀ ਅਣਜਾਣੇ ਅਣਵੇਖੇ ਅਦਭੁਤ ਅਹਿਸਾਸ ਪ੍ਰਾਪਤ ਹੋਣ ਦਾ ਆਲਮ ਸੀ ਜਿਸ 'ਚ ਮੈਂ ਵਿਚਰ ਰਹੀ ਸਾਂ। ਪਰ ਉਸੇ ਵੇਲੇ ਕਿਸੇ ਖਾਸ ਨੂੰ ਆਖਰੀ ਵਾਰ ਮਿਲਣ ਦੀ ਇੱਛਾ, ਕਿਸੇ ਥਾਂ ਆਖਰੀ ਵਾਰ ਜਾਣ ਦੀ ਤੰਗ, ਕੁਝ ਆਖਰੀ ਵਾਰ ਵੇਖਣ ਦੀ ਲਾਲਸਾ ਨੇ ਮੈਨੂੰ ਆਪਣੀ ਪਕੜ 'ਚ ਲੈ ਲਿਆ। ਮੈਂ ਸਹਿਜ ਤੇ ਕਾਹਲ ਦੋਹਾਂ 'ਚ ਨਿਪੇੜੀ ਜਾ ਰਹੀ ਸਾਂ। ਜਿਉਣ ਦੀ ਤੰਗ ਬੜੀ ਸ਼ਕਤੀਸ਼ਾਲੀ ਹੈ ਤੇ ਇਹਦੇ ਡੋਰੇ ਕਈ ਰੰਗਾਂ ਦੇ ਹਨ। ਇੱਕ ਗੱਲ ਤੈਨੂੰ ਦੱਸਾਂ, ਮਰਨ ਵੇਲੇ ਬੰਦਾ ਝੂਠ ਨਹੀਂ ਬੋਲਦਾ। ਮੌਤ ਦੇ ਨੇੜੇ ਹੋਣ ਨਾਲ ਝੂਠ ਬਹੁਤ ਦੂਰ ਰਹਿ ਜਾਂਦਾ ਹੈ। ਮੇਰਾ ਮਨ ਕੀਤਾ ਕਿ ਸਭ ਕੁਝ ਲਿਖ ਜਾਵਾਂ, ਪਰ ਇੰਨਾ ਵਕਤ ਮੇਰੇ ਕੋਲ ਕਿੱਥੇ ਸੀ ਕਿ ਮੈਂ ਕੁਝ ਲਿਖ ਸਕਾਂ। ਫਿਰ ਸੋਚਿਆ ਕਿ ਕੋਈ ਛੋਟੀ ਜਿਹੀ ਚਿੱਠੀ ਲਿਖ ਜਾਵਾਂ, ਪਰ ਉਸ ਵੇਲੇ ਖਿਆਲ ਆਇਆ ਕਿ ਮੇਰੇ ਮਰਨ ਦੇ ਡੂੰਘੇ ਕਾਰਨ ਇੱਕ ਦੋ ਵਾਕਾਂ 'ਚ ਕਿਵੇਂ ਸਮੋ ਸਕਦੇ ਹਨ। ਆਤਮਘਾਤ ਕਰਨ ਵਾਲੇ ਨੇ ਬਹੁਤ ਕੁਝ ਆਖਰੀ ਵਾਰ ਕਰਨਾ ਹੁੰਦਾ ਹੈ, ਸੋ ਫੈਸਲਾ ਨਹੀਂ ਕਰ ਸਕਦਾ ਕਿ ਕੀ ਕੀਤਾ ਜਾਵੇ ਤੇ ਕੀ ਨਾ ਕੀਤਾ ਜਾਵੇ। ਮੈਂ ਕੋਠੇ ਉੱਤੇ ਚੜ੍ਹ ਗਈ ਤੇ ਸਾਰੇ ਸ਼ਹਿਰ ਨੂੰ ਆਖਰੀ ਵਾਰ ਨਜ਼ਰ ਭਰ ਕੇ ਤੱਕਿਆ। ਕਿਸੇ ਚੀਜ਼ ਨੂੰ ਮਰਨ ਤੋਂ ਪਹਿਲਾਂ ਵੇਖਣ ਦਾ ਅਹਿਸਾਸ ਤੈਨੂੰ ਕਿਵੇਂ ਦੱਸਾਂ, ਇਹ ਦੱਸਿਆ ਨਹੀਂ ਜਾ ਸਕਦਾ। ਮਰਨ ਵੇਲੇ ਰੱਬ ਦਾ ਖਿਆਲ ਵੀ ਆਇਆ। ਰੱਬ ਦਾ ਧੰਨਵਾਦ ਕਰਨ ਤੋਂ ਪਹਿਲਾਂ ਇੱਕ ਲੰਮਾ ਹੌਕਾ ਨਿਕਲ ਗਿਆ। ਜਦੋਂ ਮੈਂ ਪਾਣੀ ਦਾ ਗਲਾਸ ਪੀਤਾ ਤਾਂ ਨਲਕੇ ਦਾ ਧੰਨਵਾਦ ਕੀਤਾ ਤੇ ਗਲਾਸ ਨੂੰ ਗੌਰ ਨਾਲ ਵੇਖਿਆ। ਸੋਚਿਆ, ਘਰ ਦੀਆਂ ਸਾਰੀਆਂ ਚੀਜ਼ਾਂ ਸਲੀਕੇ ਨਾਲ ਰੱਖ ਦਿਆਂ। ਇਹ ਸੋਚ ਹੀ ਰਹੀ ਸਾਂ ਕਿ ਫੁਰਨਾ ਫੁਰਿਆ ਕਿ ਟੈਲੀਫੋਨ ਉੱਤੇ ਆਪਣੀ ਸਹੇਲੀ ਨੂੰ ਦੱਸ ਦਿਆਂ ਕਿ ਅਗਲੀ ਸਵੇਰ ਨੂੰ ਤੈਨੂੰ ਇੱਕ ਖਬਰ ਮਿਲੇਗੀ, ਪਰ ਫਿਰ ਸੋਚਿਆ ਕਿ ਉਹ ਤਾਂ ਮੇਰਾ ਇਰਾਦਾ ਹੀ ਬਦਲ ਦੇਵੇਗੀ। ਮੇਰਾ ਦਿਲ ਕੀਤਾ ਕਿ ਘਰ 'ਚ ਕੰਮ ਕਰਨ ਵਾਲੀ ਨੂੰ ਆਪਣੇ ਸਾਰੇ ਕੱਪੜੇ ਹੀ ਦੇ ਦੇਵਾਂ, ਪਰ ਫਿਰ ਸੋਚ ਕੇ ਰੁਕ ਗਈ ਕਿ ਉਹ ਹੈਰਾਨੀ ਨਾਲ ਕਈ ਸਵਾਲ ਪੁੱਛੇਗੀ ਤੇ ਲੰਮੀ ਉਮਰ ਦੀਆਂ ਅਸੀਸਾਂ ਦੇਣ ਲੱਗ ਜਾਏਗੀ। ਅਨੇਕਾਂ ਯਾਦਾਂ, ਰਿਸ਼ਤਿਆਂ ਤੇ ਖਿਆਲਾਂ ਦੇ ਜਲੂਸ ਮੇਰੀ ਸੋਚ ਵਿੱਚੋਂ ਲੰਘਦੇ ਰਹੇ। ਰੋਣ ਦਾ ਮੇਰੇ ਕੋਲ ਵਕਤ ਹੀ ਨਹੀਂ ਸੀ। ਮੇਰਾ ਸਾਰਾ ਜ਼ੋਰ ਤਾਂ ਆਪਣੇ ਅੱਥਰੂ ਰੋਕਣ ਉੱਤੇ ਲੱਗਾ ਹੋਇਆ ਸੀ। ਰੋ ਰੋ ਕੇ ਮੇਰੀਆਂ ਅੱਖਾਂ ਕਿੰਨੇ ਹੀ ਚਿਰ ਤੋਂ ਸੁੱਕੀਆਂ ਹੋਈਆਂ ਸਨ, ਪਰ ਉਸ ਰਾਤ ਮੈਨੂੰ ਮਹਿਸੂਸ ਹੋਇਆ ਕਿ ਔਰਤ ਹੋਣਾ ਤੇ ਨਾ ਰੋਣਾ ਅਸੰਭਵ ਗੱਲਾਂ ਹਨ। ਮੈਂ ਜਾਣਦੀ ਸਾਂ ਕਿ ਜੇ ਮੈਂ ਰੋਣ ਲੱਗ ਪਈ ਤਾਂ ਵਕਤ ਲੰਘ ਜਾਏਗਾ।
ਮੇਰੇ ਪੈਰਾਂ ਨੂੰ ਜ਼ਮੀਨ ਦੇ ਖਿਸਕ ਜਾਣ ਦਾ ਤੌਖਲਾ ਸੀ। ਮੈਂ ਚਾਹੁੰਦੀ ਸਾਂ ਕਿ ਤੈਨੂੰ ਆਖਰ ਵਾਰ ਮਿਲਾਂ, ਛੂਹ ਲਵਾਂ, ਵੇਖ ਲਵਾਂ, ਕਿਉਂਕਿ ਸਭ ਕੁਝ ਆਖਰੀ ਵਾਰ ਵਾਪਰ ਰਿਹਾ ਸੀ। ਫਿਰ ਇੱਛਾ ਜਾਗੀ ਕਿ ਮੇਰੇ ਮਰਨ ਦਾ ਸਭ ਤੋਂ ਪਹਿਲਾਂ ਤੈਨੂੰ ਹੀ ਪਤਾ ਲੱਗੇ। ਮੈਂ ਰਾਤ ਨੂੰ ਇਵੇਂ ਉਡੀਕ ਰਹੀ ਸਾਂ ਜਿਵੇਂ ਕਿਸੇ ਪਲੇਟਫਾਰਮ 'ਤੇ ਬੈਠਾ ਇਕੱਲਾ ਯਾਤਰੀ ਗੱਡੀ ਦੀ ਉਡੀਕ ਕਰ ਰਿਹਾ ਹੋਵੇ। ਫਿਰ ਮੈਨੂੰ ਖਿਆਲ ਆਇਆ ਕਿ ਅਗਲੇ ਐਤਵਾਰ ਮੇਰੀ ਵਿਛੜੀ ਰੂਹ ਦੀ ਸ਼ਾਂਤੀ ਲਈ ਅਰਦਾਸ ਹੋ ਰਹੀ ਹੋਏਗੀ। ਇੱਕ ਵਾਰੀ ਮੈਂ ਫਿਰ ਕੋਠੇ ਉੱਤੇ ਗਈ ਅਤੇ ਆਪਣੇ ਆਪ ਨੂੰ ਗੈਰ ਹਾਜ਼ਰ ਕਰਕੇ ਆਲੇ ਦੁਆਲੇ ਨੂੰ ਵੇਖਿਆ। ਰਾਤ ਦੀ ਰੋਟੀ ਮੈਂ ਪਕਾ ਲਈ ਸੀ। ਮੈਂ ਸਾਰਾ ਕੁਝ ਇਵੇਂ ਵਿਉਂਤਿਆ ਹੋਇਆ ਸੀ ਕਿ ਕੋਈ ਵਿਘਨ ਨਾ ਪਵੇ, ਕਿਸੇ ਨੂੰ ਕੁਝ ਵੀ ਵੱਖਰਾ ਜਾਂ ਅਜੀਬ ਨਾ ਲੱਗੇ। ਮੈਂ ਆਪਣੇ ਵਿਛਾਏ ਹੋਏ ਬਿਸਤਰੇ ਨੂੰ ਮੁੜ ਵਿਛਾਇਆ ਅਤੇ ਮੁਰਦੇ ਵਾਂਗ ਲੇਟਣ ਦਾ ਅਭਿਆਸ ਕੀਤਾ ਅਤੇ ਆਪਣੀ ਲਾਸ਼ ਨੂੰ ਆਪ ਵੇਖਿਆ। ਰਾਤ ਵੇਲੇ ਸੌਣ ਦੇ ਸਮੇਂ ਆਪਣੇ ਯਤਨ 'ਚ ਅਸਫਲ ਰਹਿ ਜਾਣ ਦਾ ਤੌਖਲਾ ਪੈਦਾ ਹੋ ਗਿਆ। ਪਹਿਲਾਂ ਸੋਚਿਆ ਕਿ ਅਸਫਲ ਹੋ ਜਾਣ ਦੀ ਸੂਰਤ ਵਿੱਚ ਸਫਾਈ ਪੇਸ਼ ਕਰਨੀ ਮੁਸ਼ਕਿਲ ਹੋ ਜਾਏਗੀ। ਇਹ ਵੀ ਖਿਆਲ ਆਇਆ ਕਿ ਜੇ ਅੱਜ ਨਾ ਮਰਿਆ ਗਿਆ ਤਾਂ ਫਿਰ ਕਦੇ ਸਫਲ ਨਹੀਂ ਹੋਵਾਂਗੀ। ਆਪਣਾ ਮਰਨਾ ਡਰਾਉਣਾ ਵੀ ਲੱਗਿਆ। ਉਹਨਾਂ ਲੋਕਾਂ ਦਾ ਖਿਆਲ ਆਇਆ ਜਿਹੜੇ ਮੇਰੇ ਨਾਲੋਂ ਵੀ ਭੈੜੀ ਹਾਲਤ ਵਿੱਚ ਵੀ ਖੁਸ਼ ਸਨ। ਆਪਣੇ ਅਧੂਰੇ ਰਹਿ ਗਏ ਕੰਮ ਪੂਰੇ ਕਰਨ ਦੀ ਅੰਦਰੋਂ ਵੰਗਾਰ ਵੀ ਪੈਦਾ ਹੋਈ। ਫਿਰ ਖਿਆਲ ਆਇਆ ਕਿ ਆਪਣੀ ਦੁਨੀਆ ਨੂੰ ਮੈਂ ਇੰਨੀ ਛੋਟੀ ਕਿਉਂ ਕਰ ਲਿਆ ਸੀ ਕਿ ਆਪਣੇ ਆਪ ਨੂੰ ਮਾਰਨ ਤੱਕ ਪਹੁੰਚ ਗਈ ਸਾਂ। ਮਰਨਾ ਔਖਾ ਲੱਗਣ ਲੱਗ ਪਿਆ ਸੀ। ਮਰਨ ਨੂੰ ਮੈਂ ਜਿੰਨਾ ਸਹਿਜ ਅਤੇ ਸੌਖਾ ਸਮਝਦੀ ਸੀ, ਉਹ ਉਵੇਂ ਨਹੀਂ ਸੀ। ਪਤੀ ਨੂੰ ਮੈਂ ਆਪਣੇ ਸਿਰ ਦਰਦ ਦਾ ਬਹਾਨਾ ਲਾ ਚੁੱਕੀ ਸੀ, ਸੋ ਆਪਣੇ ਕਮਰੇ ਦੀ ਬੱਤੀ ਜਗਾ ਕੇ ਆਪਣੇ ਆਪ ਨਾਲ ਬਹਿਸ ਕਰਨੀ ਠੀਕ ਨਾ ਲੱਗੀ ਅਤੇ ਮੈਂ ਗੋਲੀਆਂ ਦੀ ਸ਼ੀਸ਼ੀ ਆਪਣੇ ਮੂੰਹ 'ਚ ਉਲਟਾ ਕੇ ਪਾਣੀ ਪੀ ਕੇ ਲੇਟ ਗਈ। ਇਸ ਸਮੇਂ ਅੰਤਾਂ ਦੀ ਘਬਰਾਹਟ ਹੋਈ, ਜਿਵੇਂ ਰੇਲ ਗੱਡੀ ਮੇਰੇ ਉੱਪਰੋਂ ਲੰਘ ਰਹੀ ਹੋਵੇ। ਦਿਲ ਕੀਤਾ ਆਵਾਜ਼ ਮਾਰਾਂ, ਪਰ ਆਵਾਜ਼ ਨਾ ਨਿਕਲੀ। ਇੰਝ ਲੱਗਿਆ ਜਿਵੇਂ ਕੋਈ ਦੂਰੋਂ ਆਪਣੇ ਵੱਲ ਬੁਲਾ ਰਿਹਾ ਸੀ। ਪਹਿਲਾਂ ਆਵਾਜ਼ ਨੇੜੇ ਆਉਂਦੀ ਪ੍ਰਤੀਤ ਹੋਈ, ਫਿਰ ਮੈਂ ਆਪਣੇ ਆਪ ਨੂੰ ਆਵਾਜ਼ ਦੇ ਨੇੜੇ ਜਾਂਦਿਆਂ ਅਨੁਭਵ ਕੀਤਾ। ਡੂੰਘੀ ਨੀਂਦ ਦਾ ਅਨੁਭਵ ਹੋ ਰਿਹਾ ਸੀ। ਸਭ ਡਰ ਭੌ ਪਿੱਛੇ ਰਹਿ ਗਏ ਸਨ। ਆਪਣੇ ਉੱਡਣ ਦਾ, ਹੱਥਾਂ ਵਿੱਚ ਤੈਰਨ ਦਾ ਅਹਿਸਾਸ ਹੋ ਰਿਹਾ ਸੀ। ਇੱਕ ਨਵੀਂ ਤਾਕਤ, ਇੱਕ ਨਵੀਂ ਦ੍ਰਿਸ਼ਟੀ ਪ੍ਰਾਪਤ ਹੋ ਗਈ ਲੱਗਦੀ ਸੀ। ਇੱਕ ਸੁਪਨੇ ਜਿਹੀ ਦੀ ਅਵਸਥਾ ਸੀ। ਸਭ ਕੁਝ ਧੁੰਦਲਾ ਲੱਗਣ ਲੱਗ ਪਿਆ ਸੀ। ਪਤਾ ਨਹੀਂ ਕਿੰਨਾ ਸਮਾਂ ਬੀਤ ਗਿਆ ਸੀ, ਪਰ ਜਦੋਂ ਮੇਰੀ ਜਾਗ ਖੁੱਲ੍ਹੀ ਤਾਂ ਮੈਂ ਹਸਪਤਾਲ ਵਿੱਚ ਸਾਂ। ਕਹਿੰਦੇ ਹਨ ਕਿ ਮੈਂ ਬਿਸਤਰੇ ਤੋਂ ਡਿੱਗ ਪਈ ਸਾਂ ਅਤੇ ਬੇਹੋਸ਼ੀ ਦੀ ਹਾਲਤ ਵਿੱਚ ਹਸਪਤਾਲ ਲਿਆਂਦੀ ਗਈ ਸਾਂ। ਮੇਰੇ ਕੰਨਾਂ ਵਿੱਚ ਭਾਂਤ-ਭਾਂਤ ਦੀਆਂ ਆਵਾਜ਼ਾਂ ਪੈਂਦੀਆਂ ਰਹੀਆਂ ਸਨ, ਪਰ ਕੁਝ ਸਮਝ ਨਹੀਂ ਸੀ ਆ ਰਹੀ। ਕਈ ਦਿਨਾਂ ਤੋਂ ਸੋਚ ਰਹੀ ਹਾਂ ਕਿ ਮੈਂ ਬਚ ਕਿਉਂ ਗਈ, ਮੈਂ ਬਚ ਕਿਵੇਂ ਗਈ। ਲੋਕ ਹਾਲ ਚਾਲ ਪੁੱਛਣ ਆਉਂਦੇ ਹਨ, ਪਰ ਉਹਨਾਂ ਦੇ ਚਿਹਰਿਆਂ 'ਤੇ ਕਈ ਸਵਾਲ ਹੁੰਦੇ ਹਨ ਜਿਹੜੇ ਮੇਰੀ ਹਾਲਤ ਨੂੰ ਵੇਖ ਕੇ ਪੁੱਛਦੇ ਨਹੀਂ। ਆਪਣੇ ਆਪ ਨੂੰ ਕਿਸੇ ਹੋਰ ਦੁਨੀਆ ਤੋਂ ਪਰਤਿਆ ਮਹਿਸੂਸ ਕਰਦੀ ਹਾਂ। ਪ੍ਰਤੀਤ ਹੁੰਦਾ ਹੈ ਕਿ ਜਿਉਣ ਦੀ ਤਾਂਘ ਨੇ ਮਰਨ ਦੀ ਇੱਛਾ ਨੂੰ ਜਿੱਤ ਲਿਆ ਹੈ। ਬਸ ਚੁੱਪ ਰਹਿਣ ਨੂੰ ਮਨ ਕਰਦਾ ਹੈ। ਕਮਰੇ ਵਿੱਚੋਂ ਹਸਪਤਾਲ ਦਾ ਗੇਟ ਦਿਸਦਾ ਹੈ। ਉਸ ਵੱਲ ਵੇਖਦੀ ਰਹਿੰਦੀ ਹਾਂ। ਪਤਾ ਨਹੀਂ ਕਿਉਂ, ਇੱਕ ਉਡੀਕ ਹੈ, ਸ਼ਾਇਦ ਤੇਰੀ ਹੀ ਉਡੀਕ ਹੈ। ਮੈਂ ਚਾਹੁੰਦੀ ਹਾਂ ਕਿ ਕੇਵਲ ਤੂੰ ਹੀ ਮੇਰਾ ਹਾਲ ਪੁੱਛਣ ਆਵੇਂ, ਪਰ ਤੈਨੂੰ ਹੀ ਕਹਿੰਦੀ ਹਾਂ ਕਿ ਤੂੰ ਕਦੀ ਵੀ ਨਾ ਆਵੇਂ। ਤੂੰ ਆਪ ਮਰ ਨਹੀਂ ਸਕੀ, ਤੈਨੂੰ ਮਰਿਆ ਵੇਖਣਾ ਨਹੀਂ ਚਾਹੁੰਦੀ। ਮੈਂ ਆਪ ਮਰ ਨਹੀਂ ਸਕੀ, ਤੈਨੂੰ ਮਰਿਆ ਵੇਖਣਾ ਨਹੀਂ ਚਾਹੁੰਦੀ। ਮੈਨੂੰ ਯਾਦ ਆਉਣਾ ਤੇਰੀ ਮਜਬੂਰੀ ਨਹੀਂ, ਤੈਨੂੰ ਯਾਦ ਕਰਨਾ ਮੇਰੀ ਲੋੜ ਹੈ। ਮੈਨੂੰ ਮਾਫ਼ ਕਰ ਦੇਵੀਂ। ਮੈਂ ਉਹ ਦੁਨੀਆ ਛੱਡਣ ਦਾ ਯਤਨ ਕੀਤਾ ਸੀ ਜਿਸ ਵਿੱਚ ਤੂੰ ਰਹਿਣਾ ਹੈ। ਆਤਮਘਾਤ ਕਰਨ ਦਾ ਫੈਸਲਾ ਗਲਤ ਸੀ। ਮੈਂ ਤੇਰੇ ਨਾਲ, ਤੇਰੇ ਲਈ ਜਿਉਣ ਦਾ ਪ੍ਰਣ ਕਰਦੀ ਹਾਂ। ਤੇਰੀ ਸਦੀਵੀ ਉਡੀਕ ਵਿੱਚ, ਤੇਰੀ ਮਿੱਠੀ ਡੈਸ਼ ਡੈਸ਼। ਧੰਨਵਾਦ। ਡਾਕਟਰ ਨਰਿੰਦਰ ਸਿੰਘ ਕਪੂਰ ਦੀ ਪੁਸਤਕ ਆਮੋ ਸਾਹਮਣੇ ਦਾ ਅਗਲਾ ਲੇਖ ਹੈ ਲੜਾਈ ਅਤੇ ਸਮਝੌਤਾ। ਇੱਕ ਸ਼ਾਮ ਆਪਣੇ ਘਰ ਬੈਠਾ ਆਪਣੀ ਮਾਂ ਦੀ ਬਣਾਈ ਚਾਹ ਉਡੀਕ ਰਿਹਾ ਸਾਂ, ਜਦੋਂ ਅਚਾਨਕ ਮੇਰੀ ਮਾਂ ਦੀ ਸਹੇਲੀ ਅਤੇ ਗੁਆਂਢਣ ਹਾਲ ਦੁਹਾਈ ਪਾਉਂਦੀ ਆਈ ਕਿ ਉਹਦੇ ਪੁੱਤਰ ਲੜ ਪਏ ਸਨ। ਇੱਕ ਸੰਪੂਰਨ ਮੂਰਖ ਵਾਂਗ ਬਿਨਾਂ ਸੋਚੇ ਸਮਝੇ ਮੈਂ ਉਹਨਾਂ ਵਿਚਕਾਰ ਕੁੱਦ ਪਿਆ। ਇੱਕ ਦੇ ਹੱਥ 'ਚ ਤਲਵਾਰ ਸੀ, ਦੂਜੇ ਦੇ ਹੱਥ 'ਚ ਵੱਡਾ ਚਾਕੂ। ਤਲਵਾਰ ਵਾਲੇ ਨੂੰ ਆਪਣੀ ਤਲਵਾਰ ਉੱਤੇ ਮਾਣ ਸੀ ਅਤੇ ਚਾਕੂ ਵਾਲਾ ਲੰਮੀਆਂ ਗਾਲਾਂ ਨਾਲ ਆਪਣਾ ਚਾਕੂ ਤਿੱਖਾ ਕਰ ਰਿਹਾ ਸੀ।
ਮੇਰੇ ਵਿਚਕਾਰ ਆਉਣ ਉੱਤੇ ਉਹਨਾਂ ਦੀ ਮਨੋਕਾਮਨਾ 'ਚ ਵਿਘਨ ਪੈਣ ਕਾਰਨ ਉਹ ਦੋਵੇਂ ਮੇਰੇ ਦੁਆਲੇ ਹੋ ਗਏ। ਸ਼ਾਇਦ ਉਹਨਾਂ ਨੂੰ ਮੇਰੀ ਮਰਜ਼ੀ ਪੁੱਛਣ ਦੀ ਵੀ ਲੋੜ ਨਹੀਂ ਸੀ ਕਿ ਮੈਂ ਤਲਵਾਰ ਨਾਲ ਮਰਨਾ ਚਾਹੁੰਦਾ ਜਾਂ ਚਾਕੂ ਨਾਲ। ਉਸ ਪਲ ਮੈਂ ਦੋ ਮੌਤਾਂ ਵਿਚਕਾਰ ਖਲੋਤਾ ਹੋਇਆ ਸਾਂ। ਪਰ ਮੇਰੀ ਮਾਂ ਦੀ ਅਚਾਨਕ ਚੀਕ ਭਰੀ ਗਰਜ ਨੇ ਦੋਹਾਂ ਭਰਾਵਾਂ ਨੂੰ ਬੁੱਤ ਬਣਾ ਦਿੱਤਾ ਤੇ ਐਵੇਂ ਵਿਛੜਨ ਵਾਲੀ ਮੇਰੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਹੁੰਦੀ ਹੁੰਦੀ ਰਹਿ ਗਈ। ਅਰਦਾਸ 'ਚ ਸ਼ਾਮਲ ਹੋਣ ਦਾ ਅਵਸਰ ਨਾ ਮਿਲਣ ਕਾਰਨ ਮੇਰੇ ਕਈ ਮਿੱਤਰ ਮੇਰੇ ਨਾਲ ਨਾਰਾਜ਼ ਹਨ। ਪਰ ਉਸ ਦਿਨ ਤੋਂ ਮੈਂ ਲੜਾਈ ਨੂੰ ਦੂਰੋਂ ਹੀ ਵੇਖਦਾ ਤੇ ਤੁਹਾਨੂੰ ਵੀ ਸਲਾਹ ਦੇਵਾਂਗਾ ਕਿ ਅਜਿਹੇ ਮਨੋਰੰਜਨ ਨੂੰ ਦੂਰੋਂ ਹੀ ਮਾਣਿਆ ਜਾਣਾ ਚਾਹੀਦਾ ਹੈ। ਇਹ ਤਾਂ ਹੀ ਸੰਭਵ ਹੋਏਗਾ ਜੇ ਤੁਸੀਂ ਆਪ ਨਾ ਲੜੋ। ਪਰ ਉਹਨਾਂ ਦਾ ਕੀ ਕਰੀਏ ਜਿਹੜੇ ਤੁਹਾਡੇ ਨਾਲ ਲੜਨ ਲਈ ਮਹੂਰਤ ਕਢਵਾ ਰਹੇ ਹਨ। ਲੜਨਾ ਸਰੀਰ ਦੇ ਤੰਦਰੁਸਤ ਹੋਣ ਦੀ ਨਿਸ਼ਾਨੀ ਹੁੰਦੀ ਹੈ ਤੇ ਸਮਝੌਤਾ ਕਰਨਾ ਸਿਆਣੇ ਹੋਣ ਦਾ ਪ੍ਰਮਾਣ। ਜੀਵਨ ਦੀਆਂ ਲੋੜਾਂ ਨੇ ਸਾਨੂੰ ਲੜਨਾ ਸਿਖਾਇਆ ਹੈ ਤੇ ਸੱਭਿਅਤਾ ਦੀ ਉਸਾਰੀ ਨੇ ਸਮਝੌਤਾ ਕਰਨ ਦੀ ਜਾਂਚ ਦੱਸੀ। ਲੜਾਈ ਦਾ ਇਤਿਹਾਸ ਆਦਿ ਕਾਲ ਤੱਕ ਪੁਰਾਣਾ ਹੈ, ਜਦਕਿ ਸਮਝੌਤੇ ਦੀ ਕਥਾ ਲੰਮੀ ਨਹੀਂ। ਜੀਵਨ ਵਿੱਚ ਧੁੱਪ ਤੇ ਛਾਂ, ਪਤਝੜ ਤੇ ਬਹਾਰ, ਜਨਮ ਤੇ ਮਰਨ, ਵਿਛੋੜੇ ਤੇ ਮਿਲਾਪ ਦੋਹਾਂ ਦਾ ਮਹੱਤਵ ਹੈ। ਜਿਵੇਂ ਸ਼ੰਖ ਵਜਾਉਣ ਵਾਲੇ ਦੇ ਫੇਫੜੇ ਖਰਾਬ ਨਹੀਂ ਹੁੰਦੇ ਤੇ ਗਾਲਾਂ ਕੱਢਣ ਵਾਲੇ ਦਾ ਗਲਾ ਨਹੀਂ ਸੁੱਕਦਾ, ਉਵੇਂ ਲੜਨ ਵਾਲਾ ਸੁਸਤ ਨਹੀਂ ਹੁੰਦਾ ਤੇ ਆਪਣੇ ਕੰਮ ਨੂੰ ਮੁਲਤਵੀ ਨਹੀਂ ਕਰਦਾ। ਜਿਹੜੇ ਲੜ ਸਕਦੇ ਹਨ ਪਰ ਸਮਝੌਤਾ ਨਹੀਂ ਕਰ ਸਕਦੇ, ਉਹ ਉਸ ਮੀਂਹ ਵਾਂਗ ਹੁੰਦੇ ਹਨ ਜਿਹੜੇ ਵਰਦੇ ਬਹੁਤ ਹਨ ਪਰ ਉਪਜਾਉਂਦੇ ਕੁਝ ਨਹੀਂ, ਜਾਂ ਉਸ ਇਸਤਰੀ ਵਾਂਗ ਹੁੰਦੇ ਹਨ ਜਿਸ ਨੂੰ ਪ੍ਰਸੂਤ ਦਰਦਾਂ ਬਹੁਤ ਹੁੰਦੀਆਂ ਹਨ ਪਰ ਸੰਤਾਨ ਕੋਈ ਨਹੀਂ ਹੁੰਦੀ, ਜਾਂ ਉਸ ਵਿਦਿਆਰਥੀ ਵਾਂਗ ਹੁੰਦੇ ਹਨ ਜਿਹੜਾ ਇਮਤਿਹਾਨ ਕਈ ਦਿੰਦਾ ਹੈ ਪਰ ਜਮਾਤ ਇੱਕ ਵੀ ਨਹੀਂ ਚੜ੍ਹਦਾ। ਕਈ ਵਿਅਕਤੀ ਅਜਿਹੇ ਹੁੰਦੇ ਹਨ ਜਿਨ੍ਹਾਂ ਸਾਹਮਣੇ ਲੜਨਾ ਸੰਭਵ ਨਹੀਂ ਹੁੰਦਾ, ਕਿਉਂਕਿ ਇਹਨਾਂ ਵਿਅਕਤੀਆਂ ਸਾਹਮਣੇ ਆਪਣੇ ਲੜਾਕੇ ਹੋਣ ਦੀ ਥਾਂ ਅਸੀਂ ਆਪਣੇ ਸਿਆਣੇ ਹੋਣ ਦਾ ਸਬੂਤ ਦੇਣਾ ਚਾਹੁੰਦੇ ਹਾਂ। ਕਿਸੇ ਵਿਦਵਾਨ ਨਾਲ ਲੜਨਾ ਆਪਣਾ ਅਪਮਾਨ ਕਰਨ ਵਾਂਗ ਹੁੰਦਾ ਹੈ। ਕਈ ਲੜਾਈਆਂ ਅਜਿਹੀਆਂ ਵੀ ਹੁੰਦੀਆਂ ਹਨ ਜਿਨ੍ਹਾਂ ਵਿੱਚ ਸਮਝੌਤੇ ਦੀ ਕੋਈ ਆਸ ਨਹੀਂ ਹੁੰਦੀ, ਜਿਵੇਂ ਮਤਰੇਈ ਭਰਾਵਾਂ ਵਿਚਕਾਰ ਜੱਦੀ ਜਾਇਦਾਦ ਦੀ ਲੜਾਈ, ਜਾਂ ਦੋਹਾਂ ਦੇਸ਼ਾਂ ਵਿਚਕਾਰ ਹੱਦਾਂ ਦਾ ਝਗੜਾ, ਜਾਂ ਦੋ ਸੂਬਿਆਂ ਵਿਚਕਾਰ ਪਾਣੀਆਂ ਦੀ ਵੰਡ। ਅਜਿਹੀਆਂ ਲੜਾਈਆਂ ਥਕਾਵਟ ਨਾਲ ਜਾਂ ਕਿਸੇ ਨਵੀਂ ਤੇ ਵੱਡੀ ਸਮੱਸਿਆ ਦੇ ਪੈਦਾ ਹੋਣ ਨਾਲ ਰੁਲ ਭਾਵੇਂ ਜਾਣ ਪਰ ਖਤਮ ਨਹੀਂ ਹੁੰਦੀਆਂ, ਕਿਉਂਕਿ ਇਹਨਾਂ ਝਗੜਿਆਂ ਜਾਂ ਲੜਾਈਆਂ ਮਸਲਿਆਂ ਤੇ ਮਾਮਲਿਆਂ ਦੇ ਅਸਲ ਕਾਰਨ ਕਿਧਰੇ ਹੋਰ ਪਏ ਹੁੰਦੇ ਹਨ। ਲੜਾਈ ਕਦੇ ਵੀ ਝਟਪਟ ਜਾਂ ਅਚਾਨਕ ਸ਼ੁਰੂ ਨਹੀਂ ਹੁੰਦੀ। ਹਰ ਲੜਾਈ ਦਾ ਇੱਕ ਲੰਮਾ ਇਤਿਹਾਸ ਤੇ ਪਿਛੋਕੜ ਹੁੰਦਾ ਹੈ। ਹਰ ਝਗੜਾ ਕਈ ਪੜਾਅ ਲੰਘ ਕੇ ਲੜਾਈ 'ਚ ਪ੍ਰਗਟ ਹੁੰਦਾ ਹੈ। ਜਦੋਂ ਸਾਡੀ ਕਿਸੇ ਇੱਛਾ ਜਾਂ ਕਾਮਨਾ ਵਿੱਚ ਰੁਕਾਵਟ ਪੈਂਦੀ ਹੈ ਤਾਂ ਕ੍ਰੋਧ ਉਪਜਦਾ ਹੈ। ਧੂੰਆਂ ਪੈਦਾ ਹੀ ਉਦੋਂ ਹੁੰਦਾ ਹੈ ਜਦੋਂ ਅੱਗ ਬਲਣ ਵਿੱਚ ਰੁਕਾਵਟ ਹੋਵੇ। ਸੋ ਕ੍ਰੋਧ ਵਾਸਤਵ ਵਿੱਚ ਇੱਛਾ ਪੂਰਤੀ 'ਚ ਰੁਕਾਵਟ ਕਾਰਨ ਉਪਜਿਆ ਤੀਬਰ ਭਾਵ ਹੁੰਦਾ ਹੈ। ਕ੍ਰੋਧ 'ਚ ਹੌਲੀ ਬੋਲਣਾ ਸੰਭਵ ਨਹੀਂ ਹੁੰਦਾ। ਕ੍ਰੋਧ ਪ੍ਰਚੰਡ ਹੋ ਕੇ ਗਾਲਾਂ 'ਚ ਪ੍ਰਗਟ ਹੁੰਦਾ ਹੈ। ਜਦੋਂ ਕ੍ਰੋਧ ਨਾਲ ਵੀ ਰੁਕਾਵਟ ਦੂਰ ਨਾ ਹੋਵੇ ਤਾਂ ਗਾਲਾਂ ਨਾਲ ਰਸਤਾ ਸਾਫ਼ ਕਰਨ ਦਾ ਯਤਨ ਕੀਤਾ ਜਾਂਦਾ ਹੈ। ਗਾਲਾਂ ਧਮਕੀਆਂ ਦਾ ਰੂਪ ਧਾਰ ਲੈਂਦੀਆਂ ਹਨ ਤੇ ਜਦੋਂ ਧਮਕੀਆਂ ਵੀ ਅਸਫਲ ਹੋਣ ਦੀ ਲੜਾਈ ਹੁੰਦੀ ਹੈ। ਜਦੋਂ ਧਮਕੀਆਂ ਵੀ ਅਸਫਲ ਹੋਣ ਤਾਂ ਲੜਾਈ ਹੁੰਦੀ ਹੈ। ਆਮ ਕਰਕੇ ਹਰ ਲੜਾਈ ਕ੍ਰੋਧ, ਗਾਲਾਂ ਤੇ ਧਮਕੀਆਂ ਉਪਰੰਤ ਪ੍ਰਗਟ ਹੁੰਦੀ ਹੈ। ਧਮਕੀਆਂ ਨੂੰ ਅਮਲ ਵਿੱਚ ਲਿਆਉਣ ਲਈ ਕ੍ਰੋਧ ਸਾਨੂੰ ਕੋਈ ਹਥਿਆਰ ਚੁੱਕਣ ਲਈ ਪ੍ਰੇਰਦਾ ਹੈ। ਵੇਖਿਆ ਗਿਆ ਕਿ ਬਹੁਤੀਆਂ ਨਿੱਜੀ ਲੜਾਈਆਂ 'ਚ ਹਥਿਆਰਾਂ ਦੀ ਨਹੀਂ, ਕੇਵਲ ਹੱਥਾਂ ਪੈਰਾਂ ਦੀ ਹੀ ਵਰਤੋਂ ਕੀਤੀ ਜਾਂਦੀ ਹੈ। ਇਹਨਾਂ ਲੜਾਈਆਂ ਦਾ ਉਦੇਸ਼ ਦੂਜੇ ਤੋਂ ਈਨ ਮਨਵਾਉਣਾ ਹੁੰਦਾ ਹੈ, ਪਰ ਜੇ ਮਿੱਥ ਕੇ ਹਥਿਆਰਾਂ ਦੀ ਵਰਤੋਂ ਕੀਤੀ ਜਾਏ ਤਾਂ ਉਦੇਸ਼ ਦੁਸ਼ਮਣ ਨੂੰ ਮਾਰ ਮੁਕਾਉਣਾ ਹੁੰਦਾ ਹੈ। ਹਰ ਹਥਿਆਰਬੰਦ ਲੜਾਈ ਵਿੱਚ ਆਪਣੇ ਵੀ ਮਾਰੇ ਜਾਣ ਜਾਂ ਜ਼ਖਮੀ ਹੋਣ ਦਾ ਖਤਰਾ ਬਰਾਬਰ ਬਣਿਆ ਰਹਿੰਦਾ ਹੈ। ਸੋ ਕਿਸੇ ਵੀ ਸਮਾਜ ਵਿੱਚ ਹਥਿਆਰਬੰਦ ਲੜਾਈਆਂ ਦੀ ਗਿਣਤੀ ਬਹੁਤੀ ਨਹੀਂ ਹੁੰਦੀ। ਸਰੀਰਕ ਲੜਾਈ 'ਚ ਕਮਜ਼ੋਰ ਧਿਰ ਨੂੰ ਕਿਸੇ ਗੁੱਝੀ ਸੱਟ ਲੱਗਣ ਦਾ ਡਰ ਬਣਿਆ ਰਹਿੰਦਾ ਹੈ। ਸੋ ਨਿਸ਼ਚੇ ਨਾਲ ਕਿਹਾ ਜਾ ਸਕਦਾ ਹੈ ਕਿ ਬਹੁਤੇ ਝਗੜੇ ਗਾਲਾਂ ਤੇ ਧਮਕੀਆਂ ਦੀ ਪੱਧਰ ਤੋਂ ਅੱਗੇ ਨਹੀਂ ਵੱਧਦੇ। ਸੱਭਿਅਤਾ ਦੇ ਵਿਕਾਸ ਵਿੱਚ ਗਾਲਾਂ ਕੱਢਣਾ ਤੇ ਧਮਕੀਆਂ ਦੇਣੀਆਂ, ਅਰਥਾਤ ਲੜਨ ਦੀ ਥਾਂ ਸ਼ਬਦਾਂ ਨਾਲ ਆਪਣਾ ਉਦੇਸ਼ ਪੂਰਾ ਕਰਨਾ, ਮਨੁੱਖ ਦੀਆਂ ਮਾਣ ਕਰਨ ਯੋਗ ਵੱਡੀਆਂ ਪ੍ਰਾਪਤੀਆਂ ਹਨ, ਕਿਉਂਕਿ ਇਹਨਾਂ ਨੇ ਮਰਨ ਮਾਰਨ ਵਾਲੀਆਂ ਲੜਾਈਆਂ ਨੂੰ ਘਟਾਇਆ ਹੈ। ਲੜਾਈ ਕੋਈ ਵੀ ਹੋਵੇ, ਉਸ ਦੀ ਚਾਲ ਤਿੱਖੀ ਹੁੰਦੀ ਹੈ। ਸਰੀਰਕ ਲੜਾਈ ਲੜਨ ਵਾਲੇ ਨੇ ਜੋ ਕੁਝ ਕਰਨਾ ਹੁੰਦਾ ਹੈ, ਕੁਝ ਸਕਿੰਟਾਂ 'ਚ ਵਾਹੂਦਾਈ ਹੀ ਕਰਨਾ ਹੁੰਦਾ ਹੈ। ਲੜਾਈ ਦੇ ਲੰਮੇ ਹੋ ਜਾਣ ਉੱਤੇ ਜਵਾਬੀ ਹਮਲਾ ਹੋਣ ਦਾ ਡਰ ਹੁੰਦਾ ਹੈ। ਸੋ ਦੂਜੀ ਧਿਰ ਦੇ ਸੰਭਲਣ ਤੋਂ ਪਹਿਲਾਂ ਹੀ ਮੁੱਕਿਆਂ ਤੇ ਠੁੱਡਿਆਂ ਦੀ ਬੁਛਾੜ ਕੀਤੀ ਜਾਂਦੀ ਹੈ।
ਇਸ ਉਪਰੰਤ ਮਾਰ ਖਾਣ ਵਾਲੀ ਧਿਰ ਜਾਂ ਤਾਂ ਦੌੜ ਜਾਣ ਦਾ ਯਤਨ ਕਰਦੀ ਹੈ, ਜਾਂ ਜੇ ਅਜਿਹਾ ਸੰਭਵ ਨਾ ਹੋਵੇ ਤਾਂ ਆਪਣੇ ਸਰੀਰ ਦੇ ਮਹੱਤਵਪੂਰਨ ਅੰਗਾਂ ਨੂੰ ਬਚਾ ਕੇ ਮਾਰ ਖਾਂਦੀ ਰਹਿੰਦੀ ਹੈ, ਜਾਂ ਹਮਲਾ ਕਰਨ ਵਾਲੀ ਧਿਰ ਦੀ ਰਫ਼ਤਾਰ ਘਟਦਿਆਂ ਹੀ ਉਸ ਉੱਤੇ ਜਵਾਬੀ ਹਮਲਾ ਕਰਦੀ ਹੈ। ਅਜਿਹੀ ਲੜਾਈ 'ਚ ਸਮੁੱਚੀ ਸਥਿਤੀ ਕੁਸ਼ਤੀ ਵਾਲੀ ਹੋ ਨਿਬੜਦੀ ਹੈ, ਜਿਸ 'ਚ ਵਾਲਾਂ ਦਾ ਪੁੱਟਣਾ, ਚੱਕ ਮਾਰਨਾ, ਨੌਂਦਰਾ ਮਾਰਨਾ ਆਦਿ ਵੀ ਸ਼ਾਮਲ ਹੋ ਜਾਂਦਾ ਹੈ। ਕਿਸੇ ਲੜਾਈ 'ਚ ਨਿਮਰਤਾ ਨਹੀਂ ਵਿਖਾਈ ਜਾ ਸਕਦੀ, ਲੜਦਿਆਂ ਆਰਾਮ ਨਹੀਂ ਕੀਤਾ ਜਾ ਸਕਦਾ, ਲੜਾਈ 'ਚ ਵਿਰੋਧੀ ਨਾਲ ਸਤਿਕਾਰ ਨਾਲ ਪੇਸ਼ ਨਹੀਂ ਆਇਆ ਜਾ ਸਕਦਾ, ਲੜਾਈ 'ਚ ਮਿਹਰਬਾਨੀ ਲਈ ਕੋਈ ਥਾਂ ਨਹੀਂ ਹੁੰਦੀ, ਲੜਾਈ 'ਚ ਸੁੰਦਰ ਪ੍ਰਤੀਤ ਹੋਣਾ ਸੰਭਵ ਨਹੀਂ ਹੁੰਦਾ। ਲਗਭਗ ਹਰ ਲੜਾਈ ਕੁਝ ਤਮਾਸ਼ਬੀਨਾਂ ਨੂੰ ਆਪਣੇ ਵੱਲ ਖਿੱਚਦੀ ਹੈ, ਕਿਉਂਕਿ ਹਰ ਲੜਾਈ ਵਿੱਚ ਤਮਾਸ਼ੇ ਦਾ ਅੰਸ਼ ਹੁੰਦਾ ਹੈ। ਜੁੜੀ ਹੋਈ ਭੀੜ ਵਿਚਲੀ ਹਰ ਵਿਅਕਤੀ ਵਿੱਚ ਤਿੰਨਾਂ ਵਿੱਚੋਂ ਕੋਈ ਇੱਕ ਭਾਵਨਾ ਹੁੰਦੀ ਹੈ: ਲੜਾਈ ਵੇਖਦੇ ਰਹਿਣ ਦੀ, ਵੇਖ ਕੇ ਉੱਥੋਂ ਚਲੇ ਜਾਣ ਦੀ, ਜਾਂ ਲੜਾਈ ਖਤਮ ਕਰਵਾਉਣ ਦੀ। ਵੱਡੇ ਸ਼ਹਿਰਾਂ 'ਚ ਲੋਕ ਇੱਕ ਦੂਜੇ ਦੇ ਜਾਣੂ ਨਾ ਹੋਣ ਕਾਰਨ ਲੜਾਈ ਨੂੰ ਖਤਮ ਕਰਵਾਉਣ ਦਾ ਯਤਨ ਨਹੀਂ ਕਰਦੇ। ਉਹ ਵੇਖਦੇ ਹਨ ਜਾਂ ਕੁਝ ਚਿਰ ਵੇਖ ਕੇ ਚਲੇ ਜਾਂਦੇ ਹਨ। ਕਸਬਿਆਂ ਜਾਂ ਛੋਟੀਆਂ ਥਾਵਾਂ 'ਤੇ ਲੋਕ ਇੱਕ ਦੂਜੇ ਦੇ ਜਾਣੂ ਹੋਣ ਕਾਰਨ ਲੜਾਈ ਖਤਮ ਕਰਵਾਉਣ ਦਾ ਯਤਨ ਕਰਦੇ ਹਨ। ਅਕਸਰ ਵੇਖਿਆ ਗਿਆ ਕਿ ਲੜਾਈ 'ਚ ਕੁੱਟ ਖਾ ਕੇ ਦੌੜ ਜਾਣ ਵਾਲੀ ਧਿਰ ਇੱਕ ਵਾਰੀ ਹੋਰ ਜ਼ਰੂਰ ਲੜਦੀ ਹੈ। ਸਮਝੌਤਾ ਸੰਭਵ ਹੀ ਤਾਂ ਹੁੰਦਾ ਜਦੋਂ ਦੋਹਾਂ ਧਿਰਾਂ ਦਾ ਸਾਰਾ ਜ਼ੋਰ ਲੱਗ ਚੁੱਕਾ ਹੋਵੇ ਜਾਂ ਜਿੱਤ ਹਾਰ ਦਾ ਪੂਰਾ ਨਿਰਣਾ ਹੋ ਚੁੱਕਾ ਹੋਵੇ। ਜਦੋਂ ਤੱਕ ਸਪਸ਼ਟ ਰੂਪ 'ਚ ਇੱਕ ਧਿਰ ਜਿੱਤਦੀ ਨਹੀਂ ਤੇ ਇੱਕ ਧਿਰ ਹਾਰਦੀ ਨਹੀਂ, ਸਮਝੌਤੇ ਦਾ ਯਤਨ ਸਫਲ ਨਹੀਂ ਹੁੰਦਾ ਜਾਂ ਕੀਤਾ ਸਮਝੌਤਾ ਹੰਢਣਸਾਰ ਨਹੀਂ ਹੁੰਦਾ। ਲੜਾਈ ਦੀਆਂ ਕਈ ਕਿਸਮਾਂ ਹੁੰਦੀਆਂ ਹਨ, ਜਿਵੇਂ ਸਭ ਤੋਂ ਭੈੜੀ ਲੜਾਈ ਭਰਾਵਾਂ ਜਾਂ ਕਿਸੇ ਸਮੇਂ ਰਹਿ ਚੁੱਕੇ ਦੋਸਤਾਂ ਜਾਂ ਸਹਿਯੋਗੀਆਂ ਵਿਚਕਾਰ ਹੁੰਦੀ ਹੈ। ਸਭ ਤੋਂ ਗੰਦੀ ਲੜਾਈ ਪਤੀ ਪਤਨੀ ਵਿਚਕਾਰ ਹੁੰਦੀ ਹੈ। ਸਭ ਤੋਂ ਵੱਧ ਬੇਸ਼ਰਮ ਲੜਾਈ ਸੱਸ ਜਵਾਈ ਜਾਂ ਨੂੰਹ ਸਹੁਰੇ ਵਿਚਕਾਰ ਹੁੰਦੀ ਹੈ। ਸਭ ਤੋਂ ਵੱਧ ਥਕਾਵਟ ਵਾਲੀ ਲੜਾਈ ਮਾਲਕ ਮਕਾਨ ਤੇ ਕਿਰਾਏਦਾਰ ਵਿਚਕਾਰ ਹੁੰਦੀ ਹੈ। ਸਭ ਤੋਂ ਵੱਧ ਬੇਵਕਤੀ ਲੜਾਈ ਗੁਆਂਢੀਆਂ ਵਿਚਕਾਰ ਹੁੰਦੀ ਹੈ, ਤੇ ਸਭ ਤੋਂ ਮਹਿੰਗੀ ਤੇ ਹਾਨੀਕਾਰਕ ਲੜਾਈ ਅਫਸਰ ਤੇ ਕਰਮਚਾਰੀ ਵਿਚਕਾਰ ਹੁੰਦੀ ਹੈ। ਹਰ ਲੜਾਈ ਦਾ ਸੁਭਾਅ, ਢੰਗ, ਸ਼ਬਦਾਵਲੀ ਤੇ ਰਾਗ ਵੱਖਰਾ ਹੁੰਦਾ ਹੈ। ਕਈ ਲੜਾਈਆਂ ਅਤਿਅੰਤ ਦਿਲਚਸਪ ਵੀ ਹੁੰਦੀਆਂ ਹਨ, ਜਿਵੇਂ ਦੋ ਕਵੀਆਂ ਜਾਂ ਲੇਖਕਾਂ ਦੀ ਲੜਾਈ, ਦੋ ਸੌਂਕੜਾਂ ਦੀ ਲੜਾਈ, ਦੋ ਸੰਤਾਂ ਦੀ ਲੜਾਈ, ਜਾਂ ਦੋ ਡਾਕਟਰਾਂ ਜਾਂ ਵਕੀਲਾਂ ਦੀ ਲੜਾਈ ਆਦਿ। ਕਈ ਲੜਾਈਆਂ ਨੂੰ ਮਨੋਰੰਜਨ ਤੇ ਖੇਡਾਂ ਦਾ ਰੂਪ ਦੇ ਦਿੱਤਾ ਗਿਆ, ਤੇ ਕਈ ਖੇਡਾਂ ਦਾ ਅੰਤ ਲੜਾਈਆਂ 'ਚ ਹੁੰਦਾ ਹੈ। ਪੁਰਾਤਨ ਯੂਨਾਨ 'ਚ ਕਿਸੇ ਤਿਉਹਾਰ ਜਾਂ ਮੀਂਹ ਦੀ ਸੂਰਤ ਵਿੱਚ ਲੜਾਈ ਰੋਕ ਲਈ ਜਾਂਦੀ ਸੀ। ਹੁਣ ਵੀ ਅਫਰੀਕਾ ਦੇ ਕਈ ਕਬੀਲਿਆਂ 'ਚ ਰਾਤ ਪੈਣ ਉੱਤੇ ਲੜਾਈ ਰੋਕ ਦਿੱਤੀ ਜਾਂਦੀ ਹੈ। ਸਾਡੇ ਆਪਣੇ ਦੇਸ਼ ਦੇ ਕਈ ਸਮਾਜਾਂ ਦੇ ਕਿਸੇ ਗਲੀ ਮੁਹੱਲੇ 'ਚ ਆਮੋ ਸਾਹਮਣੇ ਘਰਾਂ ਵਿਚਕਾਰ ਰਿੰਨਣ ਪਕਾਉਣ ਸਮੇਂ ਲੜਾਈ ਰੋਕ ਦਿੱਤੀ ਜਾਂਦੀ ਹੈ। ਬੱਚੇ ਅਕਸਰ ਕਿਸੇ ਚੀਜ਼ ਪਿੱਛੇ ਲੜਦੇ ਹਨ। ਜਵਾਨ ਕਿਸੇ ਦਾ ਸਾਥ ਪ੍ਰਾਪਤ ਕਰਨ ਲਈ ਜਾਂ ਕਿਸੇ ਦਾ ਸਾਥ ਖੁੱਸ ਜਾਣ ਕਰਕੇ ਲੜਦੇ ਹਨ। ਅਧਖੜ ਉਮਰ ਦੇ ਲੋਕ ਜਾਇਦਾਦ ਜਾਂ ਰੁਤਬੇ ਲਈ ਲੜਦੇ ਹਨ। ਪੁਰਸ਼ਾਂ ਦੇ ਮੁਕਾਬਲੇ ਇਸਤਰੀਆਂ ਸ਼ਾਬਦਿਕ ਲੜਾਈ ਸ਼ੁਰੂ ਕਰਨ 'ਚ ਘੱਟ ਸਮਾਂ ਲਾਉਂਦੀਆਂ ਹਨ, ਪਰ ਪੁਰਸ਼ਾਂ ਦੀਆਂ ਲੜਾਈਆਂ ਇਸਤਰੀਆਂ ਦੀਆਂ ਲੜਾਈਆਂ ਨਾਲੋਂ ਲੰਮੀਆਂ ਹੁੰਦੀਆਂ ਹਨ। ਜਦੋਂ ਦੋ ਇਸਤਰੀਆਂ ਲੜਨ ਲਈ ਲਲਚਾ ਰਹੀਆਂ ਹੋਣ ਤਾਂ ਉਹ ਕੋਈ ਨਾ ਕੋਈ ਢੰਗ ਲੱਭ ਲੈਂਦੀਆਂ ਹਨ, ਜਿਵੇਂ ਆ ਭੈਣੇ ਲੜੀਏ, ਲੜਦੀ ਹੈ ਮੇਰੀ ਜੁੱਤੀ, ਨੀ ਜੁੱਤੀ ਮਾਰ ਆਪਣੇ ਖਸਮ ਨੂੰ। ਤੇਰੇ ਖਸਮ ਨੂੰ ਕਿਉਂ ਨਾ ਮਾਰਾ, ਜਿਹੜੇ ਮੇਰੇ ਵੱਲ ਅੱਖਾਂ ਪਾੜ ਪਾੜ ਕੇ ਵੇਖਦਾ, ਨਹੀਂ ਤੇਰੇ 'ਚ ਹੈ ਕਿ ਚੜੇਲ ਜਿਹੀ ਨਾ ਹੋਵੇ, ਛਿਪਕਲੀ ਵਰਗਾ ਤੇਰਾ ਮੂੰਹ, ਨਹੀਂ ਤੂੰ ਆਪਣਾ ਮੂੰਹ ਤਾਂ ਵੇਖ। ਤੇ ਇਵੇਂ ਲੜਾਈ ਆਰੰਭ ਹੋ ਜਾਂਦੀ ਹੈ। ਇਸਤਰੀਆਂ ਦੀਆਂ ਬਹੁਤੀਆਂ ਲੜਾਈਆਂ ਸੰਤਾਨ ਕਾਰਨ ਹੁੰਦੀਆਂ ਹਨ। ਘਰਾਂ ਦੇ ਅੰਦਰਲੀਆਂ ਲੜਾਈਆਂ ਹੁੰਦੀਆਂ ਭਰਾਵਾਂ ਦੀਆਂ ਹਨ, ਪਰ ਲੜਨੀਆਂ ਉਹਨਾਂ ਦੀਆਂ ਪਤਨੀਆਂ ਨੂੰ ਪੈਂਦੀਆਂ ਹਨ, ਤੇ ਭਰਾ ਸਮਝੌਤੇ ਉਪਰੰਤ ਕਹਿੰਦੇ ਹਨ ਘਰ ਵਾਲੀਆਂ ਨੇ ਲੜਾਤੇ ਸਨ। ਜਿਸਮਾਨੀ ਲੜਾਈ ਦੀ ਸੂਰਤ ਵਿੱਚ ਵਾਰ ਕਿੱਥੇ ਕੀਤਾ ਜਾਂਦਾ, ਇਸ ਗੱਲ ਉੱਤੇ ਨਿਰਭਰ ਕਰਦਾ ਹੈ ਕਿ ਹਮਲਾਵਰ ਕਿੰਨੇ ਗੁੱਸੇ 'ਚ ਹੈ। ਅੱਖਾਂ, ਕੰਨ, ਨੱਕ, ਜਬਾੜਾ ਆਦਿ ਵੱਧ ਤੋਂ ਵੱਧ ਪੀੜ ਉਪਜਾਉਣ ਲਈ ਵਾਰ ਦਾ ਨਿਸ਼ਾਨਾ ਬਣਾਏ ਜਾਂਦੇ ਹਨ। ਸਰੀਰਕ ਲੜਾਈ 'ਚ ਥੱਪੜ ਮਾਰਨ ਦਾ ਯਤਨ ਜ਼ਰੂਰ ਕੀਤਾ ਜਾਂਦਾ ਹੈ। ਸਿਰ ਵਿੱਚ ਸੱਟ ਸਹਿਣ ਦੀ ਬਹੁਤ ਸ਼ਕਤੀ ਹੁੰਦੀ ਹੈ। ਸਰੀਰ ਦੇ ਗੁਪਤ ਅੰਗ ਅਪਮਾਨ ਦੀ ਭਾਵਨਾ ਨਾਲ ਨਿਸ਼ਾਨਾ ਬਣਾਏ ਜਾਂਦੇ ਹਨ। ਦੋ ਧੜਿਆਂ 'ਚ ਜਿਸਮਾਨੀ ਲੜਾਈ ਹੁਣ ਵੀ ਉਵੇਂ ਹੀ ਲੜੀ ਜਾਂਦੀ ਹੈ, ਜਿਵੇਂ ਹਜ਼ਾਰਾਂ ਸਾਲ ਪਹਿਲਾਂ ਕਬੀਲਿਆਂ ਵਿਚਕਾਰ ਲੜੀ ਜਾਂਦੀ ਸੀ। ਜਿਸਮਾਨੀ ਲੜਾਈ ਬਹੁਤੀ ਲੰਮੀ ਇਸ ਕਾਰਨ ਨਹੀਂ ਹੁੰਦੀ ਕਿਉਂਕਿ ਹਮਲੇ ਦਾ ਸ਼ਿਕਾਰ ਹੋਈ ਧਿਰ ਦੀ ਸ਼ਕਲ ਕਰੂਪ ਹੋ ਜਾਂਦੀ ਹੈ ਤੇ ਉਹਦੇ ਮਰ ਜਾਣ ਦਾ ਡਰ ਉਤਪੰਨ ਹੋ ਜਾਂਦਾ ਹੈ। ਜਿਸਮਾਨੀ ਲੜਾਈ ਦਾ ਉਦੇਸ਼ ਅਕਸਰ ਕਿਸੇ ਨੂੰ ਮਾਰਨਾ ਨਹੀਂ ਹੁੰਦਾ, ਉਸ ਨੂੰ ਹਮਲਾਵਰ ਧਿਰ ਵੱਲੋਂ ਆਪਣੀ ਸ਼ਕਤੀ ਦਾ ਗਿਆਨ ਕਰਵਾਉਣਾ ਹੁੰਦਾ ਹੈ।
ਲੜਾਈ ਲਈ ਹਥਿਆਰ ਦੇ ਨਿਰਮਾਣ ਨਾਲ ਲੜਾਈ ਦਾ ਸੁਭਾਅ ਤੇ ਉਦੇਸ਼ ਬਦਲ ਗਏ ਹਨ। ਅਜੋਕੇ ਹਥਿਆਰ ਆਪਣੇ ਮੁੱਢਲੇ ਰੂਪ ਵਿੱਚ ਸ਼ਿਕਾਰ ਦੇ ਸੰਦ ਸਨ, ਜਿਨ੍ਹਾਂ ਦੀ ਵਰਤੋਂ ਮਨੁੱਖ ਨੇ ਆਪਣੇ ਤੋਂ ਕਈ ਗੁਣਾ ਵਧੇਰੇ ਸ਼ਕਤੀਸ਼ਾਲੀ ਜੀਵਾਂ ਨਾਲ ਮੁਕਾਬਲਾ ਕਰਨ ਲਈ ਕੀਤੀ ਸੀ। ਹਰ ਬੀਤਦੀ ਸਦੀ ਨਾਲ ਹੁਣ ਹਰ ਬੀਤਦੇ ਦਹਾਕੇ ਨਾਲ ਹਥਿਆਰ ਵਧੇਰੇ ਵਿਨਾਸ਼ਕਾਰੀ ਤੇ ਸ਼ਕਤੀਸ਼ਾਲੀ ਹੁੰਦੇ ਗਏ ਹਨ। ਹਰ ਜੀਵ ਜੰਤੂ ਨੂੰ ਪ੍ਰਕਿਰਤੀ ਨੇ ਆਪਣੀ ਰੱਖਿਆ ਲਈ ਦੰਦ ਜਾਂ ਨਹੁੰ ਜਾਂ ਸਿੰਗ ਆਦਿ ਦਿੱਤੇ ਹਨ। ਮਨੁੱਖ ਹੀ ਅਜਿਹਾ ਜੀਵ ਹੈ ਜਿਸ ਕੋਲ ਅਜਿਹੀ ਸਮਰੱਥਾ ਨਹੀਂ, ਪਰ ਮਨੁੱਖ ਨੂੰ ਆਪਣੀ ਬੁੱਧੀ ਵਰਤ ਕੇ ਤੇ ਹਥਿਆਰ ਸਿਰਜ ਕੇ ਸਾਰੇ ਜੀਵ ਜਗਤ ਨੂੰ ਤਬਾਹ ਕਰਨ ਦੀ ਸ਼ਕਤੀ ਤੇ ਸਮਰੱਥਾ ਪ੍ਰਾਪਤ ਕਰ ਲਈ ਹੈ। ਜੀਵ ਜੰਤੂ ਜਗਤ ਤਾਂ ਮਨੁੱਖ ਨਾਲ ਲੜਨ ਦੇ ਪੱਖੋਂ ਨਿਮਾਣਾ ਤੇ ਨਿਤਾਣਾ ਹੋ ਗਿਆ ਹੈ, ਸੋ ਮਨੁੱਖ ਨੇ ਪ੍ਰਾਪਤ ਕੀਤੀ ਸ਼ਕਤੀ ਨੂੰ ਮਨੁੱਖਾਂ ਦੇ ਵਿਰੁੱਧ ਵੀ ਹੀ ਵਰਤਣਾ ਆਰੰਭ ਕਰ ਦਿੱਤਾ ਹੈ। ਮਨੁੱਖ ਦੇ ਮੁੱਢਲੇ ਹਥਿਆਰ ਖੁੰਡੇ ਸਨ, ਫਿਰ ਉਹਨੇ ਤਿੱਖੇ ਹਥਿਆਰਾਂ ਦਾ ਨਿਰਮਾਣ ਕੀਤਾ, ਫਿਰ ਉਹਨੇ ਅੱਗ ਉਗਲਣ ਵਾਲੇ ਹਥਿਆਰ ਸਿਰਜੇ। ਮੁੱਢਲੇ ਮਨੁੱਖ ਦਾ ਉਦੇਸ਼ ਵਿਰੋਧੀ ਜਾਨਵਰਾਂ ਨੂੰ ਹਥਿਆਰਾਂ ਦੀ ਸਹਾਇਤਾ ਨਾਲ ਆਪਣੇ ਅਧੀਨ ਕਰਨਾ ਸੀ। ਅਜੋਕੇ ਮਨੁੱਖ ਦਾ ਉਦੇਸ਼ ਵਿਰੋਧੀ ਮਨੁੱਖਾਂ ਤੋਂ ਈਨ ਮੰਗਵਾਉਣਾ ਹੈ ਜਾਂ ਉਹਨਾਂ ਨੂੰ ਮਾਰ ਮੁਕਾਉਣਾ ਹੁੰਦਾ ਹੈ। ਹਥਿਆਰਾਂ ਨਾਲ ਲੜਾਈ ਦਾ ਆਧਾਰ ਸਰੀਰਕ ਸ਼ਕਤੀ ਤੋਂ ਬਦਲ ਕੇ ਹਥਿਆਰਾਂ ਦੀ ਸ਼ਕਤੀ ਉੱਤੇ ਕੇਂਦਰਿਤ ਹੋ ਗਿਆ ਹੈ। ਇਸ ਪੱਖ ਤੋਂ ਲਗਭਗ ਸਾਰੀਆਂ ਅਜੋਕੀਆਂ ਲੜਾਈਆਂ ਅਸਾਮੀਆਂ ਲੜਾਈਆਂ ਹੋ ਗਈਆਂ ਹਨ। ਜਿਸ ਧਿਰ ਕੋਲ ਵਧੇਰੇ ਸ਼ਕਤੀਸ਼ਾਲੀ ਹਥਿਆਰ ਹੁੰਦੇ ਹਨ, ਉਹ ਵਧੇਰੇ ਸੁਰੱਖਿਅਤ ਹੋਣ ਕਾਰਨ ਵਧੇਰੇ ਸੰਕੋਚ ਤੇ ਸੰਜਮ ਵਿਖਾਉਣ ਦੀ ਥਾਂ ਵਧੇਰੇ ਨਿਰਦਇਤਾ ਵਿਖਾਉਂਦੀ ਹੈ ਤੇ ਵਧੇਰੇ ਹਿੰਸਾ ਕਰਦੀ ਹੈ। ਨਵੇਂ ਹਥਿਆਰ ਪਹਿਲੇ ਹਥਿਆਰਾਂ ਵਾਂਗ ਕੇਵਲ ਸ਼ਕਤੀਸ਼ਾਲੀ ਹੋਣ ਦੀ ਥਾਂ ਵਧੇਰੇ ਫੁਰਤੀਲੇ ਵੀ ਹਨ, ਸੋ ਲੜਾਈ ਵਿੱਚ ਲੱਗਣ ਵਾਲਾ ਸਮਾਂ ਘੱਟ ਰਿਹਾ ਹੈ, ਪਰ ਹੋਣ ਵਾਲੀ ਤਬਾਹੀ ਵੱਧ ਹੁੰਦੀ ਹੈ। ਅਜੋਕੇ ਯੁੱਗ ਵਿੱਚ ਲੜਾਈ ਇਸ ਢੰਗ ਨਾਲ ਵਿਉਂਤੀ ਜਾਂਦੀ ਹੈ ਕਿ ਘੱਟ ਤੋਂ ਘੱਟ ਸਮੇਂ 'ਚ ਫੈਸਲਾ ਕੁੰਨ ਹੋ ਨਿਬੜੇ ਤੇ ਦੂਜੀ ਧਿਰ ਇਸ ਹੱਦ ਤੱਕ ਤਬਾਹ ਹੋ ਜਾਏ ਕਿ ਸਮਝੌਤਾ ਕਰਨ ਦੀ ਲੋੜ ਨਾ ਪਵੇ। ਮਾਨਵੀ ਸੰਬੰਧਾਂ ਵਿੱਚ ਵੀ ਇਹ ਪ੍ਰਵਿਰਤੀ ਫੈਲ ਰਹੀ ਹੈ। ਸਮਾਜਿਕ ਖੇਤਰ ਵਿੱਚ ਆਪਣੇ ਵਿਰੋਧੀ ਨਾਲ ਗੱਲਬਾਤ ਕਰਨ ਦੀ ਥਾਂ ਉਹਨੂੰ ਆਪਣੇ ਰਸਤੇ ਵਿੱਚੋਂ ਹਟਾਉਣ ਜਾਂ ਮਾਰ ਮੁਕਾਉਣ ਦੇ ਯਤਨ ਵਧੇਰੇ ਸੋਚੇ ਜਾਣ ਲੱਗ ਪਏ ਹਨ। ਸ਼ਹਿਰਾਂ ਦੀਆਂ ਆਬਾਦੀਆਂ ਵੱਧ ਰਹੀਆਂ ਹਨ ਤੇ ਘਰਾਂ ਦਾ ਆਕਾਰ ਛੋਟਾ ਹੁੰਦਾ ਜਾ ਰਿਹਾ ਹੈ, ਸੋ ਹਰ ਪ੍ਰਕਾਰ ਦਾ ਮੁਕਾਬਲਾ ਵੱਧ ਰਿਹਾ ਹੈ ਤੇ ਮੁਕਾਬਲੇ ਵਿੱਚ ਸਭ ਪ੍ਰਕਾਰ ਦੇ ਅਨੁਚਿਤ ਢੰਗ ਤਰੀਕੇ ਵਰਤੇ ਜਾ ਰਹੇ ਹਨ। ਇਸ ਪ੍ਰਵਿਰਤੀ ਨਾਲ ਹਰ ਹੀਲੇ ਤੇ ਬਿਨਾਂ ਮਿਹਨਤ ਕੀਤਿਆਂ ਅਮੀਰ ਹੋਣ ਦੀ ਇਹ ਯੋਗ ਇੱਛਾ ਕਾਰਨ ਸਾਦੇ ਤੇ ਸਰਲ ਝਗੜੇ ਵੀ ਲੜਾਈਆਂ ਬਣ ਰਹੇ ਹਨ। ਇੱਛਾਵਾਂ ਦੇ ਅਤ੍ਰਿਪਤ ਰਹਿਣ ਕਾਰਨ ਸਹਿਣਸ਼ੀਲਤਾ ਘਟ ਰਹੀ ਹੈ ਤੇ ਕ੍ਰੋਧ ਵੱਧ ਰਿਹਾ ਹੈ। ਕ੍ਰੋਧ ਹਥਿਆਰ ਪ੍ਰਾਪਤ ਕਰਨ ਦੀ ਇੱਛਾ ਨੂੰ ਵਧਾਉਂਦਾ ਹੈ ਤੇ ਹਥਿਆਰ ਭੈ, ਸਹਿਮ ਤੇ ਮੌਤ ਦਾ ਵਾਤਾਵਰਨ ਸਿਰਜਦੇ ਹਨ। ਕਿਸੇ ਸਮਾਜ ਨੂੰ ਦੀ ਟੋਰ ਨੂੰ ਉਸ ਵੱਲੋਂ ਵਰਤੇ ਜਾਂਦੇ ਹਥਿਆਰਾਂ ਦੀ ਪੱਧਰ ਤੇ ਮਾਤਰਾ ਤੋਂ ਮਾਪਿਆ ਜਾ ਸਕਦਾ ਹੈ। ਹਥਿਆਰ ਨੂੰ ਹਥਿਆਰ ਵਜੋਂ ਹੀ ਵਰਤਿਆ ਜਾ ਸਕਦਾ ਹੈ। ਹਥਿਆਰ ਦੀ ਹਰ ਵਰਤੋਂ ਅੰਤਲੇ ਰੂਪ 'ਚ ਦੁਰਵਰਤੋਂ ਹੀ ਹੁੰਦੀ ਹੈ। ਉਪਰੋਕਤ ਸਾਰੀ ਸਥਿਤੀ ਦਾ ਸਿੱਧਾ ਨਤੀਜਾ ਇਹ ਹੁੰਦਾ ਹੈ ਕਿ ਲੜਾਈਆਂ ਵੱਧ ਰਹੀਆਂ ਹਨ ਤੇ ਵਧੇਰੇ ਹਿੰਸਕ ਹੋ ਰਹੀਆਂ ਹਨ, ਪਰ ਸਮਝੌਤੇ ਦੀਆਂ ਸੰਭਾਵਨਾਵਾਂ ਲੋਪ ਹੁੰਦੀਆਂ ਜਾ ਰਹੀਆਂ ਹਨ। ਇਸ ਸਥਿਤੀ ਵਿੱਚ ਅਜੋਕਾ ਮਨੁੱਖ ਆਪਣੇ ਜੀਵਨ ਸੰਬੰਧੀ ਕੋਈ ਲੰਮੀ ਵਿਉਂਤ ਨਹੀਂ ਬਣਾ ਸਕਦਾ। ਨਵੇਂ ਐਟਮੀ ਹਥਿਆਰਾਂ ਨਾਲ ਝਗੜੇ ਵਾਲੀ ਥਾਂ 'ਤੇ ਜਾਏ ਬਿਨਾਂ ਹੀ, ਦੁਸ਼ਮਣ ਦਾ ਸਾਹਮਣਾ ਕੀਤੇ ਬਿਨਾਂ ਹੀ, ਮਰਨ ਵਾਲੇ ਲੋਕਾਂ ਬਾਰੇ ਜਾਣੇ ਬਿਨਾਂ ਹੀ ਲੜਾਈ ਲੜੀ ਜਾ ਸਕਦੀ ਹੈ। ਹੁਣ ਬੰਦੂਕ ਦਾ ਘੋੜਾ ਨਹੀਂ ਦੱਬਣਾ ਪੈਂਦਾ, ਕੇਵਲ ਇੱਕ ਉਂਗਲ ਨਾਲ ਬਟਨ ਦਬਾਉਣਾ ਪੈਂਦਾ ਹੈ ਤੇ ਗੋਲੀਆਂ ਤੇ ਬੰਬ ਆਦਿ ਆਪ ਮੁਹਾਰੇ ਚੱਲਣ ਲੱਗ ਪੈਂਦੇ। ਪਹਿਲਾਂ ਲੜਾਈਆਂ ਸੂਰਜ ਦੇ ਚਾਨਣੇ 'ਚ ਲੜੀਆਂ ਜਾਂਦੀਆਂ ਸਨ, ਪਰ ਹੁਣ ਮੌਸਮ ਜਾਂ ਰੌਸ਼ਨੀ ਦਾ ਕੋਈ ਬੰਧਨ ਨਹੀਂ ਰਿਹਾ। ਹੁਣ ਕੰਪਿਊਟਰ ਤੇ ਮਸ਼ੀਨਾਂ ਹੀ ਸਭ ਕੁਝ ਕਰਦੀਆਂ ਹਨ, ਸੋ ਲੜਾਈ ਵਿੱਚ ਥਕਾਵਟ ਦੇ ਕੋਈ ਅਰਥ ਨਹੀਂ ਰਹੇ। ਲੜਾਈ ਦੂਰ ਬਹਿ ਕੇ ਬਟਨ ਦਬਾ ਕੇ ਲੜਨ ਦੀ ਸਮਰੱਥਾ ਕਾਰਨ ਹੁਣ ਲੜਨ ਵਾਲਿਆਂ ਦੀ ਆਤਮਾ ਉੱਤੇ ਤਬਾਹੀ ਮਚਾਉਣ ਕਾਰਨ ਕੋਈ ਬੋਝ ਨਹੀਂ ਪੈਂਦਾ। ਅੱਜ ਦਾ ਅਸ਼ੋਕ ਕਲਿੰਗਾ ਦੇ ਮੈਦਾਨ 'ਚ ਜਾਏ ਬਿਨਾਂ ਹੀ ਦੁਸ਼ਮਣ ਵਿਰੁੱਧ ਲੜਾਈ ਲੜ ਸਕਦਾ ਹੈ। ਲੜਾਈ ਦੀ ਪ੍ਰਕਾਰ ਬਦਲਣ ਕਾਰਨ ਲੜਾਈ 'ਚ ਜਿੱਤ ਹਾਰ ਦਾ ਸੰਕਲਪ ਵੀ ਅਰਥ ਗੁਆ ਚੁੱਕਾ ਹੈ। ਹੁਣ ਕੋਈ ਜਿੱਤਦਾ ਹਾਰਦਾ ਨਹੀਂ, ਘੱਟ ਵੱਧ ਤਬਾਹ ਹੁੰਦਾ ਹੈ। ਜ਼ਖਮੀਆਂ ਦੀ ਦੇਖਭਾਲ ਕਰਨਾ ਬੜਾ ਔਖਾ ਤੇ ਮਹਿੰਗਾ ਕੰਮ ਹੈ, ਸੋ ਦੁਸ਼ਮਣ ਨੂੰ ਜ਼ਖਮੀ ਨਹੀਂ ਕੀਤਾ ਜਾਂਦਾ, ਉਹਨੂੰ ਮੌਤ ਦੇ ਘਾਟ ਉਤਾਰਿਆ ਜਾਂਦਾ ਹੈ। ਕੌਣ ਕੌਣ ਮਰ ਗਿਆ ਹੈ ਗਿਣਨ ਦੀ ਥਾਂ ਕੇਵਲ ਅੰਕੜੇ ਦੱਸੇ ਜਾਂਦੇ ਹਨ। ਹੁਣ ਕਿਸੇ ਵੀ ਪੱਧਰ ਉੱਤੇ ਸਮਝੌਤੇ ਦੀ ਗੱਲ ਹੀ ਨਹੀਂ ਕੀਤੀ ਜਾਂਦੀ। ਸਮਝੌਤੇ ਸੰਬੰਧੀ ਗੱਲਬਾਤ ਕਰਨੀ ਬੜਾ ਲੰਮਾ ਤੇ ਥਕਾ ਦੇਣ ਵਾਲਾ ਕਾਰਜ ਹੈ, ਸੋ ਮਨੁੱਖੀ ਵਿਹਾਰ ਦਾ ਇਹ ਪੱਖ ਕਮਜ਼ੋਰ ਹੁੰਦਾ ਜਾ ਰਿਹਾ ਹੈ।
ਅਜੋਕਾ ਸੰਸਾਰ ਤੇ ਅਜੋਕਾ ਮਨੁੱਖ ਸਮਝੌਤੇ ਦੀ ਥਾਂ ਹੋਏ ਨੁਕਸਾਨ ਦਾ ਯੋਗ ਮੁਆਵਜ਼ਾ ਲੈਣ ਦੇਣ ਵੱਲ ਵਧੇਰੇ ਰੁਚਿਤ ਹੈ। ਐਟਮੀ ਹਥਿਆਰਾਂ ਨੇ ਲੜਾਈ ਨੂੰ ਕਿਸੇ ਇੱਕ ਸਥਾਨ ਜਾਂ ਦੇਸ਼ ਤੱਕ ਸੀਮਤ ਰੱਖਣ ਦੀ ਥਾਂ ਸਾਰੇ ਵਿਸ਼ਵ ਨੂੰ ਆਪਣੇ ਕਲਾਵੇ 'ਚ ਲੈ ਆਂਦਾ ਹੈ। ਹੁਣ ਹਮਲਾਵਰ ਵੀ ਆਪਣੇ ਆਪ ਨੂੰ ਸੁਰੱਖਿਅਤ ਨਹੀਂ ਸਮਝਦਾ ਤੇ ਸਥਿਤੀ ਮੁੜ ਉੱਥੇ ਅੱਪੜ ਗਈ ਹੈ ਜਦੋਂ ਜਿਸਮਾਨੀ ਹਮਲਾ ਕਰਨ ਵਾਲਾ ਜਵਾਬੀ ਹਮਲੇ ਦੀ ਭੈ ਵਿੱਚ ਵਿਚਰਦਾ ਸੀ। ਵਿਨਾਸ਼ਕਾਰੀ ਹਥਿਆਰਾਂ ਨੇ ਸਾਰੀ ਦੁਨੀਆ ਨੂੰ ਇੰਨਾ ਛੋਟਾ ਕਰ ਦਿੱਤਾ ਹੈ ਕਿ ਕੁਝ ਹੀ ਮਿੰਟਾਂ 'ਚ ਸਾਰੇ ਸੰਸਾਰ ਦੀ ਕਈ ਵਾਰ ਤਬਾਹੀ ਹੋ ਸਕਦੀ ਹੈ। ਜਦੋਂ ਇੱਕ ਐਟਮੀ ਬੰਬ ਵਿਗਿਆਨੀ ਨੂੰ ਪੁੱਛਿਆ ਗਿਆ ਕਿ ਵਿਸ਼ਵ ਦੀ ਤੀਜੀ ਲੜਾਈ ਕਿਹੋ ਜਿਹੀ ਹੋਏਗੀ ਤਾਂ ਉਹਨੇ ਉੱਤਰ ਦਿੱਤਾ ਸੀ ਕਿ ਤੀਜੀ ਲੜਾਈ ਬਾਰੇ ਮੈਂ ਕੁਝ ਨਹੀਂ ਦੱਸ ਸਕਦਾ। ਜੇ ਚੌਥੀ ਲੜਾਈ ਬਾਰੇ ਪੁੱਛੋ ਤਾਂ ਸ਼ਾਇਦ ਮੈਂ ਕੁਝ ਕਹਿ ਸਕਾਂ। ਜਦੋਂ ਚੌਥੀ ਲੜਾਈ ਬਾਰੇ ਪੁੱਛਿਆ ਗਿਆ ਤਾਂ ਉਹਨੇ ਉੱਤਰ ਦਿੱਤਾ ਸੀ ਕਿ ਚੌਥੀ ਲੜਾਈ ਕਦੀ ਹੋਵੇਗੀ ਹੀ ਨਹੀਂ, ਕਿਉਂਕਿ ਤੀਜੀ ਲੜਾਈ ਉਪਰੰਤ ਲੜਨ ਵਾਸਤੇ ਨਾ ਕੋਈ ਝਗੜਾ ਹੋਏਗਾ ਤੇ ਨਾ ਕੋਈ ਥਾਂ ਹੋਏਗੀ ਤੇ ਨਾ ਕੋਈ ਲੜਨ ਵਾਲਾ ਹੋਏਗਾ। ਭਾਵੇਂ ਇਹ ਮੰਨਣ ਵਾਲੀ ਗੱਲ ਨਹੀਂ, ਪਰ ਵਾਸਤਵਿਕਤਾ ਇਹ ਹੈ ਕਿ ਮਨੁੱਖ ਵੈਰ ਦੀ ਭਾਵਨਾ ਨਾਲ ਨਹੀਂ, ਸਨੇਹ ਦੀ ਭਾਵਨਾ ਨਾਲ ਲੜਦਾ ਰਿਹਾ। ਆਪਣੇ ਕਬੀਲੇ, ਦੇਸ਼, ਧਰਮ ਆਦਿ ਪ੍ਰਤੀ ਸਨੇਹ ਦੀ ਭਾਵਨਾ ਉਹਨੂੰ ਲੜਾਉਂਦੀ ਹੈ। ਜਦੋਂ ਦੋ ਵਿਅਕਤੀਆਂ ਨੂੰ ਕਿਸੇ ਸਾਂਝੇ ਦੁਸ਼ਮਣ ਨਾਲ ਲੜਨਾ ਪਵੇ ਤਾਂ ਇੱਕ ਦੂਜੇ ਨੂੰ ਬਚਾਉਣ ਅਰਥਾਤ ਸਨੇਹ ਦੀ ਭਾਵਨਾ ਨਾਲ ਲੜਦੇ ਹਨ। ਸਨੇਹ ਦੀ ਇਸ ਭਾਵਨਾ ਨੇ ਕਈ ਲੜਾਈਆਂ ਨੂੰ ਜਨਮ ਦਿੱਤਾ ਹੈ। ਲੜਾਈ ਵਿੱਚ ਮੁੱਖ ਭਾਵਨਾ ਵੈਰ ਦੀ ਨਹੀਂ, ਸਨੇਹ ਦੀ ਹੁੰਦੀ ਹੈ। ਦੋ ਦੇਸ਼ਾਂ ਦੀ ਲੜਾਈ 'ਚ ਅਸੀਂ ਆਪਣੇ ਸਨੇਹੀਆਂ ਨੂੰ ਜਾਣਦੇ ਹੁੰਦੇ ਹਾਂ, ਜਦੋਂ ਕਿ ਦੁਸ਼ਮਣ ਨੂੰ ਅਸੀਂ ਵਰਦੀ ਤੋਂ ਇਲਾਵਾ ਪਛਾਣ ਨਹੀਂ ਸਕਦੇ। ਸਨੇਹ ਦੀ ਭਾਵਨਾ ਹੀ ਸਾਡੇ 'ਚ ਅਨੁਸ਼ਾਸਨ ਤੇ ਵਫਾਦਾਰੀ ਦਾ ਗੁਣ ਪੁਜਾਉਂਦੀ ਹੈ। ਫੌਜ ਵਿੱਚ ਸਨੇਹ ਦੀ ਇਸ ਭਾਵਨਾ ਨੂੰ ਅਨੇਕਾਂ ਢੰਗਾਂ ਨਾਲ ਉਸਾਰਿਆ ਜਾਂਦਾ ਹੈ ਤੇ ਦੁਸ਼ਮਣ ਵਿਰੁੱਧ ਵਰਤਿਆ ਜਾਂਦਾ ਹੈ। ਸ਼ਿਕਾਰ ਯੁੱਗ ਵਿੱਚ ਟੋਲੇ ਦੇ ਸਾਰੇ ਵਿਅਕਤੀਆਂ ਦਾ ਆਪਸੀ ਸਨੇਹ ਹੋਇਆ ਕਰਦਾ ਸੀ। ਟੋਲੇ ਦੇ ਸੰਕਲਪ ਨੂੰ ਹੀ ਵਿਕਸਿਤ ਕਰਕੇ ਫੌਜ ਦਾ ਰੂਪ ਪ੍ਰਦਾਨ ਕੀਤਾ ਗਿਆ। ਦੇਸ਼ ਸਾਡੇ ਆਗੂਆਂ ਦਾ ਹੈ ਜੋ ਉਸਾਰੂ ਪ੍ਰਵਿਰਤੀਆਂ ਨੂੰ ਵਿਨਾਸ਼ਕਾਰੀ ਉਦੇਸ਼ਾਂ ਲਈ ਵਰਤ ਰਹੇ ਹਨ। ਦੋਸ਼ ਸਾਡਾ ਵੀ ਹੈ ਕਿਉਂਕਿ ਅਸੀਂ ਭੈੜੇ ਉਦੇਸ਼ਾਂ ਲਈ ਵਰਤੇ ਜਾਣ ਲਈ ਤਿਆਰ ਹੋ ਜਾਂਦੇ ਹਾਂ। ਸਰਹੱਦ ਦੇ ਆਰ-ਪਾਰ ਹੋਣ ਵਾਲੀ ਲੜਾਈ ਸੰਬੰਧੀ ਕਿਸੇ ਇੱਕ ਜਾਂ ਕੁਝ ਵਿਅਕਤੀਆਂ ਦਾ ਦਖਲ ਕੋਈ ਅਰਥ ਨਹੀਂ ਰੱਖਦਾ ਤੇ ਅਜਿਹੀ ਲੜਾਈ ਸਾਨੂੰ ਨਿੱਜੀ ਤੌਰ 'ਤੇ ਪ੍ਰਭਾਵਿਤ ਨਹੀਂ ਕਰਦੀ, ਪਰ ਸਾਡੇ ਆਲੇ ਦੁਆਲੇ ਦੇ ਜੀਵਨ ਵਿੱਚ ਵਾਪਰਨ ਵਾਲੀਆਂ ਲੜਾਈਆਂ ਸਾਨੂੰ ਵਧੇਰੇ ਪ੍ਰਭਾਵਿਤ ਕਰਦੀਆਂ ਹਨ ਤੇ ਅਸੀਂ ਵੀ ਉਹਨਾਂ ਨੂੰ ਪ੍ਰਭਾਵਿਤ ਕਰ ਸਕਦੇ ਹਾਂ। ਪਰਿਵਾਰਕ, ਸਮਾਜਿਕ, ਰਾਜਨੀਤਿਕ ਤੇ ਆਰਥਿਕ ਜੀਵਨ ਵਿੱਚ ਝਗੜੇ ਤੇ ਲੜਾਈਆਂ ਵੱਧ ਰਹੀਆਂ ਹਨ। ਇਹਨਾਂ ਖੇਤਰਾਂ ਦੀ ਅਸੰਤੁਸ਼ਟਤਾ ਸਾਡੇ ਸਮੁੱਚੇ ਵਿਹਾਰ ਨੂੰ ਪ੍ਰਭਾਵਿਤ ਕਰ ਰਹੀ ਹੈ ਤੇ ਦੂਜੇ ਖੇਤਰਾਂ ਵਿੱਚ ਵੀ ਸਾਡੀਆਂ ਪ੍ਰਾਪਤੀਆਂ ਤੇ ਖੁਸ਼ੀਆਂ ਦਾ ਕੱਦ ਉੱਚਾ ਨਹੀਂ ਹੋ ਰਿਹਾ। ਮਾਨਣਯੋਗ ਮਨੁੱਖੀ ਜੀਵਨ ਲੜਾਈਆਂ ਦੇ ਮੁਕਾਬਲੇ ਅਕਸਰ ਸਮਝੌਤਿਆਂ ਦੀ ਇੱਕ ਲੰਮੀ ਲੜੀ ਹੁੰਦਾ ਹੈ। ਹਰ ਸਮਝੌਤੇ ਨੂੰ ਹਾਰ ਜਾਂ ਮੌਕਾ ਪ੍ਰਸਤੀ ਦੇ ਅਰਥਾਂ 'ਚ ਲੈਣ ਦੀ ਥਾਂ ਇਹਨੂੰ ਜੀਵਨ ਦੀ ਇੱਕ ਆਧਾਰ ਸ਼ਕਤੀ ਦੇ ਰੂਪ 'ਚ ਵੇਖਣਾ ਚਾਹੀਦਾ ਹੈ। ਸਿਆਣਪ ਤਿੱਖੀ ਨਹੀਂ ਹੁੰਦੀ, ਕੂਲੀ ਹੁੰਦੀ ਹੈ। ਸਮਝੌਤਾ ਕਰਨਾ ਕਮਜ਼ੋਰੀ ਹੀ ਨਹੀਂ ਹੁੰਦਾ, ਸਿਆਣਪ ਵੀ ਹੁੰਦਾ ਹੈ। ਸੱਚ ਕੌੜਾ ਹੀ ਨਹੀਂ ਹੁੰਦਾ, ਮਿੱਠਾ ਵੀ ਹੋ ਸਕਦਾ ਹੈ। ਕਿਸੇ ਚੀਜ਼ ਦੀ ਪਕਿਆਈ ਉਹਦੀ ਲਚਕ 'ਚ ਹੁੰਦੀ ਹੈ। ਕਿਸੇ ਸਮੱਸਿਆ ਸੰਬੰਧੀ ਸਵੇਰੇ 6 ਵਜੇ ਤੇ ਸ਼ਾਮ ਦੇ 6 ਵਜੇ ਸੋਚਣ ਨਾਲ ਵੱਖਰੇ ਵੱਖਰੇ ਹੱਲ ਸੁਝਦੇ ਹਨ। ਸੋ ਲੋੜ ਇਸ ਗੱਲ ਦੀ ਵੀ ਹੈ ਕਿ ਲੜਾਈ ਉਪਰੰਤ ਸਮੱਸਿਆ ਨੂੰ ਸਮਝੌਤੇ ਦੀ ਦ੍ਰਿਸ਼ਟੀ ਨਾਲ ਵੇਖਿਆ ਜਾਵੇ। ਵਧੀ ਹੋਈ ਲੜਾਈ ਵਧੀ ਹੋਈ ਮਿਹਰਬਾਨੀ ਤੇ ਸਦਭਾਵਨਾ ਤੇ ਖਿਮਾ ਭਾਵਨਾ ਨਾਲ ਹੀ ਮਿਟਾਈ ਜਾ ਸਕਦੀ ਹੈ। ਸੋਚੋ, ਸਾਨੂੰ ਗੁਆਚ ਗਏ ਕਿਹੜੇ ਮੌਕਿਆਂ ਦਾ ਪਛਤਾਵਾ ਹੈ। ਉਹਨਾਂ ਵਿੱਚੋਂ ਕਈ ਅਜਿਹੇ ਮੌਕੇ ਹੋਣਗੇ ਜਦ ਲੜਨ ਉਪਰੰਤ ਸਮਝੌਤੇ ਦੀ ਸੰਭਾਵਨਾ ਉਸਰੀ ਸੀ, ਪਰ ਅਸੀਂ ਗੈਰ ਹਾਜ਼ਰ ਹੀ ਰਹੇ। ਸਮਝੌਤਾ ਲੜਾਈ ਹਾਰਨ ਉਪਰੰਤ ਹਾਰੀ ਹੋਈ ਲੜਾਈ ਨੂੰ ਜਿੱਤਣ ਦੀ ਇੱਕ ਸਿਆਣੀ ਤੇ ਲਾਭਕਾਰੀ ਜੁਗਤ ਹੁੰਦਾ ਹੈ। ਕਿਸੇ ਲੜਾਈ ਉੱਤੇ ਅਕਸਰ ਸਾਡਾ ਕਾਬੂ ਨਹੀਂ ਹੁੰਦਾ, ਪਰ ਜੇ ਯਤਨ ਕਰੀਏ ਤਾਂ ਹਰ ਸਮਝੌਤਾ ਸਾਡੇ ਵੱਸ ਵਿੱਚ ਹੁੰਦਾ ਹੈ। ਧੰਨਵਾਦ।